ਆਇਆ ਖੇਲੇ ਸਗਲ ਜਗਤ, ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਜਿਨੀ ਨਾਮ ਧਿਆਇਆ ਗਏ ਮਸਕਤ ਕਾਲ। ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ, ਜਿਨੀ ਨਾਮ ਧਿਆਇਆ ਗਏ ਮਸਕਤ ਕਾਲ। ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰ ਗੋਬਿੰਦ ਗੋਪਾਲ ਗੁਰ, ਗੁਰ ਪੂਰਨ ਨਾਰਾਇਣ ਹੈ। ਗੁਰ ਦਇਆਲ ਸਮਰੱਥ ਗੁਰ, ਗੁਰ ਨਾਨਕ ਪਤਿਤ ਉਦਾਹਰਣ ਹੈ। ਭਉ ਜਲ ਬਿਖਮ ਸਗਾਹੋ, ਗੁਰ ਬੋਹਿ ਥੈ ਤਾਰਿਅਮ। ਨਾਨਕ ਪੂਰ ਕਰਮ, ਸਤਿਗੁਰ ਚਰਣੀ ਲੱਗਿਆ। ਭਾਂਡਾ ਭਾਉ ਅੰਮ੍ਰਿਤ ਤਿਤ ਢਾਲ, ਘੜੀਐ ਸ਼ਬਦ ਸੱਚੀ ਟਕਸਾਲ। ਜਿਨ ਕਉ ਨਦਰ ਕਰਮ ਤਿਨ ਕਾਰ, ਨਾਨਕ ਨਦਰੀ ਨਦਰ ਨਿਹਾਲ। ਹੋਵੈ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਂ ਦਾ ਸਾਹੁ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵਿਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਪੰਜਵਾ। ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਸੋਈ ਸੁਗੜ ਸੁਜਾਨੀ। ਤਿਨ ਹੀ ਸੁਣਿਆ ਦੁਖ ਸੁਖ ਮੇਰਾ, ਤਉ ਬਿਦ ਨੀਕੀ ਖਟਾਨੀ। ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਸੋਈ ਸੁਗੜ ਸੁਜਾਨੀ। ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਗਤਾਂ ਬਹੁਤ ਬਹੁਤ ਵੱਡਿਆਂ ਭਾਗਾਂ ਵਾਲੇ ਹੋ, ਜਿਨ੍ਹਾਂ ਨੂੰ ਅੰਮ੍ਰਿਤ ਕੇ ਦਾਤੇ ਸਰਬੰਸ ਦਾਨੀ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਮਹਾਨ ਸਾਜੇ ਹੋਏ ਤਖਤ ਤਖਤ ਸ੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਵਿਖੇ ਰੋਜ਼ਾਨਾ ਦੀ ਤਰ੍ਹਾਂ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਕਰਨ ਦਾ, ਹਾਜ਼ਰੀਆਂ ਭਰਨ ਦਾ, ਸਤਸੰਗਤ ਕਰਨ ਦਾ, ਮਨੁੱਖਾ ਜੀਵਨ ਦੀਆਂ ਘੜੀਆਂ ਨੂੰ ਸਫਲ ਕਰਨ ਦਾ ਸ਼ੁਭ ਸੁਭਾਗਾ ਸਮਾਂ ਪ੍ਰਾਪਤ ਹੋ ਰਿਹਾ ਹੈ। ਅੱਜ ਜਿੱਥੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ
ਪਾਵਨ ਪਵਿੱਤਰ ਸਰੂਪ ਦੀ ਸੰਪੂਰਨਤਾ ਦੇ ਦਿਹਾੜਿਆਂ ਨੂੰ ਸਮਰਪਿਤ ਇਹਨਾਂ ਸਮਾਗਮਾਂ ਨੂੰ ਮਨਾਇਆ ਜਾ ਰਿਹਾ ਹੈ। ਉੱਥੇ ਦਮਦਮੀ ਟਕਸਾਲ ਦਾ ਸਥਾਪਨਾ ਦਿਹਾੜਾ ਵੀ ਸੰਗਤਾਂ ਬਹੁਤ ਸ਼ਰਧਾ ਭਾਵਨਾ ਤੇ ਉਤਸ਼ਾਹ ਨਾਲ ਮਨਾ ਰਹੀਆਂ ਹਨ। ਪਰਸੋਂ ਰੋਜ਼ ਤੋਂ ਲੈ ਕੇ ਸਤਿਗੁਰਾਂ ਦੀ ਪਾਵਨ ਪਵਿੱਤਰ ਧੁਰ ਕੀ ਗੁਰਬਾਣੀ, ਅਕਾਲੀ ਗੁਰਬਾਣੀ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਜੋ ਪਰਸੋਂ ਰੋਜ਼ ਤੋਂ ਸ੍ਰੀ ਅਖੰਡ ਪਾਠ ਸਾਹਿਬ ਤਖਤ ਸਾਹਿਬ ਜੀ ਦੇ ਨਾਲ ਹੀ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਅਸਥਾਨ ਹੈ, ਉੱਥੇ ਪ੍ਰਾਰੰਭ ਕੀਤੇ ਗਏ ਸਨ। ਉਹਨਾਂ ਦੇ ਭੋਗ ਪਾਏ ਗਏ। ਉੱਥੇ ਬੇਅੰਤ ਸੰਗਤਾਂ ਨੇ ਦੂਰੋਂ ਦੂਰੋਂ ਜੋ ਸੰਗਤਾਂ ਇਹਨਾਂ ਸਮਾਗਮਾਂ ਵਿੱਚ ਚੱਲ ਕੇ ਆਈਆਂ ਹਨ, ਨਗਰ ਨਿਵਾਸੀ, ਇਲਾਕਾ ਨਿਵਾਸੀ ਸੰਗਤਾਂ ਸਾਰਿਆਂ ਨੇ ਮਿਲ ਕੇ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਹਾਜ਼ਰੀ ਭਰੀ। ਅਰਦਾਸ ਤੋਂ ਉਪਰੰਤ ਜੋ ਸ਼੍ਰੀ ਮੁਖਵਾਕ ਆਏ ਹਨ, ਉਹਨਾਂ ਦੀ ਕਥਾ ਆਪ ਸੰਗਤਾਂ ਮਨ ਬਿਰਤੀ ਨੂੰ ਇਕਾਗਰ ਕਰਕੇ ਸਰਵਣ ਕਰੋ। ਸਤ ਸੰਗਤ ਜੀ, ਖਾਲਸਾ ਪੰਥ ਦੇ 5 ਤਖਤ ਹਨ। ਸਭ ਤੋਂ ਪਹਿਲਾ ਮੁੱਖ ਤਖਤ ਸ਼੍ਰੀ ਅਕਾਲ ਤਖਤ ਸਾਹਿਬ ਜੀ ਹੈ। ਦੂਸਰਾ ਤਖਤ ਸ਼੍ਰੀ ਪਟਨਾ ਸਾਹਿਬ। ਤੀਸਰਾ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ। ਚੌਥਾ ਤਖਤ ਸ਼੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ, ਜਿੱਥੇ ਆਪਾਂ ਸੁਭਾਈਮਾਨ ਹਾਂ। ਪੰਜਵਾਂ ਤਖਤ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਅਬਚਲ ਨਗਰ ਨੰਦੇੜ ਮਹਾਰਾਸ਼ਟਰ ਦੇ ਅੰਦਰ, ਜਿੱਥੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਿਹੜੀ ਪਾਵਨ ਪਵਿੱਤਰ ਗੁਰਬਾਣੀ ਇੱਕ ਓੰਕਾਰ ਤੋਂ ਲੈ ਕੇ 18, 10, 20 ਤੱਕ ਆਪ ਜੀ ਨੇ ਇਸ ਤਖਤ ਸਾਹਿਬ ਜੀ ਦੇ ਉੱਤੇ ਸੰਪੂਰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਕਰਵਾਈ। ਉਸੇ ਪਾਵਨ ਸਰੂਪ ਨੂੰ ਤਖਤ ਸ੍ਰੀ ਹਜ਼ੂਰ ਸਾਹਿਬ ਵਿਖੇ ਸਤਿਗੁਰਾਂ ਨੇ ਗੁਰਤਾ ਗੱਦੀ ਦਾ ਮਹਾਨ ਸਿੰਘਾਸਨ ਬਖਸ਼ਿਸ਼ ਕੀਤਾ ਔਰ ਉੱਥੇ ਸਤਿਗੁਰੂ ਜੀ ਨੇ ਸੱਚਖੰਡ ਜਾਣਾ ਕੀਤਾ। ਇਉਂ ਇਹ ਖਾਲਸੇ ਦੇ 5 ਤਖਤ, ਸਮੁੱਚਾ ਖਾਲਸਾ ਪੰਥ ਇਹਨਾਂ ਤਖਤ ਸਾਹਿਬਾਨਾਂ ਤੇ ਨਤਮਸਤਕ ਹੁੰਦਾ ਹੈ। ਇਸ ਤਖਤ ਸਾਹਿਬ ਜੀ ਦਾ ਬਹੁਤ ਵੱਡਾ ਇਤਿਹਾਸ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਵੀ ਇਸ ਤਖਤ ਸਾਹਿਬ ਜੀ ਤੇ ਆਏ। ਨਾਲ ਹੀ ਖੱਬੇ ਹੱਥ ਸਤਿਗੁਰੂ ਜੀ ਦਾ ਅਸਥਾਨ ਹੈ ਔਰ ਇਸ ਤਖਤ ਸਾਹਿਬ ਜੀ ਦੇ ਉੱਚੇ ਥਾਂ ਉੱਤੇ 9ਵੇਂ ਪਾਤਸ਼ਾਹ ਜੀ ਨੂੰ ਸੰਗਤਾਂ ਨੇ ਬੇਨਤੀ ਕੀਤੀ, ਸਤਿਗੁਰੂ ਜੀ ਆਪ ਇਸ ਉੱਚੇ ਟਿੱਬੇ ਦੇ ਉੱਤੇ ਸਿੰਘਾਸਨ ਲਾ ਕਰਕੇ ਸੰਗਤਾਂ ਨੂੰ ਦਰਸ਼ਨ ਦਿਓ। ਤਾਂ 9ਵੇਂ ਗੁਰਦੇਵ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਚਨ ਕੀਤੇ ਸਨ ਕਿ ਇੱਥੇ ਤਾਂ ਇਸ ਅਸਥਾਨ ਉੱਤੇ ਇੱਕ ਤਖਤ ਸਜੇਗਾ ਔਰ ਇਸ ਉੱਚੇ ਤਖਤ ਉੱਤੇ ਸੁਭਾਈਮਾਨ ਹੋਣ ਵਾਲੇ ਅਜੇ ਆਉਣਗੇ, ਜਿਨ੍ਹਾਂ ਨੇ ਇੱਥੇ ਆ ਕੇ ਚਰਨ ਪਾਉਣੇ ਹਨ ਔਰ ਗੁਰਬਾਣੀ 10 ਪਾਤਸ਼ਾਹੀਆਂ ਦੀ ਪਾਵਨ ਪਵਿੱਤਰ ਗੁਰਬਾਣੀ ਨੂੰ ਇਸ ਅਸਥਾਨ ਉੱਤੇ ਇਕੱਤਰ ਕਰਕੇ ਸਾਰੀ ਗੁਰਬਾਣੀ ਦਾ ਸਰੂਪ ਲਿਖਵਾਉਣਗੇ। ਇਹ ਉਹਨਾਂ ਦੇ ਸਜਣ ਵਾਸਤੇ ਉੱਚਾ ਸਥਾਨ ਸੁਭਾਈਮਾਨ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਆਪਣੇ ਪਾਵਨ ਪਵਿੱਤਰ ਮੁਖਾਰ ਬਿੰਦ ਤੋਂ ਇਹ ਬਚਨ ਇਸ ਤਖਤ ਸਾਹਿਬ ਜੀ ਦੀ ਮਹਿਮਾ ਦੇ ਆਪ ਸਤਿਗੁਰਾਂ ਨੇ ਕਰਨਾ ਕੀਤੇ ਸਨ। ਸਾਧ ਸੰਗਤ ਜੀ, ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਸ੍ਰੀ ਅਨੰਦਪੁਰ ਸਾਹਿਬ ਜੀ ਦੀ ਧਰਤੀ ਤੇ ਸੁਭਾਈਮਾਨ ਹਨ।
1700 ਬਿਕਰਮੀ ਸੰਮਤ ਵਿੱਚ ਔਰ ਹੋਲੇ ਮਹੱਲੇ ਦਾ ਸਮਾਗਮ ਹੈ। ਚੇਤ ਬਦੀ ਇੱਕ ਹੈ। ਦੂਰੋਂ ਦੂਰੋਂ ਸੰਗਤਾਂ ਸ੍ਰੀ ਅਨੰਦਪੁਰ ਸਾਹਿਬ ਜੁੜੀਆਂ ਹੋਈਆਂ ਹਨ। ਹਜੂਰ ਦਾ ਦੀਵਾਨ ਸਜਿਆ ਹੋਇਆ ਹੈ। ਗੁਰਸਿੱਖ ਰੋਜ਼ਾਨਾ ਇਸ਼ਨਾਨ ਕਰਕੇ ਨਿਤਨੇਮ ਦੀ ਮਰਜ਼ਾਦਾ ਅਨੁਸਾਰ ਗੁਰਸਿੱਖ ਸੰਗਤਾਂ ਬੜੇ ਪ੍ਰੇਮ ਨਾਲ ਸਾਰੇ ਗੁਰਸਿੱਖ ਆਪੋ ਆਪਣੀ ਮਸਤੀ ਵਿੱਚ ਆਨੰਦ ਵਿੱਚ ਗੁਰਬਾਣੀ ਦਾ ਨਿਤਨੇਮ ਦਾ ਪਾਠ ਕਰ ਰਹੇ ਹਨ। ਇੱਕ ਸਿੱਖ ਪੰਜ ਗ੍ਰੰਥੀ ਬਾਣੀ ਦਾ ਪਾਠ ਕਰਦਿਆਂ ਹੋਇਆਂ ਉਸ ਨੇ ਦੱਖਣੀ ਓੰਕਾਰ ਦੀ ਬਾਣੀ ਦਾ ਪਾਠ ਕਰਦਿਆਂ ਜਦੋਂ ਇਹ ਪੰਕਤੀਆਂ ਪੜ੍ਹੀਆਂ, ਕਰਤੇ ਕੀਮਤ ਕਰਤਾ ਜਾਣੈ ਕਹਿ ਜਾਣੈ ਗੁਰਸੂਰਾ, ਦਲਾਮਾਂ ਦੀ ਥਾਂ ਤੇ ਇੱਕ ਲਾਮ ਪੜ੍ਹ ਗਿਆ। ਇੱਕ ਲਾਮ ਨੂੰ ਛੱਡ ਦਿੱਤਾ। ਸਤਿਗੁਰੂ ਜੀ ਨੇ ਉੱਚੀ ਬੋਲ ਕੇ ਸਿੰਘ ਨੂੰ ਸੁਚੇਤ ਕੀਤਾ। ਕਹਿਣ ਲੱਗੇ, ਸਿੰਘਾ ਦੁਲਾਮਾ ਲਾ ਕੇ ਗੁਰਬਾਣੀ ਦਾ ਸ਼ੁੱਧ ਉਚਾਰਨ ਕਰ। ਪਰ ਸਿੱਖ ਨੇ ਆਵਾਜ਼ ਸੁਣ ਕੇ ਵੀ ਅਣਸੁਣੀ ਕਰ ਦਿੱਤੀ। ਇੰਨਾ ਮਸਤੀ ਦੇ ਵਿੱਚ ਪਾਠ ਕਰਦਿਆਂ ਹੋਇਆਂ ਧਿਆਨ ਨਾ ਦਿੱਤਾ। ਦੂਸਰੀ ਵਾਰੀ ਆਵਾਜ਼ਾਂ ਮਾਰਿਆ, ਫਿਰ ਵੀ ਧਿਆਨ ਨਾ ਦਿੱਤਾ। ਤੀਸਰੀ ਵਾਰੀ ਸਤਿਗੁਰੂ ਜੀ ਨੇ ਭਾਈ ਆਲਮ ਸਿੰਘ ਜੀ ਨੂੰ ਆਗਿਆ ਕੀਤੀ, ਜੋ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਗੜਵਈ ਦੀ ਔਰ ਮੁੱਖ ਨਿਕਟ ਵਰਤੀ ਦੀ ਸੇਵਾ ਨਿਭਾਇਆ ਕਰਦੇ ਸਨ, ਕਿ ਜਾਓ ਇਸ ਸਿੱਖ ਨੂੰ ਤਾੜਨਾ ਕਰੋ ਕਿ ਗੁਰਬਾਣੀ ਦਾ ਸ਼ੁੱਧ ਪਾਠ ਕਰੇ। ਤਾਂ ਉਸ ਵਕਤ ਭਾਈ ਆਲਮ ਸਿੰਘ ਜੀ ਨੇ ਜਾ ਕੇ ਸਿੱਖ ਨੂੰ ਤਾੜਨਾ ਕੀਤੀ। ਸਖਤੀ ਨਾਲ ਗੁਰਬਾਣੀ ਦੀ ਸ਼ੁੱਧਤਾ ਉੱਤੇ ਧਿਆਨ ਦੇਣ ਵਾਸਤੇ ਆਗਿਆ ਕੀਤੀ। ਸਤਿਗੁਰੂ ਜੀ ਦਾ ਹੁਕਮ ਸੁਣਾਇਆ। ਜਦੋਂ ਭਾਈ ਆਲਮ ਸਿੰਘ ਜੀ ਸਤਿਗੁਰੂ ਜੀ ਦੀ ਆਗਿਆ ਅਤੇ ਤਾੜਨਾ ਕਰਕੇ ਚਲੇ ਗਏ, ਦੀਵਾਨ ਸਮਾਪਤ ਹੋ ਗਿਆ। ਉਹ ਸਿੱਖ ਭਾਈ ਆਲਮ ਸਿੰਘ ਜੀ ਦੀ ਸ਼ਿਕਾਇਤ ਕਰਨ ਵਾਸਤੇ ਸਤਿਗੁਰਾਂ ਦੇ ਚਰਨਾਂ ਵਿੱਚ ਆਇਆ। ਕਹਿਣ ਲੱਗਾ, ਸੱਚੇ ਪਾਤਸ਼ਾਹ ਜੀ, ਅਸੀਂ ਸੁਣਿਆ ਕਿ ਗੁਰਬਾਣੀ ਪੜ੍ਹਨ ਦੇ ਨਾਲ ਜਮਾਂ ਦੀਆਂ ਮਾਰਾਂ ਨਹੀਂ ਪੈਂਦੀਆਂ, ਜਮਾਂ ਦੇ ਦੁੱਖ ਨਹੀਂ ਸਹਾਰਨੇ ਪੈਂਦੇ। ਗੁਰਬਾਣੀ ਪੜ੍ਹ ਕੇ ਸਿੱਖ ਮੁਕਤ ਹੋ ਜਾਂਦਾ ਹੈ। ਸਾਡੀ ਇਹ ਸ਼ਰਧਾ ਹੈ, ਭਾਵਨਾ ਹੈ, ਦ੍ਰਿੜ ਭਰੋਸਾ ਔਰ ਸਾਡਾ ਇਹ ਵਿਸ਼ਵਾਸ ਹੈ। ਪਰ ਸਤਿਗੁਰੂ ਜੀ, ਗੁਰਬਾਣੀ ਪੜ੍ਹਦਿਆਂ ਜਮਾਂ ਦੀਆਂ ਮਾਰਾਂ ਤੋਂ ਤਾਂ ਬਚਣਾ ਦੂਰ ਦੀ ਗੱਲ ਹੈ। ਮੈਨੂੰ ਤਾਂ ਸੱਚੇ ਪਾਤਸ਼ਾਹ ਜੀ ਇੱਥੇ ਹੀ ਬਾਣੀ ਪੜ੍ਹਦਿਆਂ ਭਾਈ ਆਲਮ ਸਿੰਘ ਜੀ ਨੇ ਮੇਰੇ ਚਪੇੜ ਮਾਰੀ ਆ, ਮੈਨੂੰ ਤਾੜਨਾ ਕੀਤੀ ਹੈ। ਸਤਿਗੁਰੂ ਜੀ, ਇਸ ਕਾਰਨ ਮੈਂ ਰੋਸ ਨਾਲ ਭਰਿਆ ਹੋਇਆ ਆਪ ਜੀ ਦੇ ਪਾਸ ਸ਼ਿਕਾਇਤ ਲੈ ਕੇ ਆਇਆ ਹਾਂ ਕਿ ਭਾਈ ਆਲਮ ਸਿੰਘ ਨੇ ਮੈਨੂੰ ਕਿਉਂ ਸਖਤ ਤਾੜਨਾ ਕੀਤੀ। ਕਲਗੀਧਰ ਪਾਤਸ਼ਾਹ ਕਹਿਣ ਲੱਗੇ, ਸਿੰਘਾ ਤੂੰ ਗੁਰਬਾਣੀ ਦਾ ਉਚਾਰਨ ਗਲਤ ਕਰ ਰਿਹਾ ਸੀ। ਅਸੀਂ ਤੈਨੂੰ 2 ਵਾਰੀ ਉੱਚੀ ਬੋਲ ਕੇ ਵੀ ਆਗਿਆ ਕੀਤੀ ਕਿ ਗੁਰਬਾਣੀ ਦਾ ਉਚਾਰਨ ਸ਼ੁੱਧ ਕਰ, ਪਰ ਤੂੰ ਸਾਡਾ ਬਚਨ ਵੀ ਨਹੀਂ ਸੁਣਿਆ, ਧਿਆਨ ਵੀ ਨਹੀਂ ਦਿੱਤਾ। ਉਸ ਵਕਤ ਤਾਂ ਫਿਰ ਅਸੀਂ ਭਾਈ ਆਲਮ ਸਿੰਘ ਜੀ ਨੂੰ ਆਗਿਆ ਕਰਕੇ ਭੇਜਿਆ ਸੀ। ਸਤਿਗੁਰੂ ਕਹਿਣ ਲੱਗੇ ਕਿ ਤੈਨੂੰ ਇੱਕ ਚਪੇੜ ਦਾ ਭਾਰੀ ਦੁੱਖ ਲੱਗਾ ਹੈ। ਤੂੰ ਜਿਹੜੇ ਗੁਰਬਾਣੀ ਦੀਆਂ ਲਗਾ ਮਾਤਰਾਂ ਦਾ ਉਚਾਰਨ ਸ਼ੁੱਧ ਨਹੀਂ ਕਰ ਰਿਹਾ ਸੀ, ਇਹ ਗੁਰਬਾਣੀ ਦੇ ਜਿੰਨੇ ਅੱਖਰ ਔਰ ਲਗਾ ਮਾਤਰਾ ਹਨ, ਇਹ ਸਾਡੇ ਸਰੀਰ ਦਾ ਅੰਗ ਹੈ। ਸਾਡੇ ਅੰਗ ਤੋੜਨ ਦੇ ਬਰਾਬਰ ਸਾਨੂੰ ਦੁੱਖ ਔਰ ਤਕਲੀਫ ਹੁੰਦੀ ਹੈ ਜਿਹੜਾ ਸਿੱਖ ਗੁਰਬਾਣੀ ਦਾ ਉਚਾਰਨ ਅਸ਼ੁੱਧ ਕਰਦਾ ਹੈ, ਗੁਰਬਾਣੀ ਸ਼ੁੱਧ ਨਹੀਂ ਉਚਾਰਨ ਕਰਦਾ। ਇਸ ਕਰਕੇ ਸਾਨੂੰ ਬੜਾ ਭਾਰੀ ਦੁੱਖ ਲੱਗਦਾ ਹੈ। ਤੈਨੂੰ ਇੱਕ ਚਪੇੜ ਦਾ ਦੁੱਖ ਲੱਗਾ, ਪਰ ਤੂੰ ਤਾਂ ਸਾਡੇ ਅੰਗ ਭੰਗ ਕਰ ਰਿਹਾ ਸੀ। ਸਿੱਖ ਨੇ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਮੇਰੇ ਧਿਆਨ ਵਿੱਚ ਨਹੀਂ, ਮੈਨੂੰ ਸਮਝਾਓ, ਸਿੱਖਿਆ ਦਿਓ, ਆਪ ਕਿਰਪਾ ਕਰਕੇ ਉਪਦੇਸ਼ ਬਖਸ਼ਿਸ਼ ਕਰੋ। ਸਤਿਗੁਰੂ ਜੀ ਕਹਿਣ ਲੱਗੇ, ਉਹ ਪੰਕਤੀਆਂ ਦੁਬਾਰਾ ਪੜ੍ਹ। ਸਿੱਖ ਨੂੰ ਧਿਆਨ ਨਹੀਂ ਸੀ, ਪਰ ਸਤਿਗੁਰੂ ਜੀ ਨੂੰ ਚੇਤੇ ਹੈ।
ਸਤਿਗੁਰੂ ਜੀ ਕਹਿਣ ਲੱਗੇ, ਕਰਤੇ ਕੀਮਤ ਕਰਤਾ ਜਾਣੈ, ਕਹਿ ਜਾਣੈ ਗੁਰ ਸੂਰਾ। ਇਹ ਪੰਕਤੀਆਂ ਦਾ ਦੁਬਾਰਾ ਉਚਾਰਨ ਕਰ। ਸਿੱਖ ਦੁਬਾਰਾ ਵੀ ਦੁਲਾਵਾਂ ਦੀ ਥਾਂ ਤੇ ਕੇਵਲ ਇੱਕ ਲਾਮ ਦਾ ਹੀ ਉਚਾਰਨ ਕਰ ਗਿਆ। ਸਤਿਗੁਰੂ ਕਹਿਣ ਲੱਗੇ, ਇਹ ਜਿਹੜੀਆਂ ਸਤਿਗੁਰਾਂ ਨੇ ਗੁਰਬਾਣੀ ਵਿੱਚ ਲਗਾ ਮਾਤਰਾ ਲਾਈਆਂ, ਇਹ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਉਚਾਰਨ ਕੀਤੀ ਹੋਈ ਗੁਰਬਾਣੀ ਦੱਖਣੀ ਓੰਕਾਰ ਬਾਣੀ ਹੈ। ਔਰ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਆਦ ਬੀੜ ਵਿੱਚ ਇਹ ਬਾਣੀ ਸ਼ਾਮਲ ਕੀਤੀ ਹੈ। ਭਾਈ ਗੁਰਦਾਸ ਜੀ ਤੋਂ ਇਹ ਬਾਣੀ ਸਾਰੀ ਦਰਜ ਕਰਵਾਈ ਹੈ। ਤੂੰ ਦਲਾਵਾਂ ਦੀ ਥਾਂ ਤੇ ਕੇਵਲ ਇੱਕ ਲਾਮ ਪੜ੍ਹ ਦਿੱਤੀ, ਜਿਸ ਨਾਲ ਇਸ ਪੰਕਤੀ ਦਾ ਤੇ ਗੁਰਬਾਣੀ ਦਾ ਸਿਧਾਂਤ ਹੀ ਬਦਲ ਗਿਆ ਹੈ। ਕਿਉਂਕਿ ਇੱਕ ਲਾਮ ਨਾਲ ਸਿਧਾਂਤ ਵਿੱਚ ਬਹੁਤ ਵੱਡਾ ਫਰਕ ਪੈ ਜਾਂਦਾ ਹੈ। ਇਸ ਪੰਕਤੀ ਦਾ ਅਰਥ ਹੈ, ਕਰਤੇ ਕੀਮਤ ਕਰਤਾ ਜਾਣੈ, ਕਹਿ ਜਾਣੈ ਗੁਰ ਸੂਰਾ। ਕਰਤੇ ਪਰਮੇਸ਼ਰ ਦੀ ਬਣਾਈ ਮਰਿਆਦਾ ਨੂੰ ਕਰਤਾ ਪਰਮੇਸ਼ਰ ਆਪ ਜਾਣਦਾ ਹੈ, ਜਿਸ ਨੇ ਸਾਰਾ ਸੰਸਾਰ ਭੈ ਵਿੱਚ ਪਵਨ ਵਹੈ ਸਦਵਾਓ, ਭੈ ਵਿੱਚ ਚੱਲੈ ਲਖ ਦਰਿਆਓ। ਇਹ ਸਾਰਾ ਮਰਿਆਦਾ ਦੇ ਵਿੱਚ ਸੰਸਾਰ ਦੇ ਪਸਾਰੇ ਨੂੰ ਵਾਹਿਗੁਰੂ ਨੇ ਆਪ ਬੰਨ੍ਹਿਆ ਹੋਇਆ ਹੈ। ਇਸ ਬਣਾਈ ਹੋਈ ਆਪਣੀ ਸ੍ਰਿਸ਼ਟੀ ਦੀ ਮਰਿਆਦਾ ਨੂੰ ਉਹ ਆਪ ਜਾਣਦਾ ਹੈ। ਜਾਂ ਕਹਿ ਦਾ ਅਰਥ ਹੁੰਦਾ ਅਥਵਾ ਹੋਰ ਕੌਣ ਜਾਣਦਾ। ਪੂਰੇ ਗੁਰੂ ਸੂਰਮੇ ਵੀ ਕਰਤੇ ਦੀ ਬਣਾਈ ਮਰਿਆਦਾ ਦਾ ਸਾਰਾ ਗਿਆਨ ਰੱਖਦੇ ਹੈ। ਇਸ ਕਰਕੇ ਕਿਉਂਕਿ ਗੁਰੂ ਸੂਰਮੇ ਪਰਮੇਸ਼ਰ ਦਾ ਸਾਖਸ਼ਾਤ ਸਰਗੁਣ ਸਰੂਪ ਹਨ, ਇਸ ਕਰਕੇ ਉਹ ਵੀ ਕਰਤੇ ਦੀ ਮਰਿਆਦਾ ਦਾ ਸਾਰਾ ਵਰਣਨ ਇਸ ਲੋਕਾਈ ਦੇ ਭਲੇ ਲਈ ਆਪਣੇ ਮੁਖਾਰ ਬਿੰਦ ਤੋਂ ਕਰਦੇ ਹੈ। ਕਰਤੇ ਦੀ ਮਰਿਆਦਾ ਨੂੰ ਸੰਸਾਰ ਦੇ ਭਲੇ ਲਈ ਸੰਸਾਰ ਵਿੱਚ ਦ੍ਰਿੜ ਕਰਵਾਉਂਦੇ ਹੈ। ਇਸ ਕਰਕੇ ਜਾਂ ਗੁਰੂ ਸੂਰਮੇ ਜਾਣਦੇ ਹੈ ਜਾਂ ਵਾਹਿਗੁਰੂ ਪਰਮੇਸ਼ਰ ਜਾਣਦਾ ਹੈ। ਪਰ ਜੇ ਤੂੰ ਇੱਕ ਲਾਮ ਪੜ੍ਹੇਗਾ ਕਿ ਕੇ ਜਾਣੈ ਗੁਰ ਸੂਰਾ, ਤਾਂ ਇਤਨਾ ਵੱਡਾ ਸਿਧਾਂਤ ਵਿੱਚ ਫਰਕ ਪੈ ਜਾਏਗਾ ਕਿ ਕੇ ਦਾ ਅਰਥ ਬਣੇਗਾ ਕੀ। ਭਾਵ ਕਰਤਾ ਤਾਂ ਜਾਣਦਾ, ਗੁਰੂ ਸੂਰਮੇ ਕੁਝ ਨਹੀਂ ਜਾਣਦੇ ਹਨ। ਗੁਰੂ ਸੂਰਮਿਆਂ ਨੂੰ ਇਹ ਇੱਕ ਲਾਮ ਪੜ੍ਹਨ ਦੇ ਨਾਲ ਅਲਪਗਤਾ ਦਾ ਦੋਸ਼ ਲੱਗ ਜਾਂਦਾ ਕਿ ਗੁਰੂ ਸੂਰਮਾ ਜਿਹੜਾ ਉਹ ਅਲਪਗ ਹੈ। ਜੇ ਗੁਰੂ ਅਲਪਗ ਹੈ ਤਾਂ ਜਿਹੜੇ ਸੰਸਾਰ ਦੇ ਜੀਵ ਅਲਪਗ ਹਨ, ਉਹਨਾਂ ਨੂੰ ਪਰਮੇਸ਼ਰ ਦਾ ਬੋਧ, ਪਰਮੇਸ਼ਰ ਦਾ ਗਿਆਨ ਗੁਰੂ ਸੂਰਮਾ ਕਿਵੇਂ ਕਰਾ ਸਕਦਾ ਹੈ। ਇਸ ਕਰਕੇ ਤਾਂ ਤੈਨੂੰ ਇਹ ਤਾੜਨਾ ਹੋਈ ਹੈ। ਤੈਨੂੰ ਤਾਂ ਇੱਕ ਚਪੇੜ ਵੱਜਣ ਤੋਂ ਦੁੱਖ ਲੱਗਿਆ, ਤੂੰ ਤਾਂ ਸਾਡੇ ਅੰਗ ਹੀ ਭੰਗ ਕਰ ਦਿੱਤੇ। ਸਾਨੂੰ ਕਿੰਨਾ ਦਰਦ, ਕਿੰਨੀ ਤਕਲੀਫ ਹੋਈ ਹੋਏਗੀ ਜਦੋਂ ਤੂੰ ਗੁਰਬਾਣੀ ਦਾ ਉਚਾਰਨ ਗਲਤ ਕਰ ਰਿਹਾ ਸੀ। ਸਤਿਗੁਰੂ ਜੀ ਨੇ ਆਗਿਆ ਕੀਤੀ ਕਿ ਹਰ ਸਿੱਖ ਗੁਰਬਾਣੀ ਦਾ ਭਾਈ ਸ਼ੁੱਧ ਉਚਾਰਨ ਕਰਕੇ ਪ੍ਰੇਮ ਨਾਲ ਗੁਰਬਾਣੀ ਦਾ ਪਾਠ ਅਤੇ ਨਿਤਨੇਮ ਕਰਿਆ ਕਰੋ। ਦੀਵਾਨ ਵਿੱਚ ਇਹ ਬਚਨ ਚੱਲ ਰਹੇ ਸਨ ਤਾਂ ਉਸੇ ਵਕਤ ਭਾਈ ਦਇਆ ਸਿੰਘ ਜੀ ਨੇ ਮੌਕਾ ਵੇਖ ਕੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਾਲੇ ਅਸਥਾਨ ਤੇ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ, ਇਹ ਇੱਕ ਸਿੱਖ ਨਹੀਂ ਜਿਹੜਾ ਗੁਰਬਾਣੀ ਗਲਤ ਉਚਾਰਨ ਕਰਦਾ। ਪਤਾ ਨਹੀਂ ਕਿੰਨੇ ਕੁ ਸਿੱਖ ਹਨ ਜਿਹੜੇ ਰੋਜ਼ਾਨਾ ਹੀ ਗੁਰਬਾਣੀ ਅਸ਼ੁੱਧ ਪੜ੍ਹਦੇ ਆ, ਗੁਰਬਾਣੀ ਦਾ ਗਲਤ ਉਚਾਰਨ ਕਰਦੇ ਆ। ਸੱਚੇ ਪਾਤਸ਼ਾਹ ਸਿੱਖਾਂ ਨੂੰ, ਆਪਣਿਆਂ ਨੂੰ ਗੁਰਬਾਣੀ ਦਾ ਸ਼ੁੱਧ ਉਚਾਰਨ ਕਰਨ ਦੀ ਦਾਤ ਬਖਸ਼ੋ। ਉਸ ਵਕਤ ਕਲਗੀਧਰ ਪਾਤਸ਼ਾਹ ਜੀ ਨੇ ਬਚਨ ਕੀਤੇ ਸਨ ਕਿ ਭਾਈ ਦਇਆ ਸਿੰਘ ਜੀ, ਜੰਗਾਂ ਯੁੱਧਾਂ ਦਾ ਵਕਤ ਹੈ। ਜਦੋਂ ਜੰਗਾਂ ਯੁੱਧਾਂ ਤੋਂ ਵਿਹਲੇ ਹੋਏ, ਫਿਰ ਇਕਾਂਤ ਵਿੱਚ ਜਾ ਕੇ ਗੁਰਬਾਣੀ ਦਾ ਸ਼ੁੱਧ ਉਚਾਰਨ ਕਰਨਾ ਗੁਰਸਿੱਖਾਂ ਨੂੰ ਸਿਖਾਵਾਂਗੇ, ਨਾਲੇ ਗੁਰਬਾਣੀ ਦੇ ਅਰਥ ਪੜ੍ਹਾਵਾਂਗੇ। ਉਹ ਬਚਨ ਸਤਿਗੁਰੂ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਜੀ ਦੀ ਧਰਤੀ ਤੇ 1700 ਈਸਵੀ ਵਿੱਚ ਚੇਤ ਬਦੀ 1 ਨੂੰ ਹੋਲੇ ਮਹੱਲੇ ਦੇ ਸਮਾਗਮਾਂ ਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਕੀਤੇ। ਔਰ 1705 ਈਸਵੀ ਵਿੱਚ
ਭਾਵ 1762 ਬਿਕਰਮੀ ਨੂੰ ਜਦੋਂ ਕਲਗੀਧਰ ਦਸ਼ਮੇਸ਼ ਪਿਤਾ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਜਿਨ੍ਹਾਂ ਨਾਲ 5 ਪਿਆਰਿਆਂ ਵਿੱਚੋਂ 2 ਪਿਆਰੇ ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ ਨਾਲ ਹਨ ਅਤੇ ਹੋਰ ਵੀ ਖਾਸ ਮੁਖੀ ਗੁਰਸਿੱਖ ਹਨ। ਆਪ ਜੀ ਮੁਕਤਸਰ ਸਾਹਿਬ ਜੀ ਦੇ ਯੁੱਧ ਤੋਂ ਉਪਰੰਤ ਤਖਤ ਸ੍ਰੀ ਦਮਦਮਾ ਸਾਹਿਬ ਇਸ ਅਸਥਾਨ ਤੇ ਆਏ ਤਾਂ ਆਪ ਜੀ ਨੇ ਜਦੋਂ ਇੱਥੇ ਆ ਕੇ ਇਸੇ ਤਖਤ ਸਾਹਿਬ ਉੱਤੇ ਆ ਕੇ ਸੁਭਾਏਮਾਨ ਹੋਣਾ ਕੀਤਾ, ਉਸ ਵਕਤ ਫਿਰ ਗੁਰਸਿੱਖਾਂ ਨੇ ਦੁਬਾਰਾ ਭਾਈ ਦਇਆ ਸਿੰਘ ਜੀ ਰਾਹੀਂ ਬੇਨਤੀ ਕੀਤੀ, ਮਹਾਰਾਜ ਸਾਹਿਬ ਜਿਹੜਾ ਬਚਨ, ਜਿਹੜਾ ਵਾਅਦਾ ਖਾਲਸੇ ਨਾਲ ਤੁਸੀਂ ਅਨੰਦਪੁਰ ਸਾਹਿਬ ਕੀਤਾ ਸੀ, ਉਹ ਆਪ ਕਦੋਂ ਪੂਰਾ ਕਰੋਗੇ? ਤਾਂ ਕਲਗੀਧਰ ਪਾਤਸ਼ਾਹ ਜੀ ਨੇ ਬਚਨ ਕੀਤੇ ਸਨ ਕਿ ਖਾਲਸਾ ਜੀ, ਜੰਗਾਂ ਯੁੱਧਾਂ ਵਾਲਾ ਜਿਹੜਾ ਲੱਗਿਆ ਹੋਇਆ ਕਮਰ ਕੱਸਾ ਸੀ, ਉਹ ਅਸੀਂ ਹੁਣ ਖੋਲ੍ਹ ਦਿੱਤਾ ਹੈ। ਇਸ ਤਖਤ ਸਾਹਿਬ ਜੀ ਦੇ ਉੱਤੇ ਅਸੀਂ ਆ ਕੇ ਇਸ ਸਥਾਨ ਤੇ ਬਿਰਾਜਮਾਨ ਹੋਏ ਹਾਂ। ਇੱਥੇ ਕੁਝ ਸਮਾਂ ਆਰਾਮ ਔਰ ਇਕਾਂਤ ਵਿੱਚ ਰਹਾਂਗੇ ਔਰ ਇੱਥੇ ਤੁਹਾਡੇ ਨਾਲ ਕੀਤਾ ਹੋਇਆ ਜਿਹੜਾ ਕੌਲ ਹੈ, ਬਚਨ ਹੈ, ਇਕਰਾਰ ਹੈ, ਪੂਰਾ ਕਰਾਂਗੇ। ਸਤਿਗੁਰੂ ਜੀ ਨੇ ਉਹ ਬਚਨ ਪੂਰਾ ਕਰਨ ਵਾਸਤੇ 1762 ਬਿਕਰਮੀ ਸੰਮਤ 1705 ਈਸਵੀ ਨੂੰ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੀ ਅਗਵਾਈ ਵਿੱਚ 25 ਸਿੰਘਾਂ ਦਾ ਜੱਥਾ ਸ੍ਰੀ ਕਰਤਾਰਪੁਰ ਸਾਹਿਬ ਜੋ ਦੁਆਬੇ ਵਿੱਚ ਆ, ਉੱਥੇ ਸਤਿਗੁਰੂ ਜੀ ਨੇ ਭੇਜਿਆ ਔਰ ਆਗਿਆ ਕੀਤੀ ਕਿ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਪਵਿੱਤਰ ਸਰੂਪ ਪੰਚਮ ਪਾਤਸ਼ਾਹ ਜੀ ਨੇ, ਧੰਨ ਗੁਰੂ ਅਰਜਨ ਦੇਵ ਜੀ ਨੇ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਭਾਈ ਗੁਰਦਾਸ ਜੀ ਤੋਂ ਜਿਹੜੇ ਸਰੂਪ ਲਿਖਵਾਏ ਸਨ, ਉਹ ਸਰੂਪ ਧੀਰਮਲੀਆਂ ਕੋਲੋਂ ਲੈ ਕੇ ਆਓ ਤਾਂ ਕਿ ਉਹਦੇ ਵਿੱਚ 9ਵੇਂ ਪਾਤਸ਼ਾਹ ਜੀ ਦੀ ਬਾਣੀ ਸ਼ਾਮਲ ਕਰ ਦਿੱਤੀ ਜਾਏ ਔਰ ਸਾਰੀ ਗੁਰਬਾਣੀ ਗੁਰਸਿੱਖਾਂ ਨੂੰ ਇੱਕ ਓੰਕਾਰ ਤੋਂ ਲੈ ਕੇ 18, 10, 20 ਤੱਕ ਗੁਰਬਾਣੀ ਦਾ ਸ਼ੁੱਧ ਉਚਾਰਨ ਕਰਨਾ ਸਿਖਾਈਏ, ਨਾਲ ਗੁਰਬਾਣੀ ਦੇ ਅਰਥ ਪੜ੍ਹਾਈਏ। ਇਸ ਕਰਕੇ ਉਹ ਸਰੂਪ ਸਤਿਗੁਰੂ ਜੀ ਦੇ ਸਮੇਂ ਦੀ ਆਦ ਬੀੜ ਹੈ। ਆਦ ਬੀੜ ਤੋਂ ਭਾਵ ਜਿਹੜਾ ਸਭ ਤੋਂ ਪਹਿਲਾ ਸਰੂਪ ਤਿਆਰ ਕਰਵਾਇਆ ਗਿਆ, ਸਭ ਤੋਂ ਪਹਿਲੀ ਬੀੜ ਧੰਨ ਗੁਰੂ ਅਰਜਨ ਦੇਵ ਜੀ ਨੇ ਲਿਖਵਾਈ, ਉਹ ਸਰੂਪ ਲੈ ਕੇ ਆਓ। ਜਦੋਂ ਭਾਈ ਮਨੀ ਸਿੰਘ ਜੀ 25 ਸਿੰਘਾਂ ਦਾ ਜੱਥਾ ਨਾਲ ਲੈ ਕੇ ਗਏ, ਅੱਜ ਤਾਂ ਸਾਧ ਸੰਗਤ ਜੀ 5 ਸਿੰਘ ਵੀ ਕਈ ਵਾਰੀ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨਾਲ ਜਾਣ ਲਈ ਤਿਆਰ ਨਹੀਂ ਹੁੰਦੇ, ਪਰ ਸਤਿਗੁਰਾਂ ਨੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕਿੰਨਾ ਸਨਮਾਨ ਅਦਬ ਸਤਿਕਾਰ ਕਰਨਾ ਸਿਖਾਇਆ ਕਿ 25 ਸਿੰਘਾਂ ਨੂੰ ਸਤਿਗੁਰੂ ਜੀ ਨੇ ਉਹ ਸਰੂਪ ਸਤਿਗੁਰੂ ਗੁਰੂ ਅਰਜਨ ਦੇਵ ਜੀ ਦੇ ਦੁਆਰਾ ਤਿਆਰ ਕਰਵਾਏ ਹੋਏ ਸਰੂਪ ਨੂੰ ਲਿਆਉਣ ਵਾਸਤੇ 25 ਸਿੰਘਾਂ ਦਾ ਜੱਥਾ ਭੇਜਿਆ ਸੀ ਕਿ 25 ਸਿੰਘ ਉਹ ਸਰੂਪ ਅਦਬ ਸਤਿਕਾਰ ਨਾਲ ਲੈ ਕੇ ਆਉਣ। ਸਤਿਗੁਰੂ ਦੀ ਗੁਰਬਾਣੀ ਦਾ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇੰਨਾ ਅਦਬ ਸਤਿਕਾਰ ਆਪ ਕਰਦੇ ਸਨ। ਸਾਧ ਸੰਗਤ ਜੀ, ਘੱਟ ਤੋਂ ਘੱਟ ਜਦੋਂ ਵੀ ਕਿਸੇ ਗੁਰੂ ਘਰ ਤੋਂ ਆਪਣੇ ਘਰ ਵਿੱਚ ਜਾਂ ਘਰੋਂ ਗੁਰੂ ਘਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਲਿਆਉਣੇ ਹੋਣ ਤਾਂ ਘੱਟ ਤੋਂ ਘੱਟ 5 ਸਿੰਘ ਤਿਆਰ ਬਰ ਤਿਆਰ ਅੰਮ੍ਰਿਤਧਾਰੀ ਗੁਰੂ ਕੇ ਸਿੱਖ ਸਤਿਗੁਰੂ ਜੀ ਦੇ ਸਰੂਪ ਦੇ ਨਾਲ ਹੋਣੇ ਚਾਹੀਦੇ ਆ ਸੇਵਾ ਵਿੱਚ। ਇਹ ਸਤਿਗੁਰੂ ਜੀ ਦਾ ਹੁਕਮ ਹੈ ਸਾਡੇ ਵਾਸਤੇ। ਜਦੋਂ ਭਾਈ ਮਨੀ ਸਿੰਘ ਜੀ ਕਰਤਾਰਪੁਰ ਸਾਹਿਬ ਗਏ ਤਾਂ ਉਸ ਵਕਤ ਧੀਰਮਲੀਆਂ ਨੂੰ ਸਤਿਗੁਰੂ ਜੀ ਦਾ ਹੁਕਮ ਸੁਣਾਇਆ। ਧੀਰਮਲੀਆਂ ਨੇ ਈਰਖਾ ਵਿੱਚ ਆ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਦੇਣ ਤੋਂ ਇਨਕਾਰ ਕਰ ਦਿੱਤਾ। ਉਲਟਾ ਇਹ ਤਰਕ ਮਾਰੀ, ਕਹਿਣ ਲੱਗੇ ਜੇ ਦਸਮ ਪਾਤਸ਼ਾਹ ਜੀ ਨੂੰ ਤੁਸੀਂ ਗੁਰੂ ਨਾਨਕ ਸਾਹਿਬ ਦੀ 10ਵੀਂ ਜੋਤ ਮੰਨਦੇ ਹੋ ਕਿ ਉਹੀ ਧੰਨ ਗੁਰੂ ਨਾਨਕ ਸਾਹਿਬ ਦੀ ਜੋਤ ਦਸਮ ਪਾਤਸ਼ਾਹ ਜੀ ਹਨ, ਧੰਨ ਗੁਰੂ ਅਰਜਨ ਦੇਵ ਜੀ ਦਾ ਸਰੂਪ 10ਵੇਂ ਪਾਤਸ਼ਾਹ ਜੀ ਹਨ, ਤਾਂ ਫਿਰ ਆਪ ਬਾਣੀ ਕਿਉਂ ਨਹੀਂ ਉਚਾਰ ਲੈਂਦੇ? ਜੇ ਗੁਰੂ ਨਾਨਕ ਸਾਹਿਬ ਦੀ ਜੋਤ ਹੈ, ਗੁਰੂ ਅਰਜਨ ਦੇਵ ਜੀ ਦੀ ਜੋਤ ਹੈ, ਦਸਮ ਪਾਤਸ਼ਾਹ ਜੋਤ 오ਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀ ਹੈ, ਫਿਰ ਉਹ ਬਾਣੀ ਵੀ ਰਚ ਸਕਦੇ ਜੇ ਉਹਨਾਂ ਦੀ ਗੁਰਤਾ ਗੱਦੀ ਤੇ ਸੁਭਾਏਮਾਨ ਹੈ।
ਗੁਰਤਾ ਗੱਦੀ ਦੇ ਮਾਲਕ ਹੈ ਤਾਂ ਬਾਣੀ ਵੀ ਉਹ ਰਚ ਹੀ ਸਕਦੇ ਆ। ਸਾਡੇ ਕੋਲੋਂ ਸਾਡੇ ਵੱਡਿਆਂ ਦੀ ਵਸਤੂ ਕਿਉਂ ਮੰਗਾਉਂਦੇ ਆ, ਕਿਉਂ ਲੈਣੀ ਚਾਹੁੰਦੇ ਆ? ਇਸ ਕਰਕੇ ਅਸੀਂ ਇਹ ਸਰੂਪ ਨਹੀਂ ਦੇਣਾ। ਉਹਨਾਂ ਦੇ ਇਨਕਾਰ ਕਰਨ ਤੋਂ ਭਾਈ ਮਨੀ ਸਿੰਘ ਜੀ ਵਾਪਸ ਇਸੇ ਤਖਤ ਸਾਹਿਬ ਜੀ ਤੇ ਆਏ, ਸਾਰਾ ਬਿਰਤਾਂਤ ਦੱਸਿਆ। ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਮੁਸਕਰਾਏ, ਮੁਸਕਰਾ ਕੇ ਕਹਿਣ ਲੱਗੇ, ਗੁਰਸਿੱਖੋ, ਇਹੋ ਜਿਹੀਆਂ ਸ਼ੰਕਾਵਾਂ ਆਉਣ ਵਾਲੇ ਸਮੇਂ ਵਿੱਚ ਵੀ ਕੁਝ ਲੋਕ ਕਰਿਆ ਕਰਨਗੇ ਕਿ ਗੁਰੂ ਨਾਨਕ ਸਾਹਿਬ ਹੋਰ ਸਨ, ਦਸਮ ਪਾਤਸ਼ਾਹ ਹੋਰ ਸਨ, ਕਿ ਗੁਰੂ ਨਾਨਕ ਸਾਹਿਬ ਵਿੱਚ ਬਾਣੀ ਰਚਣ ਦੀ ਸ਼ਕਤੀ ਸੀ, ਗੁਰੂ ਅੰਗਦ ਦੇਵ ਜੀ ਵਿੱਚ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ ਵਿੱਚ, ਪਰ ਧੰਨ ਦਸਮ ਪਾਤਸ਼ਾਹ ਬਾਣੀ ਨਹੀਂ ਰਚ ਸਕਦੇ ਸਨ। ਇਸ ਕਰਕੇ ਗੁਰੂ ਨਾਨਕ ਸਾਹਿਬ ਤੇ ਦਸਮ ਪਾਤਸ਼ਾਹ ਦਾ ਬਹੁਤ ਅੰਤਰ ਅਤੇ ਫਰਕ ਹੈ। ਇਹ ਸ਼ੰਕਾਵਾਂ ਆਉਣ ਵਾਲੇ ਸਮਿਆਂ ਵਿੱਚ ਲੋਕਾਂ ਨੇ ਕਰਿਆ ਕਰਨੀਆਂ ਸੀ। ਇਸ ਲਈ ਗੁਰੂ ਇੱਕ ਸਰੂਪ ਹੈ। ਜਾਮਾ ਸਰਗੁਣ ਰੂਪ ਦੇ ਵਿੱਚ ਵੱਖ-ਵੱਖ ਰੂਪਾਂ ਦੇ ਵਿੱਚ ਬਦਲਦਾ, ਜਿਵੇਂ ਪਾਇਆ ਹੋਇਆ ਚੋਲਾ ਵੱਖ-ਵੱਖ ਸਮਿਆਂ 'ਤੇ ਬਦਲਿਆ ਜਾਂਦਾ, ਇਸੇ ਤਰ੍ਹਾਂ ਸਰੀਰ ਰੂਪ ਜਾਮੇ 10 ਜਾਮੇ ਹੈ, ਪਰ ਗੁਰੂ ਜੋਤ ਇੱਕੋ ਹੀ ਗੁਰੂ ਜੋਤੀ ਹੈ। ਇਸ ਲਈ ਸ਼ੰਕਾ ਮੇਟਣ ਵਾਸਤੇ ਅਸੀਂ ਇਹ ਸਾਰਾ ਕੌਤਕ ਰਚਿਆ ਸੀ। ਤੁਹਾਡਾ ਨਿਸ਼ਚਾ ਗੁਰੂ ਸਰੂਪ ਦਸਾਂ ਪਾਤਸ਼ਾਹੀਆਂ 'ਤੇ ਅਟੁੱਟ ਬਣਿਆ ਰਹੇ, ਸਾਨੂੰ ਪਤਾ ਸੀ, ਪਰ ਅਸੀਂ ਇਹ ਸਾਰੀਆਂ ਸ਼ੰਕਾਵਾਂ ਨੂੰ ਮੇਟਣ ਵਾਸਤੇ ਸਾਰਾ ਕੌਤਕ ਆਪਣੀ ਇੱਛਾ ਨਾਲ ਰਚਾਇਆ। ਤੋ ਸਤਿਗੁਰੂ ਮਹਾਰਾਜ ਜੀ ਨੇ ਬਚਨ ਕਰਨ ਤੋਂ ਉਪਰੰਤ ਸਾਧ ਸੰਗਤ ਜੀ ਅਮਰ ਸ਼ਹੀਦ ਧੰਨ ਬਾਬਾ ਦੀਪ ਸਿੰਘ ਜੀ ਨੂੰ, ਕਿਉਂਕਿ ਬਾਬਾ ਦੀਪ ਸਿੰਘ ਜੀ ਨੇ 17-18 ਸਾਲ ਦੀ ਉਮਰ ਦੇ ਵਿੱਚ ਦਸਮ ਪਾਤਸ਼ਾਹ ਜੀ ਤੋਂ ਸ੍ਰੀ ਅਨੰਦਪੁਰ ਸਾਹਿਬ ਆਪ ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। ਔਰ ਜਦੋਂ ਜੰਗ ਯੁੱਧ ਆਰੰਭ ਹੋਏ ਤਾਂ ਦਸਮ ਪਾਤਸ਼ਾਹ ਜੀ ਨੇ ਬਾਬਾ ਦੀਪ ਸਿੰਘ ਜੀ ਨੂੰ ਉਹਨਾਂ ਦੇ ਨਗਰ, ਜੋ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਨੇੜੇ ਪਿੰਡ ਪਹੂਵਿੰਡ ਕਰਕੇ ਪ੍ਰਸਿੱਧ ਹੈ, ਇਹ ਬਾਬਾ ਜੀ ਦਾ ਜਨਮ ਨਗਰ ਪਹੂਵਿੰਡ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਜੀ ਦੇ ਵਿੱਚ ਹੈ। ਔਰ ਬਾਬਾ ਜੀ ਦੇ ਪਿਤਾ ਬਾਬਾ ਭਗਤਾ ਸਿੰਘ ਜੀ, ਮਾਤਾ ਜਿਉਣ ਕੌਰ ਜੀ ਸਨ। ਸਤਿਗੁਰਾਂ ਨੇ ਮਾਤਾ ਪਿਤਾ ਪਾਸ ਵਾਪਸ ਭੇਜ ਦਿੱਤਾ ਸੀ ਕਿ ਤੁਸੀਂ ਆਪਣੇ ਮਾਤਾ ਪਿਤਾ ਦੀ ਜਾ ਕੇ ਸੇਵਾ ਕਰੋ ਔਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਕਰਿਆ ਕਰੋ, ਉੱਥੇ ਸੇਵਾਵਾਂ ਕਰਿਆ ਕਰੋ, ਸਮਾਂ ਆਏਗਾ ਅਸੀਂ ਤੁਹਾਨੂੰ ਆਪ ਸੱਦਾਂਗੇ। ਤੋ ਬਾਬਾ ਦੀਪ ਸਿੰਘ ਜੀ ਨੂੰ ਉਹਨਾਂ ਦੇ ਨਗਰ ਤੋਂ ਇੱਕ ਸਿੰਘ ਨੂੰ ਭੇਜ ਕੇ ਇਸੇ ਸਥਾਨ ਤੇ ਬੁਲਾਇਆ ਗਿਆ। ਔਰ ਸਤਿਗੁਰਾਂ ਨੇ ਬਾਬਾ ਦੀਪ ਸਿੰਘ ਜੀ, ਕਿਉਂਕਿ ਉਮਰ ਵਿੱਚ ਧੰਨ ਭਾਈ ਮਨੀ ਸਿੰਘ ਜੀ ਤੋਂ ਬਾਬਾ ਦੀਪ ਸਿੰਘ ਜੀ ਸਰੀਰਕ ਅਵਸਥਾ ਕਰਕੇ, ਉਮਰ ਕਰਕੇ ਵੱਡੇ ਸਨ, ਤੋ ਬਾਬਾ ਜੀ ਦੀ ਡਿਊਟੀ ਲਾਈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਲਈ ਸਾਰੇ ਅੰਗਾਂ ਦੀ ਤਿਆਰੀ ਕਰੋ। ਕਾਗਜ਼ ਮੰਗਾਇਆ ਗਿਆ, ਅੰਗਾਂ ਦੀ ਤਿਆਰੀ ਕੀਤੀ ਗਈ, ਸਿਆਹੀ ਦੀ ਸਾਰੀ ਸੇਵਾ ਬਾਬਾ ਦੀਪ ਸਿੰਘ ਜੀ ਨੇ ਤਿਆਰ ਕੀਤੀ। ਕਲਮਾਂ ਘੜੀਆਂ ਔਰ 1762 ਬਿਕਰਮੀ ਸੰਮਤ 1705 ਈਸਵੀ ਨੂੰ ਜਦੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਅਵਤਾਰ ਦਿਹਾੜਾ ਕੱਤਕ ਸੁਦੀ ਪੂਰਨਮਾਸ਼ੀ ਦਾ ਇਸੇ ਸਥਾਨ ਤੇ ਮਨਾਇਆ ਗਿਆ, ਤਾਂ ਸਤਿਗੁਰਾਂ ਨੇ ਆਪ ਸੱਚੇ ਪਾਤਸ਼ਾਹ ਜੀ ਨੇ ਕੜਾਹ ਪ੍ਰਸ਼ਾਦ ਦੀ ਦੇਗ ਕਰਾ ਕੇ ਦੀਵਾਨ ਵਿੱਚ ਅਰਦਾਸਾ ਸੁਖਵਾਇਆ। ਔਰ ਅੰਮ੍ਰਿਤ ਵੇਲੇ ਕੱਤਕ ਸੁਦੀ ਪੂਰਨਮਾਸ਼ੀ ਨੂੰ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਅਵਤਾਰ ਗੁਰਪੁਰਬ ਵਾਲੇ ਦਿਨ ਇਹ ਗੁਰਬਾਣੀ ਸਤਿਗੁਰੂ ਜੀ ਇਸੇ ਤਖਤ ਸਾਹਿਬ ਜੀ ਦੇ ਉੱਤੇ, ਜਿੱਥੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਪ੍ਰਕਾਸ਼ ਹੈ, ਇੱਥੇ ਸਤਿਗੁਰੂ ਜੀ ਚੌਂਕੜਾ ਮਾਰ ਕੇ ਸਮਾਧੀ ਵਿੱਚ ਬੈਠ ਜਾਂਦੇ ਔਰ ਭਾਈ ਮਨੀ ਸਿੰਘ ਜੀ ਨੂੰ ਗੁਰਬਾਣੀ ਲਿਖਣ ਦੀ ਸੇਵਾ ਲਾਈ। ਔਰ ਬਾਬਾ ਦੀਪ ਸਿੰਘ ਜੀ ਨੂੰ ਭਾਈ ਮਨੀ ਸਿੰਘ ਜੀ ਦਾ ਸਹਾਇਕ, ਕਲਮਾਂ ਘੜ ਕੇ ਦੇਣੀਆਂ, ਸਿਆਹੀ ਤਿਆਰ ਕਰਕੇ ਦੇਣੀ, ਸਾਰੇ ਅੰਗ ਤਿਆਰ ਕਰਕੇ ਹਾਜ਼ਰ ਕਰਨੇ, ਔਰ ਨਾਲ ਸਿਆਹੀ ਵੀ, ਕਲਮਾਂ ਵੀ, ਔਰ ਅੰਗਾਂ ਦੀ ਤਿਆਰੀ ਦੇ ਨਾਲ ਲਿਖਤ ਵਿੱਚ ਵੀ ਨਾਲ ਸਹਿਯੋਗ ਕਰਨਾ। ਇਹ ਸੇਵਾਵਾਂ ਭਾਈ ਮਨੀ ਸਿੰਘ ਜੀ ਦੇ ਨਾਲ ਬਾਬਾ ਦੀਪ ਸਿੰਘ ਜੀ ਦੀਆਂ ਲਾਈਆਂ ਗਈਆਂ। ਔਰ 48 ਸਿੰਘਾਂ ਨੂੰ ਸਤਿਗੁਰੂ ਜੀ ਨੇ ਇੱਥੇ ਹੀ ਆਪਣੇ ਦੀਵਾਨ ਵਿੱਚ ਬਿਠਾ ਕਰਕੇ ਆਪਣੀ ਹਜ਼ੂਰੀ ਵਿੱਚ
ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਅਵਤਾਰ ਗੁਰਪੁਰਬ ਵਾਲੇ ਦਿਨ ਅੰਮ੍ਰਿਤ ਵੇਲੇ ਕੰਠੋਂ ਜ਼ੁਬਾਨੀ ਗੁਰਬਾਣੀ ਉਚਾਰਨ ਪ੍ਰਾਰੰਭ ਕੀਤੀ। ਸਤਿਗੁਰੂ ਜੀ ਅੰਮ੍ਰਿਤ ਵੇਲੇ ਸਵਾ ਪਹਿਰ ਪੂਰਾ ਲਗਾਤਾਰ ਸਤਿਗੁਰੂ ਜੀ ਗੁਰਬਾਣੀ ਉਚਾਰਦੇ ਔਰ ਭਾਈ ਮਨੀ ਸਿੰਘ ਜੀ ਸਾਰੀ ਗੁਰਬਾਣੀ ਜਿੰਨੀ ਸਤਿਗੁਰੂ ਜੀ ਉਚਾਰਦੇ ਆਪਣੇ ਹਸਤ ਕਮਲਾਂ ਨਾਲ ਲਿਖਦੇ ਔਰ ਸਾਰੇ ਸਿੰਘ ਬੈਠ ਕੇ ਗੁਰਬਾਣੀ ਦਾ ਸ਼ੁੱਧ ਉਚਾਰਨ ਸਤਿਗੁਰਾਂ ਦੇ ਮੁਖਾਰ ਬਿੰਦ ਤੋਂ ਸੁਣਿਆ ਕਰਦੇ ਔਰ ਬਾਅਦ ਦੁਪਹਿਰ ਪਿਛਲੇ ਪਹਿਰ ਉਸੇ ਗੁਰਬਾਣੀ ਦੇ ਅਰਥ ਇਸੇ ਤਖਤ ਸਾਹਿਬ ਜੀ ਦੇ ਉੱਤੇ ਸੱਜ ਕੇ ਸਤਿਗੁਰੂ ਜੀ 48 ਸਿੰਘਾਂ ਨੂੰ ਆਪਣੇ ਮੁਖਾਰ ਬਿੰਦ ਤੋਂ ਸੁਣਾਇਆ ਕਰਦੇ ਅਤੇ ਹੋਰ ਸੰਗਤਾਂ ਵੀ ਉਹ ਗੁਰਬਾਣੀ ਦੇ ਅਰਥ ਨਾਲ ਨਾਲ ਸੁਣਿਆ ਕਰਦੀਆਂ ਸਨ। ਇਉਂ ਸਾਧ ਸੰਗਤ ਜੀ 9 ਮਹੀਨੇ 9 ਦਿਨ 9 ਘੜੀਆਂ 9 ਪਲਾਂ ਦੇ ਸਮੇਂ ਵਿੱਚ ਅੱਜ ਦੇ ਦਿਨ ਤੇ 1763 ਬਿਕਰਮੀ ਸੰਮਤ 1706 ਈਸਵੀ 23 ਸਾਵਣ, ਅੱਜ 23 ਸਾਵਣ ਦਾ ਦਿਹਾੜਾ ਹੈ। 23 ਸਾਵਣ ਵਾਲੇ ਦਿਨ ਇੱਕ ਓਅੰਕਾਰ ਤੋਂ ਲੈ ਕੇ 18-10-20 ਤੱਕ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਸੰਪੂਰਨਤਾ ਹੋਈ। ਨਾਲ ਗੁਰਬਾਣੀ ਦੀ ਜੋ ਕਥਾ ਸਤਿਗੁਰਾਂ ਨੇ ਲੜੀਵਾਰ ਪ੍ਰਾਰੰਭ ਕੀਤੀ ਹੋਈ ਸੀ ਉਹ ਨਾਲ ਕਥਾ ਵੀ ਸਤਿਗੁਰੂ ਜੀ ਨੇ ਸੰਪੂਰਨ ਕੀਤੀ। ਇਸ ਕਰਕੇ ਗੁਰਬਾਣੀ ਦਾ ਸਰੂਪ ਜਦੋਂ ਸੰਪੂਰਨ ਹੋਇਆ ਤਾਂ ਉਸ ਵਕਤ ਸਤਿਗੁਰੂ ਜੀ ਨੇ ਇਸ ਅਸਥਾਨ ਤੇ ਤਖਤ ਸਾਹਿਬ ਜੀ ਤੇ 25 ਸਿੰਘਾਂ ਨੂੰ ਆਪ ਸੇਵਾ ਵਿੱਚ ਲਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨ ਅਖੰਡ ਪਾਠ ਕਰਵਾਇਆ। ਔਰ ਸਾਧ ਸੰਗਤ ਜੀ ਸਾਰਾ ਅਖੰਡ ਪਾਠ ਹਜੂਰ ਨੇ ਇੱਕ ਚੌਂਕੜੇ ਵਿੱਚ ਬੈਠ ਕੇ ਆਪ ਸਾਰਾ ਗੁਰੂ ਕੀ ਬਾਣੀ ਦਾ ਅਖੰਡ ਪਾਠ ਸਾਹਿਬ ਇਸ ਤਖਤ ਸਾਹਿਬ ਵਿਖੇ ਸੁਣਿਆ। ਔਰ 48 ਸਿੰਘਾਂ ਨੇ ਵੀ ਜਿਹੜੇ ਸੇਵਾ ਤੋਂ ਇਲਾਵਾ ਬਾਕੀ ਦੇ ਸਿੰਘ ਸਨ ਉਹਨਾਂ ਨੇ ਵੀ ਸਾਰਾ ਅਖੰਡ ਪਾਠ ਸਾਹਿਬ ਵਾਰੀ-ਵਾਰੀ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਬੈਠ ਕੇ ਸੁਣਦੇ ਰਹੇ। ਇਉਂ ਸਾਧ ਸੰਗਤ ਜੀ ਭੋਗ ਦੇ ਸਮੇਂ ਜੋ ਸ਼੍ਰੀ ਮੁਖਵਾਕ ਆਏ ਸਨ, ਟੋਡੀ ਮਹੱਲਾ ਪੰਜਵਾ, ਸਤਿਗੁਰ ਆਇਓ ਸਰਣ ਤੁਹਾਰੀ, ਮਿਲੈ ਸੂਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ। ਇਹ ਸ਼੍ਰੀ ਮੁਖਵਾਕ ਉਦੋਂ ਆਏ ਸਨ ਜੋ ਸਾਡੇ ਪ੍ਰਾਤਨ ਇਤਿਹਾਸਕ ਸਰੋਤ ਗ੍ਰੰਥਾਂ ਦੇ ਵਿੱਚ ਇਹ ਵਰਣਨ ਮਿਲਦਾ ਹੈ ਕਿ ਉਦੋਂ ਟੋਡੀ ਰਾਗ ਵਿੱਚੋਂ ਸ਼੍ਰੀ ਮੁਖਵਾਕ ਸਤਿਗੁਰੂ ਜੀ ਦੀ ਸੰਪੂਰਨਤਾ, ਗੁਰਬਾਣੀ ਦੀ ਸੰਪੂਰਨਤਾ ਵੇਲੇ, ਅਖੰਡ ਪਾਠ ਸਾਹਿਬ ਜੀ ਦੀ ਸੰਪੂਰਨਤਾ ਵੇਲੇ ਅਰਦਾਸ ਤੋਂ ਉਪਰੰਤ ਇਹ ਸ਼੍ਰੀ ਮੁਖਵਾਕ ਆਏ ਸਨ। ਔਰ ਉਸ ਤੋਂ ਉਪਰੰਤ ਸਤਿਗੁਰੂ ਮਹਾਰਾਜ ਜੀ ਨੇ ਅੱਜ ਦੇ ਦਿਨ ਹੀ ਧੰਨ ਬਾਬਾ ਦੀਪ ਸਿੰਘ ਜੀ, ਭਾਈ ਮਨੀ ਸਿੰਘ ਜੀ ਨੂੰ ਆਪਣੇ ਪਾਸ ਬੁਲਾਇਆ, ਕਿਉਂਕਿ ਜਿੰਨੇ 48 ਦੇ 48 ਸਿੰਘ ਸਨ ਸਾਰੇ ਗੁਰਬਾਣੀ ਦਾ ਪਾਠ, ਗੁਰਬਾਣੀ ਦੇ ਅਰਥ ਸਤਿਗੁਰਾਂ ਤੋਂ ਸੁਣ ਕੇ ਉਹਨਾਂ ਨੂੰ ਬਦੇਹ ਮੁਕਤੀ ਦੀ ਦਾਤ ਪ੍ਰਾਪਤ ਹੋਈ। ਕਈ ਸਾਧ ਸੰਗਤ ਜੀ ਐਸੀ ਗੱਲ ਵੀ ਕਰ ਜਾਂਦੇ ਆ, ਆਖੇ ਉਹ 48 ਸਿੰਘ ਜੰਗਲਾਂ ਨੂੰ ਚਲੇ ਗਏ। ਬਦੇਹ ਮੁਕਤੀ ਦਾ ਇਹ ਮਤਲਬ ਨਹੀਂ ਕਿ ਜੰਗਲਾਂ ਨੂੰ ਦੌੜ ਜਾਣਾ। ਬਦੇਹ ਮੁਕਤੀ ਦਾ ਮਤਲਬ ਹੈ ਕਿ ਦੇਹ ਤੋਂ ਪਰੇ ਹੋ ਜਾਣਾ, ਉਹ ਅਵਸਥਾ ਪ੍ਰਾਪਤ ਹੋ ਜਾਣੀ। ਅੰਤਰ ਸੁਨੰ ਬਾਹਰ ਸੁਨੰ, ਤਿਰ ਭਵਨ ਸੁਨ ਮਸੁਨੰ, ਚੌਥਾ ਸੁਨੈ ਜੋ ਨਰ ਜਾਣੈ ਤਾ ਕੋ ਪਾਪ ਨਾ ਪੁੰਨ। ਜਿੱਥੇ ਦੇਹ ਦਾ ਵੀ ਖਿਆਲ ਨਾ ਰਹੇ, ਦੇਹ ਤੋਂ ਵੀ ਸਿੱਖ ਪਰੇ ਚਲਿਆ ਗਿਆ, ਦੇਹ ਤੋਂ ਵੀ ਉੱਤੇ ਉੱਠ ਗਿਆ, ਦੇਹ ਦਾ ਵੀ ਚਿੱਤ ਚੇਤਾ ਨਹੀਂ ਹੈ, ਐਸੀ ਜਿਹੜੀ ਅਵਸਥਾ ਹੈ। ਗੁਰੂ ਘਰ ਵਿੱਚ 3 ਤਰ੍ਹਾਂ ਦੀ ਮੁਕਤੀ ਹੈ। ਇੱਕ ਬਦੇਹ ਮੁਕਤੀ ਹੈ, ਇੱਕ ਕੈਵਲ ਮੁਕਤੀ ਹੈ, ਇੱਕ ਜੀਵਨ ਮੁਕਤੀ ਹੈ ਸਾਧ ਸੰਗਤ ਜੀ। ਔਰ ਤਿੰਨੇ ਤਰ੍ਹਾਂ ਦੀਆਂ ਮੁਕਤੀਆਂ ਵਾਲੇ ਗੁਰਸਿੱਖ ਗੁਰੂ ਘਰ ਵਿੱਚ ਹੋਏ ਹੈ। ਭਾਈ ਰਾਮ ਕੋਇਰ ਜੀ ਜੋ 10ਵੇਂ ਪਾਤਸ਼ਾਹ ਜੀ ਦੇ ਸਿੱਖ ਸਨ, ਜਿਨ੍ਹਾਂ ਨੇ 48 ਸਿੰਘਾਂ ਵਿੱਚ ਇੱਥੇ ਸਾਰੇ ਅਰਥ ਸਤਿਗੁਰੂ ਜੀ ਦੇ ਮੁਖਾਰ ਬਿੰਦ ਤੋਂ ਸੁਣੇ ਅਤੇ ਪੜ੍ਹੇ, ਜਿਨ੍ਹਾਂ ਨੂੰ ਸਤਿਗੁਰੂ ਜੀ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਨਾਮ ਭਾਈ ਗੁਰਬਖਸ਼ ਸਿੰਘ ਰੱਖਿਆ, ਉਹ ਵੀ ਬਦੇਹ ਮੁਕਤ ਗੁਰਸਿੱਖ ਹੋਏ ਹੈ। ਸੋ ਇਸ ਕਰਕੇ ਬਦੇਹ ਮੁਕਤੀ ਦੇਹ ਤੋਂ ਪਰੇ ਹੋ ਜਾਣਾ, ਜਿੱਥੇ ਦੇਹ ਦੀ ਕਿਰਿਆ ਦਾ ਵੀ ਧਿਆਨ ਨਾ ਰਹੇ,
ਖਿਆਲ ਨਾ ਰਹੇ। ਖਾਣਾ ਪੀਣਾ, ਪਹਿਨਣਾ, ਇਸ਼ਨਾਨ ਕਰਨਾ ਇਹ ਦੂਸਰੇ ਸਿੱਖਾਂ 'ਤੇ ਨਿਰਭਰ ਹੋ ਜਾਂਦਾ। ਐਸੀ ਅਰੂੜ ਅਵਸਥਾ ਦਾ ਨਾਮ ਹੈ ਵਿਦੇਹ ਮੁਕਤੀ, ਦੇਹ ਤੋਂ ਪਰੇ ਹੋ ਜਾਣਾ। ਔਰ ਜੀਵਨ ਮੁਕਤ ਜਿਹੜਾ ਹੈ ਉਹ ਜੀਵਨ ਮੁਕਤੀ ਦਾ ਆਨੰਦ ਵੀ ਮਾਣਦਾ ਤੇ ਪਰ ਉਪਕਾਰ ਵੀ ਕਰਦਾ ਹੈ। ਕੇਵਲ ਮੁਕਤੀ ਦਾ ਜਿਹੜਾ ਅਧਿਕਾਰੀ ਗੁਰਸਿੱਖ ਹੈ ਵਾਹਿਗੁਰੂ ਵਿੱਚ ਲੀਨ ਹੋ ਜਾਂਦਾ ਹੈ, ਕੇਵਲ ਇੱਕ ਉਹਦਾ ਰੂਪ ਬਣ ਜਾਂਦਾ ਹੈ। ਇਸ ਕਰਕੇ ਸਾਧ ਸੰਗਤ ਜੀ, ਵੈਸੇ ਤਾਂ ਬੈਕੁੰਠ ਲੋਕ ਦੀਆਂ 4 ਮੁਕਤੀਆਂ ਹੋਰ ਵੀ ਮੰਨੀਆਂ ਹਨ, ਸ਼ਲੋਕ, ਸਰੂਪ, ਸਮੀਪ ਔਰ ਸੁਜੁੱਡ। ਪਰ ਇਹਨਾਂ ਤੋਂ ਇਲਾਵਾ ਇਹ 3 ਮੁਕਤੀਆਂ ਜਿਹੜੀਆਂ ਗੁਰੂ ਘਰ ਦੇ ਵਿੱਚ ਮੰਨੀਆਂ ਹਨ। ਸੋ ਬਾਕੀ ਦੇ ਸਿੰਘਾਂ ਨੂੰ ਵਿਦੇਹ ਮੁਕਤੀ ਦਾ ਆਨੰਦ ਪ੍ਰਾਪਤ ਹੋਇਆ, ਪਰ ਕਲਗੀਧਰ ਪਾਤਸ਼ਾਹ ਜੀ ਨੇ ਬਾਬਾ ਦੀਪ ਸਿੰਘ ਜੀ, ਭਾਈ ਮਨੀ ਸਿੰਘ ਜੀ ਨੂੰ ਆਪਣੇ ਪਾਸ ਬੁਲਾ ਕੇ ਆਗਿਆ ਕੀਤੀ ਕਿ ਜਿਹੜੀ ਗੁਰਬਾਣੀ ਦੀ ਸ਼ੁੱਧ ਸੰਥਿਆ, ਸ਼ੁੱਧ ਪਾਠ ਅਤੇ ਅਰਥ ਸਾਡੇ ਕੋਲੋਂ ਪੜ੍ਹੇ ਹੈ, ਇਹ ਖਾਲਸੇ ਵਿੱਚ ਵੀ ਅੱਗੇ ਪੀੜ੍ਹੀ ਦਰ ਪੀੜ੍ਹੀ ਪ੍ਰਚਲਿਤ ਰੱਖਣੇ ਹੈ, ਇਹ ਇੱਥੇ ਹੀ ਨਾ ਰਹਿ ਜਾਣ। ਇਸ ਕਰਕੇ ਤੁਸੀਂ ਆਉਣ ਵਾਲੇ ਸਮੇਂ ਵਿੱਚ ਸਿੰਘਾਂ ਨੂੰ ਗੁਰਬਾਣੀ ਦਾ ਸ਼ੁੱਧ ਪਾਠ ਅਤੇ ਅਰਥ ਪੜ੍ਹਾਉਣੇ ਹੈ। ਧੰਨ ਬਾਬਾ ਦੀਪ ਸਿੰਘ ਜੀ ਦੀ ਇਸ ਤਖਤ ਸਾਹਿਬ ਜੀ 'ਤੇ ਰਹਿ ਕੇ ਗੁਰਬਾਣੀ ਦਾ ਸ਼ੁੱਧ ਪਾਠ ਅਤੇ ਅਰਥ ਪੜ੍ਹਾਉਣ ਦੀ ਸੇਵਾ ਲਾਈ। ਇਸ ਕਰਕੇ ਧੰਨ ਬਾਬਾ ਦੀਪ ਸਿੰਘ ਜੀ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਜੀ ਦਾ ਪਹਿਲਾ ਜਥੇਦਾਰ ਵੀ ਮੰਨਿਆ ਜਾਂਦਾ ਹੈ। ਔਰ ਮਿਸਲ ਸ਼ਹੀਦਾਂ ਦੇ ਪਹਿਲੇ ਮੁਖੀ ਵੀ ਬਾਬਾ ਜੀ ਸਨ। ਪਰ ਇਹ ਮਿਸਲਾਂ ਬਾਬਾ ਬੰਦਾ ਸਿੰਘ ਜੀ ਬਹਾਦਰ ਜੀ ਦੇ ਸਮੇਂ ਵਿੱਚ ਹੋਂਦ ਵਿੱਚ ਆਈਆਂ। ਦਮਦਮੀ ਟਕਸਾਲ ਦੀ ਸਥਾਪਨਾ ਪਹਿਲਾਂ ਕੀਤੀ ਗਈ ਹੈ। ਇਸ ਕਰਕੇ ਖਾਲਸਾ ਜੀ, ਸਤਿਗੁਰਾਂ ਨੇ ਬਾਬਾ ਦੀਪ ਸਿੰਘ ਜੀ ਨੂੰ ਜਿੱਥੇ ਤਖਤ ਸ੍ਰੀ ਦਮਦਮਾ ਸਾਹਿਬ ਜੀ ਦਾ ਪਹਿਲਾ ਜਥੇਦਾਰ ਥਾਪਿਆ, ਉੱਥੇ ਹੁਕਮ ਕੀਤਾ ਕਿ ਤੁਸੀਂ ਤਖਤ ਸ੍ਰੀ ਦਮਦਮਾ ਸਾਹਿਬ ਰਹਿ ਕੇ ਗੁਰਮਤ ਵਿਦਿਆ ਦੀ, ਗੁਰਬਾਣੀ ਦੀ, ਟਕਸਾਲ ਦੀ ਇਹ ਸੇਵਾ ਕਰਨੀ ਹੈ ਔਰ ਸਿੰਘਾਂ ਨੂੰ ਗੁਰਬਾਣੀ ਦਾ ਸ਼ੁੱਧ ਉਚਾਰਨ ਕਰਨਾ ਅਤੇ ਅਰਥ ਪੜ੍ਹਾਉਣੇ, ਇਹ ਤੁਹਾਡੀ ਸੇਵਾ ਹੈ। ਔਰ ਸਤਿਗੁਰਾਂ ਨੇ ਅੱਜ ਦੇ ਦਿਨ ਦਮਦਮੀ ਟਕਸਾਲ ਦੀ ਸਥਾਪਨਾ ਕੀਤੀ, ਜਿਹਦੇ ਪਹਿਲੇ ਮੁਖੀ ਧੰਨ ਬਾਬਾ ਦੀਪ ਸਿੰਘ ਜੀ ਨੂੰ ਥਾਪਿਆ। ਔਰ ਅਮਰ ਸ਼ਹੀਦ ਧੰਨ ਭਾਈ ਮਨੀ ਸਿੰਘ ਜੀ ਨੂੰ ਆਗਿਆ ਕੀਤੀ ਕਿ ਤੁਸੀਂ ਸਾਡੇ ਜੋਤੀ ਜੋਤ ਸਮਾਉਣ ਤੋਂ ਬਾਅਦ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਜਾ ਕੇ ਉੱਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਦੀ ਵੀ ਸਾਰੀ ਸੇਵਾ, ਜਿਹੜੇ ਰੁਤਬੇ ਨੂੰ ਅੱਜ ਆਪਾਂ ਹੈੱਡ ਗ੍ਰੰਥੀ ਦੇ ਰੂਪ ਦੇ ਵਿੱਚ ਵੇਖਦੇ ਹਾਂ, ਪਹਿਲਾਂ ਮੁੱਖ ਗ੍ਰੰਥੀ ਆਖਿਆ ਜਾਂਦਾ ਸੀ ਹੈੱਡ ਗ੍ਰੰਥੀ ਸਾਹਿਬ ਨੂੰ। ਤੁਸੀਂ ਮੁੱਖ ਗ੍ਰੰਥੀ ਦੀ ਸੇਵਾ ਵੀ ਹਰਿਮੰਦਰ ਸਾਹਿਬ ਨਿਭਾਉਣੀ ਹੈ ਔਰ ਸ੍ਰੀ ਅੰਮ੍ਰਿਤਸਰ ਸਾਹਿਬ ਰਹਿ ਕੇ ਟਕਸਾਲ ਦੀ ਸੇਵਾ ਕਰਨੀ ਹੈ, ਸਿੰਘਾਂ ਨੂੰ ਵਿਦਿਆ ਪੜ੍ਹਾਉਣੀ ਔਰ ਨਾਲ ਨਾਲ ਸ੍ਰੀ ਹਰਿਮੰਦਰ ਸਾਹਿਬ ਦੇ ਪ੍ਰਬੰਧ ਦੀਆਂ ਸੇਵਾਵਾਂ ਵੀ ਨਾਲ ਜਾਰੀ ਰੱਖਣੀਆਂ ਹਨ। ਸੋ ਭਾਈ ਮਨੀ ਸਿੰਘ ਜੀ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਇਹ ਸਾਰੀ ਸੇਵਾ ਕਲਗੀਧਰ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਔਰ ਇੱਕ ਨਿਸ਼ਾਨ ਸਾਹਿਬ ਬਖਸ਼ਿਸ਼ ਕੀਤਾ, ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਉੱਤੇ ਅੱਜ ਨਿਸ਼ਾਨ ਸਾਹਿਬ ਛੋਟਾ ਉੱਤੇ ਲੱਗਾ ਹੋਇਆ। ਇਹ ਉਸ ਨਿਸ਼ਾਨ ਸਾਹਿਬ ਦੀ ਯਾਦ ਵਿੱਚ ਨਿਸ਼ਾਨ ਸਾਹਿਬ ਲੱਗਾ, ਜਿਹੜਾ ਸਾਹਿਬਾਂ ਨੇ ਬਾਬਾ ਭਾਈ ਮਨੀ ਸਿੰਘ ਜੀ ਨੂੰ ਆਪ ਇੱਥੋਂ ਇਹ ਨਿਸ਼ਾਨ ਸਾਹਿਬ ਹਰਿਮੰਦਰ ਸਾਹਿਬ ਤੇ ਸਜਾਉਣ ਵਾਸਤੇ, ਲਾਉਣ ਵਾਸਤੇ ਆਪ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੇ ਸਨ। ਸੋ ਸਾਧ ਸੰਗਤ ਜੀ, ਇਉਂ ਸਤਿਗੁਰੂ ਮਹਾਰਾਜ ਜੀ ਨੇ 1706 ਈਸਵੀ ਵਿੱਚ ਅੱਜ ਦੇ ਦਿਨ ਦਮਦਮੀ ਟਕਸਾਲ ਦੀ ਸਥਾਪਨਾ ਕੀਤੀ ਔਰ ਇੱਥੋਂ ਸਤਿਗੁਰੂ ਜੀ ਫਿਰ ਤਖਤ ਸ੍ਰੀ ਹਜ਼ੂਰ ਸਾਹਿਬ ਜੀ ਨੂੰ ਜਾਣ ਵਾਸਤੇ ਸੱਚੇ ਪਾਤਸ਼ਾਹ ਜੀ ਨੇ ਚਾਲਾ ਪਾਇਆ ਔਰ ਨਾਲ ਬਾਬਾ ਦੀਪ ਸਿੰਘ ਜੀ, ਭਾਈ ਮਨੀ ਸਿੰਘ ਜੀ, ਪੰਜਾਂ ਪਿਆਰਿਆਂ ਵਿੱਚੋਂ ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਹੋਰ ਗੁਰਸਿੱਖ ਵੀ ਨਾਲ ਸਨ ਔਰ ਤਖਤ ਸ੍ਰੀ ਹਜ਼ੂਰ ਸਾਹਿਬ ਜਾ ਕੇ 1765 ਵਿੱਚ 1765 ਸੰਮਤ 1708 ਈਸਵੀ ਵਿੱਚ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਪੰਜਾਂ ਪਿਆਰਿਆਂ ਵਿੱਚੋਂ ਪਿਆਰੇ ਦਇਆ ਸਿੰਘ ਜੀ, ਪਿਆਰੇ ਧਰਮ ਸਿੰਘ ਜੀ
और अमर शहीद तीसरे बाबा गुरबख्श सिंह जी जिन्हां दा शहीदगंज श्री अकाल तख्त साहब जी के मगर है, और उन्होंने हजूर ने तख्त श्री केसगढ़ साहब के पहले जथेदार पंजां प्यारिਆਂ के मुख जथेदार भाई दया सिंह जी सन। दूसरे जथेदार तख्त श्री केसगढ़ साहिब जी दे बाबा गुरबख्श सिंह जी नूं थापिया सी, और आप जी बाबा दीप सिंह जी दे शहीदी देण तो उपरंत दमदमी टकसाल के दूसरे मुखी भी थापे गए। इउं बाबा गुरबख्श सिंह जी का शहीदी अस्थान श्री अकाल तख्त साहब जी के मगर सुभाईमान है, और तीजे बाबा गुरबख्श सिंह जी, चौथे भाई हर सिंह जी, पंजवें भाई संतोख सिंह जी जिहड़े तख्त श्री हजूर साहब के पहले जथेदार हजूर ने थापे सन। भाई मनी सिंह जी नूं श्री गुरु ग्रंथ साहिब जी की ताबिया चौर की सेवा दे करके श्री गुरु ग्रंथ साहिब जी नूं गुरता गद्दी की दात बख्शिश की सी। इस करके उत्थे सतगुरु जी ज्योति जोत समाए। सतगुरां दे ज्योति जोत समाउण तो बाद फिर बाबा दीप सिंह जी ने इसे तख्त साहब ते आके सज्जे हथ भोरा साहिब बाबा दीप सिंह जी का है, जिस भोरा साहिब दे विच रात दिन बाबा जी चौंकड़ा ला के गुरबाणी का अभ्यास करते। 5 ग्रंथी 10 ग्रंथी गुरबाणी का नितनेम, 110 पाठ जपजी साहब दे, और श्री गुरु ग्रंथ साहब जी के स्वरूप लिखण की सेवा। 4 श्री गुरु ग्रंथ साहब जी के स्वरूप अपने हथीं बाबा दीप सिंह जी ने लिखे और 4 तख्तां दे उत्ते भेजे। एक श्री अकाल तख्त साहब भेजिया, एक स्वरूप तख्त श्री पटना साहिब, एक स्वरूप बाबा जी का तख्त श्री हजूर साहब, एक स्वरूप इस तख्त साहब के उत्ते इत्थे भी सुभाईमान है। और जिहड़ा स्वरूप बाबा जी का श्री अकाल तख्त साहब सुभाईमान है, बाबा जी का हथ लिखत वो सुनहरी जिल्द विच अज भी गुरपुरबां दे उत्ते सचखंड श्री हरमंदर साहब उस स्वरूप का प्रकाश हुंदा है। ते जिहड़ा बाबा दीप सिंह जी का हथ लिखत स्वरूप तख्त श्री हजूर साहब है, उसका प्रकाश जिस दिन श्री गुरु ग्रंथ साहब जी का गुरता गद्दी गुरपुरब तख्त श्री हजूर साहब मनाया जाता, उस दिन उस स्वरूप का प्रकाश उत्थे किया जाता। बाबा जी ने 4 स्वरूप गुरमुखी विच लिखे 4 तख्तां उत्ते भेजे, और एक अरबी भाषा दे विच एक स्वरूप बाबा जी ने श्री गुरु ग्रंथ साहब जी का लिखिया, जो अरब के इलाके में धन गुरु नानक देव जी तो वरोसाइयां संगतां सन, उन्हां विच गुरबाणी के प्रचार हित भेजना कीता सी। बाबा जी ने इस तख्त साहब जी के उत्ते रह के तख्त साहब जी की सेवा, खूह की सेवा, भोरा साहब जी की सेवा, 10वें पातशाह जी तो बाद एक ऐसे सिख धन बाबा दीप सिंह जी होए जिन्हां ने भवन निर्माण कराउण दे नक्शे ऐसी ब्योंतबंदी नाल उलीके कि गर्मी सर्दी दे विच मौसम इन्ना अनुकूल रहे कि अंदर बैठण वालियां संगतां नूं बाहरले वातावरण का मौसम का असर महसूस ना होवे, गर्मी विच ठंडक प्राप्त होवे, ठंड विच निग मिले। सो ऐसी बाबा जी ने बड़ी तीक्ष्ण बुद्धि दे नाल, बड़ी दूरअंदेशी दे नाल आप जी ने भवन निर्माण की सारी कला उस समय आप जी ने इस तख्त साहब जी के उत्ते सरजी है, जिहदा अज भी सबूत भोरा साहब है। भोरा साहब दे विच गर्मी की रुत विच बैठोगे ठंडक महसूस होएगी, ठंड विच बैठोगे निग मिलेगा। सो ये बाबा जी का भवन निर्माण कला का जागदा सबूत अज साडे सामने सुभाईमान है। जल दे सोमे इत्थे लाए और बिरछ लाए, किन्नियां वड्डियां सेवावां, हज़ारां सिंघां नूं उन्हां ने गुरबाणी की शुद्ध संथਿਆ, गुरबाणी के अर्थ पढ़ाए। धन बाबा दीप सिंह जी तो बाद दमदमी टकसाल के दूसरे मुखी सिंह साहिब, अमर शहीद बाबा गुरबख्श सिंह जी, तीसरे मुखी महापुरख भाई सूरत सिंह जी, और उन्हां तो बाद चौथे मुखी भाई गुरदास सिंह जी, पंजवें मुखी सचखंड श्री हरमंदर साहब जी के
ਮਹਾਰਾਜਾ ਰਣਜੀਤ ਸਿੰਘ ਜੀ ਦੇ ਕਾਲ ਵਿੱਚ ਜਿਨ੍ਹਾਂ ਨੇ ਹਰਿਮੰਦਰ ਸਾਹਿਬ ਜੀ ਦੀ ਸਾਰੀ ਸੇਵਾ ਕੀਤੀ, ਮਹਾਂਪੁਰਖ ਸਿੰਘ ਸਾਹਿਬ ਗਿਆਨੀ ਸੰਤ ਸਿੰਘ ਜੀ, ਜਿਨ੍ਹਾਂ ਤੋਂ ਚੂੜਾਮਣ ਕਵੀ ਪ੍ਰਸਿੱਧ ਮਹਾਨ ਵਿਦਵਾਨ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਗੁਰਮਤਿ ਦੀ ਵਿਦਿਆ ਦਾ ਅਧਿਐਨ ਕੀਤਾ, ਔਰ ਜਿਨ੍ਹਾਂ ਦੇ ਲਿਖੇ ਹੋਏ ਗ੍ਰੰਥ ਸ੍ਰੀ ਗੁਰੂ ਨਾਨਕ ਪ੍ਰਕਾਸ਼, ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ, ਇਹਨਾਂ ਇਤਿਹਾਸਕ ਗ੍ਰੰਥਾਂ ਦੀ ਕਥਾ ਵੱਖ-ਵੱਖ ਤਖਤ ਸਾਹਿਬਾਨਾਂ ਤੇ ਗੁਰਧਾਮਾਂ ਤੇ ਇਤਿਹਾਸਕ ਸਥਾਨਾਂ ਤੇ ਗੁਰੂ ਧਾਮਾਂ ਦੇ ਵਿੱਚ ਰੋਜ਼ਾਨਾ ਸ਼ਾਮ ਨੂੰ ਕੀਤੀ ਜਾਂਦੀ ਹੈ। ਸੋ ਮਹਾਂਪੁਰਖ ਭਾਈ ਸੰਤ ਸਿੰਘ ਸਾਹਿਬ ਜੀ ਤੋਂ ਬਾਅਦ ਅਗਲੇ ਮੁਖੀ ਸੰਤ ਭਾਈ ਦਇਆ ਸਿੰਘ ਜੀ ਹੋਏ, ਔਰ ਉਹਨਾਂ ਤੋਂ ਬਾਅਦ ਸੰਤ ਗਿਆਨੀ ਭਗਵਾਨ ਸਿੰਘ ਜੀ, ਜਿਨ੍ਹਾਂ ਨੇ ਸਭ ਤੋਂ ਪਹਿਲਾਂ ਆਸਾ ਜੀ ਦੀ ਵਾਰ ਦਾ ਟੀਕਾ ਔਰ ਭਗਤਾਂ ਬਾਣੀ ਦਾ ਟੀਕਾ ਆਪਣੇ ਹੱਥੀਂ ਲਿਖਿਆ। ਸਟੀਕ ਲਿਖਣ ਦੀ ਵੀ ਅੱਗੇ ਤੋਂ ਅੱਗੇ ਸੇਵਾ ਨਿਭਾਈ। ਉਹਨਾਂ ਤੋਂ ਬਾਅਦ ਫਿਰ ਮਹਾਂਪੁਰਖ ਸੰਤ ਬਾਬਾ ਹਰਨਾਮ ਸਿੰਘ ਜੀ ਬੇਦੀ, ਜਿਹੜੇ ਸ੍ਰੀ ਅੰਮ੍ਰਿਤਸਰ ਸਾਹਿਬ ਰਹਿ ਕੇ ਸਿੰਘਾਂ ਨੂੰ ਗੁਰਮਤਿ ਵਿਦਿਆ ਪੜ੍ਹਾਉਂਦੇ ਰਹੇ। ਉਹਨਾਂ ਤੋਂ ਬਾਅਦ 10ਵੇਂ ਮੁਖੀ ਮਹਾਂਪੁਰਖ ਸੰਤ ਬਾਬਾ ਬਿਸ਼ਨ ਸਿੰਘ ਜੀ ਮੁਰਾਲੇ ਵਾਲੇ, ਜਿਨ੍ਹਾਂ ਨੇ ਆਪਣੇ ਜੀਵਨ ਕਾਲ ਵਿੱਚ ਬਹੁਤ ਵੱਡਾ ਨਾਮ ਬਾਣੀ ਦਾ ਅਭਿਆਸ 23 ਘੰਟੇ ਅਭਿਆਸ ਕਰਨਾ, 2 ਘੰਟੇ ਸਿੰਘਾਂ ਨੂੰ ਰੋਜ਼ਾਨਾ ਗੁਰਬਾਣੀ ਦੀ ਕਥਾ ਵੀ ਆਪਣੇ ਮੁਖਾਰ ਬਿੰਦ ਤੋਂ ਸਰਵਣ ਕਰਵਾਉਣੀ, ਔਰ ਕਈ ਵਾਰੀ ਆਪ ਜੀ ਸਿੰਘਾਂ ਦੀ ਵੀ ਬਹੁਤ ਸ਼ਰਧਾ ਨਾਲ ਸੇਵਾ ਕਰਦੇ, ਬਹੁਤ ਘੱਟ ਆਰਾਮ ਕਰਦੇ, ਸੰਜਮ ਦਾ ਜੀਵਨ ਗੁਜ਼ਾਰਦੇ। ਅੱਜ ਉਹ ਮੁਰਾਲਾ ਨਗਰ ਪਾਕਿਸਤਾਨ ਵਿੱਚ ਰਹਿ ਚੁੱਕਾ, ਪਰ ਕਿਸੇ ਸਮੇਂ ਉਹਨਾਂ ਮਹਾਂਪੁਰਖਾਂ ਨੇ ਦਮਦਮੀ ਟਕਸਾਲ ਦਾ ਉਹ ਕੇਂਦਰ ਗੁਰਦੁਆਰਾ ਸੰਤਪੁਰਾ ਮੁਰਾਲਾ ਨਗਰ ਦੇ ਵਿੱਚ ਬਣਾ ਕੇ ਉਸ ਇਲਾਕੇ ਦੀਆਂ ਸੰਗਤਾਂ ਨੂੰ ਪ੍ਰੇਰਨਾ ਦੇ ਕੇ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੂੰ ਅੰਮ੍ਰਿਤ ਛਕਾਇਆ। ਸਾਧ ਸੰਗਤ ਜੀ, ਜਦੋਂ ਸੰਤ ਬਾਬਾ ਬਿਸ਼ਨ ਸਿੰਘ ਜੀ ਸੱਚਖੰਡ ਪਿਆਨਾ ਕਰ ਗਏ ਔਰ ਆਪ ਜੀ ਨੇ ਮਹਾਂਪੁਰਖ ਸੰਤ ਬਾਬਾ ਸੁੰਦਰ ਸਿੰਘ ਜੀ ਨੂੰ ਦਮਦਮੀ ਟਕਸਾਲ ਦੇ ਮੁਖੀ ਦੀ ਡਿਊਟੀ ਸੇਵਾ ਸੰਭਾਲੀ, ਤਾਂ ਉਸ ਇਲਾਕੇ ਵਿੱਚ ਸੰਤ ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲਿਆਂ ਨੇ 10-10 ਹਜ਼ਾਰ ਪ੍ਰਾਣੀਆਂ ਨੂੰ 24-24 ਘੰਟੇ ਵਿੱਚ ਅੰਮ੍ਰਿਤ ਛਕਾਇਆ। ਬਹੁਤ ਵੱਡੀ ਸੇਵਾ ਕੀਤੀ। ਇਉਂ ਸੰਤ ਬਾਬਾ ਬਿਸ਼ਨ ਸਿੰਘ ਜੀ ਤੋਂ ਬਾਅਦ ਮਹਾਂਪੁਰਖ ਪੰਥ ਰਤਨ ਸੰਤ ਗਿਆਨੀ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ ਦਮਦਮੀ ਟਕਸਾਲ ਦੇ 11ਵੇਂ ਮੁਖੀ, ਉਹਨਾਂ ਤੋਂ ਬਾਅਦ ਮਹਾਂਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ 12ਵੇਂ ਮੁਖੀ, ਔਰ ਉਹਨਾਂ ਤੋਂ ਬਾਅਦ ਮਹਾਂਪੁਰਖ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ 13ਵੇਂ ਮੁਖੀ। ਇਹਨਾਂ ਮਹਾਂਪੁਰਖਾਂ ਨੇ ਕੌਮ ਦੀਆਂ ਬਹੁਤ ਵੱਡੀਆਂ ਅਣਥੱਕ ਸੇਵਾਵਾਂ ਕੀਤੀਆਂ। ਦਮਦਮੀ ਟਕਸਾਲ ਹਮੇਸ਼ਾ ਖਾਲਸਾ ਪੰਥ ਨੂੰ ਸਮਰਪਿਤ ਰਹੀ ਹੈ, ਔਰ ਦਮਦਮੀ ਟਕਸਾਲ ਨੇ ਖਾਲਸਾ ਜੀ ਜਿੱਥੇ ਸਿੱਖ ਪੰਥ ਦੀ ਵਿਦਿਅਕ ਖੇਤਰ ਦੇ ਵਿੱਚ ਬਹੁਤ ਵੱਡੀ ਸੇਵਾ ਕੀਤੀ ਹੈ ਨਾ, ਉੱਥੇ ਗੁਰਧਾਮਾਂ ਦੀ ਵੀ ਬਹੁਤ ਵੱਡੀ ਸੇਵਾ ਕੀਤੀ ਹੈ। ਪੰਥ ਦੇ ਉੱਤੇ ਜਦੋਂ ਵੀ ਕਦੇ ਸੰਕਟ ਆਇਆ, ਦਮਦਮੀ ਟਕਸਾਲ ਦੇ ਮੁਖੀਆਂ ਨੇ ਅਤੇ ਦਮਦਮੀ ਟਕਸਾਲ ਦੇ ਵਿਦਿਆਰਥੀਆਂ ਨੇ ਸ਼ਹੀਦੀਆਂ ਦੇਣ ਤੋਂ ਵੀ ਕਦੇ ਪੈਰ ਪਿੱਛੇ ਨਹੀਂ ਕੀਤੇ। ਦਮਦਮੀ ਟਕਸਾਲ ਦੇ ਮੁਖੀਆਂ ਨੇ ਸਮਾਂ ਆਉਣ ਤੋਂ ਸ਼ਹੀਦੀਆਂ ਵੀ ਦਿੱਤੀਆਂ, ਔਰ ਵਿਦਿਆਰਥੀਆਂ ਨੇ ਵੀ ਸ਼ਹੀਦੀਆਂ ਦਿੱਤੀਆਂ, ਪਰ ਹਮੇਸ਼ਾ ਸਰੀਰ ਕਰਕੇ ਜਿੱਥੇ ਵੀ ਵਿਦਿਆਰਥੀ ਗੁਰਮੁਖ ਆਤਮਾਵਾਂ ਗਈਆਂ, ਉੱਥੇ ਪਰਉਪਕਾਰ ਵੀ ਬੜਾ ਭਾਰੀ ਕੀਤਾ। ਗੁਰਬਾਣੀ ਦੀ ਸ਼ੁੱਧ ਸੰਤਿਆ, ਸਿੱਖੀ ਦੇ ਪ੍ਰਚਾਰ ਪ੍ਰਸਾਰ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ। ਸੋ ਖਾਲਸਾ ਜੀ ਦਮਦਮੀ ਟਕਸਾਲ ਦੇ 13ਵੇਂ ਮੁਖੀ ਮਹਾਂਪੁਰਖ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਜਿਨ੍ਹਾਂ ਨੇ ਐਮਰਜੈਂਸੀ ਦੇ ਖਿਲਾਫ 37 ਨਗਰ ਕੀਰਤਨ ਜਲੂਸ ਸਾਰੇ ਹਿੰਦੁਸਤਾਨ ਵਿੱਚ ਕੱਢੇ, ਔਰ ਐਮਰਜੈਂਸੀ ਦਾ ਡਟ ਕੇ ਵਿਰੋਧ ਕੀਤਾ। ਪੰਥ ਦੀ ਚੜ੍ਹਦੀ ਕਲਾ ਲਈ ਦਿਨ ਰਾਤ ਬੜਾ ਭਾਰੀ ਪ੍ਰਚਾਰ ਕੀਤਾ, ਬਹੁਤ ਵੱਡੀਆਂ ਸੇਵਾਵਾਂ ਕੀਤੀਆਂ। ਦੇਹਧਾਰੀ ਗੁਰੂ ਡੰਮ ਬੜੀ ਬੁਰੀ ਤਰ੍ਹਾਂ ਪੰਜਾਬ ਵਿੱਚ ਪੈਰ ਪਸਾਰ ਚੁੱਕਾ ਸੀ, ਪਰ ਮਹਾਂਪੁਰਖਾਂ ਨੇ ਪਿੰਡ ਪਿੰਡ ਜਾ ਕੇ ਦੇਹਧਾਰੀ ਗੁਰੂ ਡੰਮ ਦੇ ਐਸੇ ਪੈਰ ਹਿਲਾਏ ਕਿ ਦੇਹਧਾਰੀ ਗੁਰੂ ਡੰਮ ਦੀਆਂ ਦੁਕਾਨਾਂ ਪੰਜਾਬ ਦੀ ਧਰਤੀ 'ਚੋਂ ਉਸ ਸਮੇਂ ਆਪਣੇ ਸਮੇਂ ਵਿੱਚ ਉਹਨਾਂ ਨੇ ਬੰਦ ਕਰਵਾਈਆਂ, ਔਰ ਜਿਹੜੇ ਨੌਜਵਾਨ ਨਾਸਤਿਕਤਾ ਦਾ ਸ਼ਿਕਾਰ ਹੋ ਕੇ ਸਿੱਖੀ ਤੋਂ ਬੇਮੁਖ ਹੋ ਗਏ ਸਨ,
ਉਹਨਾਂ ਨੌਜਵਾਨਾਂ ਨੂੰ ਸਿੱਖੀ ਦੇ ਨਾਲ ਜੋੜਿਆ। ਉਹਨਾਂ ਮਹਾਂਪੁਰਖਾਂ ਤੋਂ ਬਾਅਦ ਦਮਦਮੀ ਟਕਸਾਲ ਦੇ 14ਵੇਂ ਮੁਖੀ ਅਮਰ ਸ਼ਹੀਦ ਮਹਾਂਪੁਰਖ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਜਿਹੜੇ ਦਮਦਮੀ ਟਕਸਾਲ ਦੇ ਸਾਧ ਸੰਗਤ ਜੀ 6 ਤੋਂ 7 ਸਾਲ ਹੀ ਮੁਖੀ ਦੀ ਸੇਵਾ ਨਿਭਾਈ, ਪਰ ਉਹਨਾਂ ਨੇ ਜੋ ਕੌਮ ਲਈ ਸੇਵਾ ਕੀਤੀ, ਅੱਜ ਸਾਰਾ ਸੰਸਾਰ ਉਹਨਾਂ ਦੀ ਸੇਵਾ ਬਾਰੇ ਭਲੀ ਭਾਂਤ ਜਾਣੂ ਹੈ। ਔਰ ਹਰ ਇੱਕ ਸਿੱਖ ਦਾ ਸਿਰ ਉਹਨਾਂ ਦੀ ਕੁਰਬਾਨੀ, ਉਹਨਾਂ ਦੀ ਸੇਵਾ ਅੱਗੇ ਸਤਿਕਾਰ ਵਜੋਂ ਹਮੇਸ਼ਾ ਝੁਕਦਾ। ਉਹਨਾਂ ਮਹਾਂਪੁਰਖਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਖਾਤਰ ਆਪਣੇ ਸਰੀਰ ਦੀ ਕੁਰਬਾਨੀ ਦਿੱਤੀ, ਸ਼ਹਾਦਤ ਦਿੱਤੀ, ਔਰ ਜੀਵਨ ਕਾਲ ਵਿੱਚ ਉਹਨਾਂ ਨੇ ਲੱਖਾਂ ਪ੍ਰਾਣੀਆਂ ਨੂੰ ਅੰਮ੍ਰਿਤ ਵੀ ਛਕਾਇਆ। ਨੌਜਵਾਨਾਂ ਦੇ ਔਰ ਜਿਨ੍ਹਾਂ ਨੇ ਦਾੜੇ ਕੇਸ ਕਟਾਏ ਸਨ, ਉਹਨਾਂ ਦੇ ਦਾੜੇ ਕੇਸ ਵੀ ਰਖਾਏ ਔਰ ਨਸ਼ੇ ਛੁਡਾਏ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੋੜਿਆ। ਉਹਨਾਂ ਮਹਾਂਪੁਰਖਾਂ ਤੋਂ ਉਪਰੰਤ ਦਮਦਮੀ ਟਕਸਾਲ ਦੇ 15ਵੇਂ ਮੁਖੀ ਮਹਾਂਪੁਰਖ ਸੰਤ ਬਾਬਾ ਠਾਕੁਰ ਸਿੰਘ ਜੀ ਖਾਲਸਾ ਜੀ ਨੇ 22 ਸਾਲ ਦਮਦਮੀ ਟਕਸਾਲ ਦੇ ਬਤੌਰ ਮੁਖੀ ਰਹਿ ਕੇ ਸੇਵਾ ਨਿਭਾਈ ਔਰ ਅਣਗਿਣਤ ਸਿੰਘਾਂ ਨੂੰ ਗੁਰਬਾਣੀ ਦੀ ਸੰਥਿਆ ਔਰ ਹਜ਼ਾਰਾਂ ਪ੍ਰਾਣੀਆਂ ਦੇ ਨਸ਼ੇ ਛਡਾਏ, ਅਣਗਿਣਤ ਪ੍ਰਾਣੀਆਂ ਨੂੰ ਪ੍ਰੇਰਨਾ ਦੇ ਦੇ ਕੇ ਅੰਮ੍ਰਿਤ ਛਕਣ ਲਈ ਪ੍ਰੇਰਿਆ। ਉਹਨਾਂ ਮਹਾਂਪੁਰਖਾਂ ਨੇ ਜਦੋਂ ਜੂਨ 84 ਵਿੱਚ ਸਮੇਂ ਦੀ ਜ਼ਾਲਮ ਹਕੂਮਤ ਨੇ ਸ਼੍ਰੀ ਅਕਾਲ ਤਖਤ ਸਾਹਿਬ ਢਹਿ ਢੇਰੀ ਕਰ ਦਿੱਤਾ ਔਰ ਉਸ ਤੋਂ ਬਾਅਦ ਸਰਕਾਰ ਨੇ ਉਹ ਸ੍ਰੀ ਅਕਾਲ ਤਖਤ ਸਾਹਿਬ ਦੀ ਇਮਾਰਤ ਆਪ ਹੀ ਮੁਰੰਮਤ ਕਰਾ ਕੇ ਤਿਆਰ ਕਰਾ ਦਿੱਤੀ ਆਪਣੇ ਬੰਦਿਆਂ ਦੇ ਰਾਹੀਂ, ਤਾਂ ਸਿੱਖ ਪੰਥ ਨੇ ਸਰਕਾਰ ਦੀ ਸੇਵਾ ਨੂੰ ਨਾ ਮਨਜ਼ੂਰ ਕਰਦਿਆਂ ਹੋਇਆ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਉੱਤੇ ਸਰਬੱਤ ਖਾਲਸਾ ਬੁਲਾ ਕੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਨਾਭੋਸਾਰੀ ਦੀ ਸੇਵਾ ਮਹਾਂਪੁਰਖ ਸੰਤ ਬਾਬਾ ਠਾਕੁਰ ਸਿੰਘ ਜੀ ਦਮਦਮੀ ਟਕਸਾਲ ਦੇ ਮੁਖੀ ਉਹਨਾਂ ਮਹਾਂਪੁਰਖਾਂ ਨੂੰ ਸੌਂਪੀ, ਜੋ ਕਿ ਬਾਬਾ ਜੀ ਨੇ 86 ਤੋਂ ਲੈ ਕੇ ਲਗਭਗ 92 ਤੱਕ ਉਹ ਸਾਰੀ ਸੇਵਾ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਸੰਪੂਰਨ ਕਰਵਾਈ। ਬਹੁਤ ਵੱਡੀ ਸੇਵਾ ਬਾਬਾ ਜੀ ਦੇ ਹਿੱਸੇ ਆਈ। ਸੋ ਇਉਂ ਸਾਧ ਸੰਗਤ ਜੀ ਦਮਦਮੀ ਟਕਸਾਲ ਦੇ ਸਾਰੇ ਮੁਖੀਆਂ ਨੇ, ਮਹਾਂਪੁਰਖਾਂ ਨੇ, ਵਿਦਿਆਰਥੀਆਂ ਨੇ ਪੰਥ ਦੀ ਬਹੁਤ ਵੱਡੀ ਸੇਵਾ ਕੀਤੀ ਹੈ। ਅੱਜ ਵੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਇਹ ਲਾਇਆ ਹੋਇਆ ਬੂਟਾ, ਉਹਨਾਂ ਦੀ ਸਥਾਪਿਤ ਕੀਤੀ ਹੋਈ ਇਹ ਮਹਾਨ ਸੰਸਥਾ ਜਥੇਬੰਦੀ ਦਮਦਮੀ ਟਕਸਾਲ ਦੁਨੀਆ ਭਰ ਵਿੱਚ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰ ਰਹੀ ਹੈ। ਔਰ ਦਮਦਮੀ ਟਕਸਾਲ ਦੇ ਮੁਖੀ ਇਸੇ ਗੱਲ ਤੇ ਦ੍ਰਿੜ ਰਹੇ ਹੈ ਕਿ ਸਿੱਖ ਸੰਗਤਾਂ ਨੂੰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੋੜਨਾ ਤੇ ਪੰਥ ਦੀ ਜਥੇਬੰਦੀ ਵਿੱਚ ਰਹਿ ਕੇ ਪੰਥ ਦੀ ਸੇਵਾ ਕਰਨੀ, ਕਦੇ ਪੰਥ ਤੋਂ ਉਲਟ ਨਹੀਂ ਜਾਣਾ ਔਰ ਪੰਥ ਦੇ ਨਾਲ ਮਿਲ ਕੇ ਬਲਕਿ ਪੰਥ ਦੀ ਅੱਗੇ ਹੋ ਕੇ ਸੇਵਾ ਕਰਨੀ, ਸੇਵਾ ਦੇ ਵਿੱਚ ਮੋਹਰੀ ਰੋਲ ਨਿਭਾਉਣਾ, ਪਰ ਆਗੂ ਬਣਨ ਤੋਂ ਹਮੇਸ਼ਾ ਸੰਕੋਚ ਰੱਖਣਾ। ਸਾਰੇ ਮੁਖੀਆਂ ਮਹਾਂਪੁਰਖਾਂ ਦਾ ਜੀਵਨ ਤੁਸੀਂ ਵੇਖ ਲਓ। ਸੰਤ ਬਾਬਾ ਜਰਨੈਲ ਸਿੰਘ ਜੀ ਨੂੰ ਕਈ ਵਾਰੀ ਸਿੱਖ ਪੰਥ ਦੇ ਅੰਦਰ ਇਹ ਆਵਾਜ਼ ਉੱਠੀ ਕਿ ਜਥੇਦਾਰ ਅਕਾਲ ਤਖਤ ਸਾਹਿਬ ਦਾ ਮਹਾਨ ਉਹ ਸੇਵਾ ਬਤੌਰ ਜਥੇਦਾਰ ਬਣਾਓ। ਕਈ ਵਾਰੀ ਉਹਨਾਂ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣਾਉਣ ਲਈ ਵੀ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣਨ ਲਈ ਕੌਮ ਨੇ ਆਵਾਜ਼ਾਂ ਉਠਾਈਆਂ, ਪਰ ਸੰਤ ਬਾਬਾ ਜਰਨੈਲ ਸਿੰਘ ਜੀ ਇੱਕੋ ਗੱਲ ਕਹਿੰਦੇ ਰਹੇ ਕਿ ਪੰਥ ਦੀ ਸੇਵਾ ਕਰਨੀ ਹੈ, ਪੰਥ ਦੇ ਪਿੱਛੇ ਰਹਿ ਕੇ ਕਰਨੀ ਹੈ ਔਰ ਨਿੱਗਰਤਾ ਦੇ ਨਾਲ, ਦ੍ਰਿੜਤਾ ਨਾਲ, ਨਿਡਰਤਾ ਦੇ ਨਾਲ ਪੰਥ ਦੀ ਸੇਵਾ ਕਰਨੀ ਹੈ। ਸੋ ਸਾਧ ਸੰਗਤ ਜੀ, ਇਸ ਜਥੇਬੰਦੀ ਨੇ ਜਿੱਥੇ ਸਿੱਖ ਪੰਥ ਵਿੱਚ ਉੱਚ ਕੋਟੀ ਦੇ ਵਿਦਵਾਨ ਪੈਦਾ ਕੀਤੇ ਆ ਔਰ ਇਸ ਜਥੇਬੰਦੀ ਵਿੱਚੋਂ ਪੜ੍ਹ ਕੇ 5 ਤਖਤਾਂ ਤੇ ਅੱਜ ਤੱਕ ਵੀ ਜਥੇਦਾਰ ਸਾਹਿਬਾਨਾਂ ਨੇ ਸੇਵਾਵਾਂ ਨਿਭਾਈਆਂ ਤੇ ਅੱਜ ਵੀ ਨਿਭਾ ਰਹੇ ਆ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਗ੍ਰੰਥੀ ਸਾਹਿਬਾਨਾਂ ਦੀ, ਸਿੰਘ ਸਾਹਿਬਾਨਾਂ ਦੀਆਂ ਸੇਵਾਵਾਂ ਨਿਭਾ ਰਹੇ ਆ। ਹੋਰ ਗੁਰ ਅਸਥਾਨਾਂ ਤੇ, ਇਤਿਹਾਸਕ ਸਥਾਨਾਂ ਤੇ ਗ੍ਰੰਥੀ ਸਿੰਘ ਸਾਹਿਬਾਨਾਂ ਦੀ ਕਥਾਵਾਚਕਾਂ ਦੇ ਤੌਰ ਤੇ ਵੱਖ-ਵੱਖ ਗੁਰੂ ਘਰਾਂ ਦੇ ਵਿੱਚ ਵੱਖ-ਵੱਖ ਸੇਵਾਵਾਂ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਵਿੱਚ ਵੀ ਦਮਦਮੀ ਟਕਸਾਲ ਦੇ ਵਿਦਿਆਰਥੀ ਬਹੁਤ ਵੱਡੀਆਂ ਸੇਵਾਵਾਂ ਦਿਨ ਰਾਤ ਕਰ ਰਹੇ ਆ। ਸੋ ਦਮਦਮੀ ਟਕਸਾਲ ਨੇ ਵਿਦਿਆ ਦੇ ਖੇਤਰ ਵਿੱਚ ਵੀ, ਧਾਰਮਿਕ ਵਿਦਿਆ ਦੇ ਖੇਤਰ ਵਿੱਚ ਵੀ, ਦੁਨਿਆਵੀ ਵਿਦਿਆ ਦੇ ਖੇਤਰ ਵਿੱਚ ਵੀ ਬਹੁਤ ਵਡਮੁੱਲਾ ਯੋਗਦਾਨ ਪਾਇਆ।
सो अज भी दमदमी टकसाल धार्मिक विद्या के खेत्र विच भी, दुनियावी विद्या के खेत्र विच भी बहुत वड्डा योगदान पा रही है। सो परोपकार इस जथेबंदी ने बहुत वड्डा किया और अमर संचार की लहर दमदमी टकसाल वालों अठे पैर जारी है। दमदमी टकसाल के हैडकुआटर गुरुद्वारा गुरदर्शन प्रकाश मेहता विखे हर ऐतवार हर संगरांद के दिहाड़े ते उत्थे भी अमर संचार किया जाता। वख-वख पिंडां दे विच, शहरां दे विच, सूबियां दे विच भी, विदेशों के विच भी सिंघां नूं भेज के अमर संचार की सेवा विच भेजिया जाता। इसलिए साध संगत जी अमर संचार दीयां सेवावां, गुरमत विद्या पढ़न पढ़ाउण दीयां सेवावां अते खालसा पंथ दीयां होर भी जो सेवावां समय समय पंथ वल्लों लाइयां जांदियां उन्हां विच दमदमी टकसाल अपना योगदान पाउंदी है। इस करके दमदमी टकसाल ने विद्या के खेत्र विच, गुरधामां दी सेवा विच और कौम की खातर शहीदियां देण विच भी, जेलां विच जाण विच भी बहुत वड्डी पंथ की खातर सेवा की अज भी कर रही है। सो आप संगतां नूं मैं जिथे धन श्री गुरु ग्रंथ साहब जी के पावन संपूर्णता दिहाड़िਆਂ नूं समर्पित इन्हां समागमां की बहुत बहुत बधाई दिना। उत्थे दमदमी टकसाल के स्थापना दिहाड़े की भी आप संगतां नूं अज लख लख बधाई होवे। मैं श्री अकाल तख्त साहब जी के दथेदार सन्मानयोग सिंह साहिब ज्ञानी हरप्रीत सिंह जी और आप जी नूं यह सुभाग है कि आप तक श्री दमदमा साहब जी के भी मौजूदा जथेदार हैं। साध संगत जी ये वड्डियां सेवावां सतगुरु की किरपा नाल प्राप्त होंदियां। ये पहला मौका कि तख्त साहब जी दमदमा साहब के जथेदार श्री अकाल तख्त साहब जी के भी बतौर जथेदार के तौर पर सेवा निभा रहे हैं और सिंह साहब जी जदों तो ये सेवावां विच लगे हैं उदों तो लैके ही हर साल इस तख्त साहब जी के उत्ते 7 अगस्त 23 सावन नूं दमदमी टकसाल का स्थापना दिहाड़ा मनाया जाता। तो इस स्थापना दिहाड़े विच बहुत वड्डा अपना योगदान पाउंदे है। मैं जथेदार भाई सुखदेव सिंह जी का रोम रोम करके धन्नवाद करना कि उन्होंने 2006 विच जदों दमदमी टकसाल की 300 साला शताब्दी इसे तख्त श्री दमदमा साहिब विखे बड़ी चढ़दी कला नाल खालसाई जाहो जलाल नाल मनाई गई सी लखां दे इकट्ठ विच। उदों बहुत वड्डे 23 नगर कीर्तन भी इत्थे लिआंदे सन और वड्डे वड्डे सैमीनार करवाए गए, खूनदान कैंप लाए गए, बिरछ लाए गए, वड्डे वड्डे समागम भी किए गए। श्री गुरु ग्रंथ साहब जी की कथा भी संपूर्ण की गई। उदों बहुत वड्डा संगतां दा सहयोग सी। उदों तो लैके जथेदार भाई सुखदेव सिंह जी जो दमदमी टकसाल के सीनियर जिम्मेवार सिंह हैं, इन्हां ने एक फैसला किया कि असी 7 अगस्त नूं हर साल तक श्री दमदमा साहिब विखे दमदमी टकसाल का स्थापना दिहाड़ा मनाया करांगे। सतगुरु जी की किरपा नाल उदों तो लैके अज तक श्री अखंड पाठ साहब किए जाते हैं, जथेबंदी वालों आरंभ करवाए जाते हैं और अज के दिन मुख्य समागम किए जाते हैं। इस उपराले लिए जथेदार भाई सुखदेव सिंह जी की बहुत वड्डी सेवा, मैं उन्हों का बहुता धन्नवाद करना जिन्हों का रात दिन इन्होंने समागमां लई बहुत वड्डा योगदान हुंदा है। सो 3 दिनों तो इत्थे दोनों समय 5 तरीक की सुबह की कथा और शाम की कथा सत्कारयोग ज्ञानी जुगराज सिंह जी ने सेवा की और कल 6 की शाम की कथा और अज अमृत वेले की कथा दमदमी टकसाल के महान विद्वान सत्कारयोग ज्ञानी जीवा सिंह जी ने आप संगतां नूं सरवण करवाई। सो साध संगत जी मैं इन्हां सिंघां दा भी बहुत बहुत धन्नवाद करना। बाकी आए हुए महापुरखों का मैं कथा की समाप्ति ते धन्नवाद करांगा। सतगुरु जी ने जो श्री मुखवाक बख्शिश किए है उन्हों की कथा आप संगतां मन बिरती नूं एकागर करके सरवण करो। एक संगतां नूं तख्त श्री दमदमा साहब तो मैं प्रसन्नतापूर्वक ये जानकारी दे रहा कि दमदमी टकसाल वालों श्री गुरु ग्रंथ साहब जी का जो सटीक है श्रोमणी दमदमी सटीक उहदी छपाई आरंभ हो चुकी है। साध संगत जी वो श्री गुरु ग्रंथ साहब जी के सटीक दियाँ
ਪਹਿਲੀ ਪੋਥੀ ਤਾਂ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਜੀ ਛਾਪ ਕੇ ਗਏ ਸਨ। ਦੂਸਰੀ ਪੋਥੀ ਸ੍ਰੀ ਰਾਗ ਔਰ ਮਾਝ ਰਾਗ ਦੀ ਪਿਛਲੇ ਸਮੇਂ ਵਿੱਚ ਛਪੀ। ਹੁਣ ਗੌੜੀ ਰਾਗ ਦੀਆਂ 2 ਪੋਥੀਆਂ ਛਪ ਚੁੱਕੀਆਂ ਤੇ ਅਗਲੀ ਨਾਲ ਸਾਰੀ ਛਪਾਈ ਸ਼ੁਰੂ ਹੋ ਚੁੱਕੀ ਹੈ। ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਟੀਕ ਸੰਪੂਰਨ ਦਮਦਮੀ ਟਕਸਾਲ ਵੱਲੋਂ ਜਲਦੀ ਹੀ ਸੰਗਤਾਂ ਦੇ ਵਿੱਚ ਪਹੁੰਚਾਇਆ ਜਾਵੇਗਾ। ਸੋ ਸਤਿਗੁਰੂ ਜੀ ਦੀ ਕਿਰਪਾ ਨਾਲ ਜੋ ਅਰਥ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਇਸ ਤਖਤ ਸਾਹਿਬ ਤੇ ਦਮਦਮੀ ਟਕਸਾਲ ਦੀ ਝੋਲੀ ਵਿੱਚ ਪਾਏ, ਸੀਨਾ ਮਸੀਨਾ ਧੰਨ ਬਾਬਾ ਦੀਪ ਸਿੰਘ ਜੀ, ਬਾਬਾ ਗੁਰਬਖਸ਼ ਸਿੰਘ ਜੀ ਤੋਂ ਲੈ ਕੇ ਦਮਦਮੀ ਟਕਸਾਲ ਨੇ ਉਹਨਾਂ ਅਰਥਾਂ ਨੂੰ ਤੇ ਗੁਰਬਾਣੀ ਦੇ ਸ਼ੁੱਧ ਉਚਾਰਨ ਨੂੰ ਸਾਂਭ ਕੇ ਰੱਖਿਆ ਹੋਇਆ, ਉਹਨੂੰ ਲਿਖਤੀ ਰੂਪ ਦੇਣ ਦਾ ਵੀ ਯਤਨ ਕੀਤਾ ਕਿ ਤਾਂ ਕਿ ਉਹ ਲਿਖਤੀ ਰੂਪ ਵੀ ਸੰਗਤਾਂ ਦੇ ਵਿੱਚ ਅਰਥ ਪਹੁੰਚ ਜਾਣ। ਇਸ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਟੀਕਾ ਸ਼੍ਰੋਮਣੀ ਦਮਦਮੀ ਸਟੀਕ ਦੇ ਨਾਮ ਤੇ ਉਹ ਤੁਹਾਡੇ ਵਿੱਚ ਜਲਦੀ ਹੀ ਪਹੁੰਚੇਗਾ। ਇਹ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਬਹੁਤ ਵੱਡੀ ਆਪਣੀ ਕਿਰਪਾ ਕਰ ਰਹੇ ਹਨ। ਸੋ ਸਾਧ ਸੰਗਤ ਜੀ ਆਓ, ਜੋ ਸ਼੍ਰੀ ਮੁਖਵਾਕ ਸਤਿਗੁਰੂ ਜੀ ਨੇ ਭੋਗ ਸਮੇਂ ਬਖਸ਼ਿਸ਼ ਕੀਤੇ ਉਹਨਾਂ ਦੀ ਕਥਾ ਮਨ ਬਿਰਤੀ ਨੂੰ ਇਕਾਗਰ ਕਰਕੇ ਆਪ ਸੰਗਤਾਂ ਸਰਵਣ ਕਰੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾ। ਧਨਾਸਰੀ ਰਾਗਣੀ ਵਿੱਚ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਅਰਦਾਸ ਕਰਨ ਦੀ ਜਾਚ ਸਾਨੂੰ ਸਿਖਾ ਰਹੇ ਹੈ। ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਅਰਦਾਸ ਕਿਵੇਂ ਕਰਨੀ ਚਾਹੀਦੀ ਹੈ ਔਰ ਕਿਸ ਢੰਗ ਨਾਲ ਕੀਤੀ ਅਰਦਾਸ ਵਾਹਿਗੁਰੂ ਦੇ ਦਰ ਤੇ ਸੁਣੀ ਜਾਂਦੀ ਹੈ ਤੇ ਮਨ ਦੇ ਮਨੋਰਥ ਪੂਰਨ ਹੋ ਜਾਂਦੇ ਹਨ, ਆਪ ਕਿਰਪਾ ਕਰਕੇ ਦੱਸੋ। ਤਾਂ ਸਤਿਗੁਰੂ ਜੀ ਨੇ ਸ਼੍ਰੀ ਮੁਖਵਾਕ ਉਸ ਸਮੇਂ ਉਚਾਰਨ ਕੀਤੇ ਹਨ ਧਨਾਸਰੀ ਰਾਗਣੀ ਵਿੱਚ। ਜਿਸ ਕਾ ਤਨ ਮਨ ਧਨ ਸਭ ਤਿਸ ਕਾ। ਸਾਧ ਸੰਗਤ ਜੀ ਰਹਾਉ ਦੀਆਂ ਪੰਕਤੀਆਂ ਤੋਂ ਇਹ ਸ਼ਬਦ ਦਾ ਸਿਧਾਂਤ ਹੈ। ਆਰੰਭ ਹੁੰਦਾ ਜੀਅ ਕੀ ਇੱਕ ਹੈ ਹੀ ਪਹਿਮਾਨੀ। ਜੀਵ ਦੀ ਇੱਕ ਵਾਹਿਗੁਰੂ ਦੇ ਚਰਨਾਂ ਵਿੱਚ ਕੀਤੀ ਹੋਈ ਅਰਦਾਸ ਹੀ ਮੰਨੀ ਜਾਂਦੀ ਹੈ, ਸੁਣੀ ਜਾਂਦੀ ਹੈ। ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ। ਸਾਧ ਸੰਗਤ ਜੀ ਧੰਨ ਬਾਬਾ ਦੀਪ ਸਿੰਘ ਜੀ ਇੱਥੋਂ ਕਮਰ ਕੱਸਾ ਲਾ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅਦਬ ਸਤਿਕਾਰ ਲਈ ਅਰਦਾਸ ਕਰਕੇ ਤੁਰੇ ਸਨ ਔਰ ਸ੍ਰੀ ਤਰਨਤਾਰਨ ਸਾਹਿਬ ਕੜਾਹ ਪ੍ਰਸ਼ਾਦ ਦੀ ਦੇ ਕਰਾ ਕੇ ਅਰਦਾਸਾ ਕੀਤਾ ਸੀ ਕਿ ਸੱਚੇ ਪਾਤਸ਼ਾਹ ਜਿੰਨਾ ਚਿਰ ਵੈਰੀਆਂ ਨੂੰ ਮੈਂ ਸ੍ਰੀ ਹਰਿਮੰਦਰ ਸਾਹਿਬ ਦੇ ਘੇਰੇ ਦੇ ਵਿੱਚੋਂ ਬਾਹਰ ਨਹੀਂ ਕੱਢ ਦਿੰਦਾ, ਵੈਰੀਆਂ ਤੋਂ ਜ਼ਾਲਮਾਂ ਤੋਂ ਹਰਿਮੰਦਰ ਸਾਹਿਬ ਨੂੰ ਆਜ਼ਾਦ ਨਹੀਂ ਕਰਵਾ ਲੈਂਦਾ, ਮੈਂ ਸ਼ਹੀਦੀ ਨਹੀਂ ਪ੍ਰਾਪਤ ਕਰਾਂਗਾ। ਕਲਗੀਧਰ ਪਾਤਸ਼ਾਹ ਜੀ ਨੂੰ ਜਦੋਂ ਬਾਬਾ ਦੀਪ ਸਿੰਘ ਜੀ ਭਾਈ ਮਨੀ ਸਿੰਘ ਜੀ ਨੇ ਕਿਹਾ ਮਹਾਰਾਜ ਦੇਹ ਮੁਕਤੀ ਦਾ ਬੜਾ ਆਨੰਦ ਹੈ, ਮਹਾਰਾਜ ਕਹਿਣ ਲੱਗੇ ਤੁਹਾਨੂੰ ਜੀਵਨ ਮੁਕਤੀ ਦਾ ਆਨੰਦ ਦੋਨਾਂ ਨੂੰ ਬਖਸ਼ਾਂਗੇ। ਔਰ ਇਹੋ ਜਿਹਾ ਆਨੰਦ ਭਾਈ ਮਨੀ ਸਿੰਘ ਧਰਮ ਦੀ ਖਾਤਰ ਜੇ ਤੇਰਾ ਕਿਤੇ ਬੰਦ ਵੀ ਕੱਟਿਆਗਾ ਤੇਰੇ ਆਨੰਦ ਵਿੱਚ ਕਦੇ ਫਰਕ ਨਹੀਂ ਪਏਗਾ। ਸਾਧ ਸੰਗਤ ਜੀ ਇਤਿਹਾਸ ਵਿੱਚ ਜ਼ਿਕਰ ਆਉਂਦਾ ਭਾਈ ਮਨੀ ਸਿੰਘ ਜੀ ਦਾ ਬੰਦ ਕੱਟਿਆ ਗਿਆ, ਸੁਖਮਨੀ ਸਾਹਿਬ ਜੀ ਦਾ ਪਾਠ ਕਰ ਰਹੇ ਸਨ। ਜਦੋਂ ਬੰਦ ਕੱਟਣਾ ਸ਼ੁਰੂ ਕੀਤਾ ਆਪ ਜੀ ਨੇ ਸੁਖਮਨੀ ਸਾਹਿਬ ਜੀ ਦਾ ਪਾਠ ਆਰੰਭ ਕੀਤਾ। ਜਦੋਂ 7ਵੀਂ ਅਸ਼ਟਪਦੀ ਸੰਪੂਰਨ ਹੋਈ ਉਦੋਂ ਸਾਰਾ ਬੰਦ ਸਰੀਰ ਟੁਕੜੇ ਕਰ ਦਿੱਤਾ ਗਿਆ ਸੀ, ਪਰ ਜਿੰਨਾ ਚਿਰ ਸੁਖਮਨੀ ਸਾਹਿਬ ਸੰਪੂਰਨ ਨਹੀਂ ਹੋਇਆ ਉਹਨਾਂ ਚਿਰ ਭਾਈ ਮਨੀ ਸਿੰਘ ਜੀ ਦੇ ਬੰਦ ਵਿੱਚੋਂ ਟੁਕੜੇ ਵਿੱਚੋਂ ਸੁਖਮਨੀ ਸਾਹਿਬ ਦੇ ਪਾਠ ਦੀ ਆਵਾਜ਼ ਆਉਂਦੀ ਰਹੀ। ਐਸਾ ਜੀਵਨ ਮੁਕਤੀ ਦਾ ਆਨੰਦ ਕਲਗੀਆਂ ਵਾਲਿਆਂ ਨੇ ਬਖਸ਼ਿਆ ਸੀ। ਔਰ ਬਾਬਾ ਦੀਪ ਸਿੰਘ ਜੀ ਨੂੰ ਆਖਿਆ ਸੀ ਤੁਹਾਡਾ ਧੜ ਨਾਲੋਂ ਸੀਸ ਵੀ ਅਲੱਗ ਹੋ ਜਾਏ ਤੁਹਾਡੇ ਆਨੰਦ ਵਿੱਚ ਫਰਕ ਨਹੀਂ ਪਵੇਗਾ, ਐਸਾ ਆਨੰਦ ਬਖਸ਼ ਦੇਵਾਂਗੇ ਤੁਹਾਨੂੰ। ਸੋ ਬਾਬਾ ਜੀ ਨੇ ਤਲੀ ਤੇ ਸੀਸ ਰੱਖ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਉਰੇ ਹੀ ਗੁਰਦੁਆਰਾ ਟਾਹਲਾ ਸਾਹਿਬ, ਉੱਥੋਂ ਪੁਰਾਣੇ 6 ਕੋਹ ਬਣਦੇ ਆ ਹਰਿਮੰਦਰ ਸਾਹਿਬ ਦੇ 6 ਕੋਹ ਤੇ 10-12 ਕਿਲੋਮੀਟਰ ਦਾ ਪੈਂਡਾ। ਆਪ ਜੀ ਨੇ ਸੱਜੇ ਹੱਥ ਦੇ ਉੱਤੇ ਆਪਣੀ ਤਲੀ ਦੇ ਉੱਤੇ ਸੀਸ ਰੱਖ, ਖੱਬੇ ਹੱਥ ਦੀ ਤਲੀ ਉੱਤੇ ਸੀਸ ਰੱਖ ਕੇ ਸੱਜੇ ਹੱਥ ਵਿੱਚ 18 ਸੇਰ ਪੱਕੇ ਦਾ ਖੰਡਾ ਪਕੜ ਕੇ ਵੈਰੀਆਂ ਦੇ ਆਹੂ ਲਾਉਂਦੇ ਹੋਏ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਾ ਕੇ ਆਪਣਾ ਸੀਸ ਭੇਟਾ ਕੀਤਾ।
ਪ੍ਰਕਰਮਾਂ ਦੇ ਵਿੱਚ ਜਿਵੇਂ ਫੁੱਲ ਭੇਟਾ ਕਰੀਦੇ ਆ, ਧੰਨ ਗੁਰੂ ਰਾਮਦਾਸ ਜੀ ਦੇ ਚਰਨਾਂ 'ਚ ਸਿੱਖ ਕੋਈ ਮਾਇਆ ਭੇਟਾ ਕਰਦਾ, ਕੋਈ ਵਸਤਰ, ਕੋਈ ਫਲ, ਕੋਈ ਧਨ। ਧੰਨ ਬਾਬਾ ਦੀਪ ਸਿੰਘ ਜੀ ਨੇ ਆਪਣੇ ਸੀਸ ਦੀ ਭੇਟਾ ਚੜ੍ਹਾਈ। ਸੋ ਅਰਦਾਸ ਪੂਰੀ ਹੋਈ ਕਿ ਮਹਾਰਾਜ ਸ੍ਰੀ ਹਰਿਮੰਦਰ ਸਾਹਿਬ ਨੂੰ ਵੈਰੀਆਂ ਦੇ ਘੇਰੇ ਵਿੱਚੋਂ ਆਜ਼ਾਦ ਕਰਾ ਕੇ ਸ਼ਹੀਦੀ ਦੇਵਾਂਗੇ। ਉਹ ਅਰਦਾਸ ਬਾਬਾ ਜੀ ਦੀ ਪੂਰੀ ਹੋਈ। ਸੋ ਸਾਧ ਸੰਗਤ ਜੀ, ਜੀ ਕੀ ਇੱਕ ਹੀ ਪਹਿਮਾਨੀ, ਜੀਵ ਦੀ ਇੱਕੋ ਹੀ ਕੀਤੀ ਹੋਈ ਅਰਦਾਸ ਵਾਹਿਗੁਰੂ ਦੇ ਦਰ ਤੇ ਮੰਨੀ ਜਾਂਦੀ ਹੈ। ਹੋਰ ਯਤਨ ਸਾਧਨ ਜਿੰਨੇ ਮਰਜ਼ੀ ਕੋਈ ਕਰ ਲਵੇ, ਉਹਨਾਂ ਦੀ ਤਿਲ ਜਿੰਨੀ ਵੀ ਕੀਮਤ ਨਹੀਂ ਜਾਣੀ ਜਾਂਦੀ। ਪਰ ਅਰਦਾਸ ਕਿਹਨਾਂ ਦੀ ਮੰਨੀ ਜਾਂਦੀ ਹੈ? ਸੁਣੋ। ਜਿਸ ਕਾ ਤਨ ਮਨ ਧਨ ਸਭ ਤਿਸ ਕਾ। ਜਿਸ ਵਾਹਿਗੁਰੂ ਨੇ ਤਨ ਸਰੀਰ ਦਿੱਤਾ, ਮਨ ਵੀ ਉਸੇ ਨੇ ਸਰੀਰ ਦੇ ਵਿੱਚ ਪੈਦਾ ਕੀਤਾ, ਔਰ ਧਨ ਵੀ ਉਸੇ ਵਾਹਿਗੁਰੂ ਨੇ ਵਰਤਣ ਵਾਸਤੇ ਜੀਵ ਨੂੰ ਦਿੱਤਾ ਹੈ। ਜਿਸ ਦਾ ਤਨ ਹੈ, ਜਿਸ ਨੇ ਮਨ ਦਿੱਤਾ, ਜਿਸ ਨੇ ਧਨ ਦਿੱਤਾ ਨਾ, ਇਹ ਗੁਰਸਿੱਖੇ ਸਾਰਾ ਕੁਝ ਉਸ ਨੂੰ ਸਮਰਪਿਤ ਕਰ ਦੇ। ਜਦੋਂ ਤੂੰ ਆਪਣਾ ਮਨ ਵੀ ਗੁਰੂ ਨੂੰ ਭੇਟਾ ਕਰ ਦੇਵੇਂਗਾ, ਤਨ ਵੀ ਭੇਟਾ ਕਰ ਦੇਵੇਂਗਾ, ਜਿਵੇਂ ਪੰਜਾਂ ਪਿਆਰੇ ਨੇ ਆਪਣਾ ਸਰੀਰ ਵੀ ਭੇਟਾ ਕਰ ਦਿੱਤਾ, ਧਨ ਵੀ ਗੁਰੂ ਦਾ ਸਮਝੇਗਾ, ਤਾਂ ਫੇਰ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ। ਜਦੋਂ ਤੇਰੀ ਹਉਮੈ ਵਿੱਚੋਂ ਚਲੀ ਗਈ, ਹਉਮੈ ਛੱਡ ਦਿੱਤੀ, ਸਭ ਕੁਝ ਗੁਰੂ ਦਾ ਸਮਝ ਕੇ ਗੁਰੂ ਨੂੰ ਸਮਰਪਿਤ ਕਰ ਦਿੱਤਾ ਨਾ, ਤੇ ਗੁਰੂ ਦੇ ਜਦੋਂ ਤੂੰ ਆਸਰੇ ਹੋ ਗਿਆ, ਫੇਰ ਤੇਰੀ ਕੀਤੀ ਹੋਈ ਅਰਦਾਸ ਗੁਰੂ ਦੇ ਦਰ ਤੇ ਮੰਨੀ ਜਾਏਗੀ, ਸੁਣੀ ਜਾਏਗੀ। ਜਿੰਨਾ ਚਿਰ ਹਉ ਹੰਗਤਾ ਅੰਦਰ ਜਾਂ ਹੰਕਾਰ ਹੈ, ਉਹਨਾਂ ਚਿਰ ਅਰਦਾਸ ਨਹੀਂ ਮੰਨੀ ਜਾਂਦੀ, ਨਾ ਸੁਣੀ ਜਾਂਦੀ ਹੈ, ਨਾ ਪੂਰੀ ਹੁੰਦੀ ਹੈ। ਇਸ ਕਰਕੇ ਕਹਿ ਦੇਣਾ ਬੜਾ ਸੌਖਾ, ਬਿਰਥੀ ਕਦੇ ਨਾ ਹੋ ਬਈ ਜਨ ਕੀ ਅਰਦਾਸ। ਭਾਈ ਜਨ ਬਣਨਾ ਬੜਾ ਔਖਾ। ਜਨ ਸੇਵਕ ਕੌਣ ਬਣਦਾ? ਜਿਹੜਾ ਤਨ ਮਨ ਧਨ ਸਭ ਗੁਰੂ ਨੂੰ ਭੇਟਾ ਕਰ ਦਿੰਦਾ, ਉਹ ਜਨ ਬਣਦਾ। ਉਹਦੀ ਕੀਤੀ ਹੋਈ ਅਰਦਾਸ ਸੁਣੀ ਜਾਂਦੀ ਹੈ, ਪ੍ਰਵਾਨ ਹੁੰਦੀ ਹੈ। ਸੋਈ ਸੁਗੜ ਸੁਜਾਨੀ। ਉਹ ਵਾਹਿਗੁਰੂ ਸਾਰਿਆਂ ਦੇ ਹਿਰਦਿਆਂ ਦੀ ਸ੍ਰੇਸ਼ਟ, ਉਹ ਜਾਣਨ ਵਾਲਾ ਅੰਤਰਜਾਮੀ ਹੈ। ਸੁਗੜ ਸ੍ਰੇਸ਼ਟ ਜੀਵਾਂ ਦੇ ਸਰੀਰਾਂ ਦੀ, ਸੰਸਾਰ ਦੀ, ਬਣਤਰ ਦੀ, ਸਾਰੀਆਂ ਪ੍ਰਕਿਰਤੀ ਸਮੇਤ ਸਾਰੀਆਂ ਘਾੜਤਾਂ ਨੂੰ ਘੜਨ ਵਾਲਾ ਹੈ। ਇਸ ਕਰਕੇ ਉਸੇ ਨੇ ਤੈਨੂੰ ਬੜਾ ਸੋਹਣਾ ਤਨ ਸਰੀਰ ਦੇ ਕੇ ਤੇਰੇ ਸਰੀਰ ਦੀ ਘਾੜਤ ਘੜੀ ਹੈ। ਤੇ ਤੇਰੇ ਮਨ ਦੀਆਂ ਜਿੰਨੀਆਂ ਬਿਰਥਾਂ ਨਾ, ਮਨ ਵਿੱਚ ਤੇਰੇ ਕੀ ਸੰਕਲਪ ਚੱਲਦੇ ਆ, ਉਹ ਜਾਣਦਾ, ਉਹ ਅੰਤਰਜਾਮੀ ਹੈ। ਤੇ ਜਿਹੜਾ ਧਨ ਦਿੱਤਾ, ਇਹ ਵੀ ਉਸੇ ਦਾ ਹੀ ਦਿੱਤਾ ਹੋਇਆ। ਇਸ ਕਰਕੇ ਉਸ ਵਾਹਿਗੁਰੂ ਨੂੰ ਤਨ ਮਨ ਧਨ ਅਰਪਿਤ ਕਰਕੇ ਸਾਰੀਆਂ ਘਾੜਤਾਂ ਨੂੰ ਘੜਨ ਵਾਲਾ, ਸਾਰੇ ਦੁੱਖਾਂ ਨੂੰ ਮੇਟਣ ਵਾਲਾ, ਸੁੱਖਾਂ ਦੀਆਂ ਘਾੜਤਾਂ ਘੜਨ ਵਾਲਾ, ਉਸੇ ਨੂੰ ਜਾਣ। ਉਹੀ ਤੇਰੇ ਦਿਲ ਦੀ ਬਿਰਥਾ, ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ। ਐਸੀ ਭਾਵਨਾ ਨਾਲ ਸਤਿਗੁਰੂ ਅੱਗੇ ਅਰਦਾਸ ਕਰੇਗਾ, ਜਦੋਂ ਤਿਨ ਹੀ ਸੁਣਿਆ ਦੁੱਖ ਸੁਖ ਮੇਰਾ। ਉਹ ਵਾਹਿਗੁਰੂ ਤੇਰਾ ਦੁੱਖ ਸੁਣ ਕੇ, ਜਿਵੇਂ ਆਪਾਂ ਕਹਿੰਦੇ ਆ ਵੀ ਮੇਰਾ ਦੁੱਖ ਮੇਰਾ ਸੁੱਖ, ਮੈਂ ਤਾਂ ਵਾਹਿਗੁਰੂ ਦੇ ਅੱਗੇ ਹੀ ਬਿਆਨ ਕੀਤਾ। ਮੇਰੇ ਦੁੱਖ ਸੁੱਖ ਨੂੰ ਸੁਣਨ ਵਾਲਾ ਉਹੀ ਹੈ। ਭਾਵ ਇਹ ਹੈ ਦੁੱਖ ਮੇਟ ਕੇ ਸੁੱਖ ਦੇਣ ਵਾਲਾ। ਇਸ ਕਰਕੇ ਉਹ ਵਾਹਿਗੁਰੂ ਹੀ ਤੇਰੇ ਦੁੱਖਾਂ ਦੀ ਫਰਿਆਦ ਨੂੰ ਸੁਣ ਕੇ ਤੈਨੂੰ ਸੁੱਖ ਬਖਸ਼ਣ ਵਾਲਾ ਹੈ। ਤੇਰੇ ਦੁੱਖ ਸੁੱਖ ਦੀ ਬੇਨਤੀ ਸੁਣਨ ਵਾਲਾ ਵੀ ਵਾਹਿਗੁਰੂ ਆਪ ਹੈ। ਸਿੱਖ ਪਹਿਲਾਂ ਅਰਦਾਸ ਕਰਦਾ, ਮਹਾਰਾਜ ਮੇਰੇ ਦੁੱਖ ਮੇਟ ਦਿਓ। ਸਤਿਗੁਰੂ ਦੁੱਖ ਮੇਟ ਦਿੰਦਾ ਤੇ ਦੁੱਖ ਮੇਟ ਕੇ ਸੁੱਖ ਬਖਸ਼ਦਾ। ਸਿੱਖ ਨੂੰ ਸੁੱਖ ਪ੍ਰਾਪਤ ਕਰਕੇ ਵੀ ਅਰਦਾਸ ਕਰਨੀ ਚਾਹੀਦੀ ਹੈ ਕਿ ਮਹਾਰਾਜ ਮੇਰਾ ਦੁੱਖ ਸੁਣ ਕੇ ਮੇਰਾ ਦੁੱਖ ਮਿਟਿਆ, ਤੇ ਜਿਹੜਾ ਸੁੱਖ ਬਖਸ਼ਿਆ ਇਹ ਵੀ ਤੁਸੀਂ ਬਖਸ਼ਿਆ। ਸੁੱਖ ਵੇਲੇ ਵੀ ਅਰਦਾਸ ਸ਼ੁਕਰਾਨੇ ਦੀ ਕਰਨੀ, ਦੁੱਖ ਵੇਲੇ ਜਾਚਨਾ ਕਰਨੀ, ਬੇਨਤੀ ਕਰਨੀ ਆਪਣੇ ਸਤਿਗੁਰੂ ਅੱਗੇ। ਇਸ ਕਰਕੇ ਸਤਿਗੁਰੂ ਹੀ ਅਰਦਾਸ ਸੁਣਨ ਵਾਲਾ ਹੈ। ਤਉ ਬਿਦ ਨਿੱਕੀ ਖਟਾਨੀ। ਤਾਂ ਕਰਕੇ ਭਾਈ ਚੰਗੀ ਖੱਟੀ ਜੀਵਨ ਦੇ ਵਿੱਚ ਖੱਟੀ ਜਾਂਦੀ ਹੈ। ਇਹੀ ਬਿਧ ਤਰੀਕਾ ਹੈ, ਜੁਗਤੀ ਹੈ ਖੱਟੀ ਖੱਟਣ ਦਾ, ਚੰਗੀ ਤੋਂ ਚੰਗੀ ਖੱਟੀ ਖੱਟਣ ਦਾ, ਸ਼ੁਭ ਗੁਣਾਂ ਦੀ ਕਮਾਈ ਦੀ ਔਰ ਦੁਨਿਆਵੀ ਸੁੱਖਾਂ ਦੀ ਖੱਟੀ, ਹੋਰ ਜਿੰਨੇ ਵੀ ਧਰਮ ਅਰਥ ਕਾਮ ਮੋਖ, ਇਹਨਾਂ ਦੀ ਖੱਟੀ ਖੱਟਣ ਦਾ ਇਹੋ ਹੀ ਤਰੀਕਾ ਹੈ ਕਿ ਆਪਣਾ ਤਨ ਮਨ ਗੁਰੂ ਨੂੰ ਸਮਰਪਿਤ ਕਰ ਦੇ। ਜਦੋਂ ਸਮਰਪਿਤ ਕਰ ਦਿੱਤਾ, ਗੁਰੂ ਦੇ ਅੱਗੇ ਅਰਦਾਸ ਕੀਤੀ,
ਤਾਂ ਸਤਿਗੁਰੂ ਨੇ ਅਰਦਾਸ ਸੁਣ ਕੇ ਫਿਰ ਸਿੱਖ ਦਾ ਜੋ ਸੰਕਲਪ ਸੀ ਉਹ ਪੂਰਾ ਕਰ ਦਿੱਤਾ। ਜੇ ਜੀਵਨ ਵਿੱਚ ਨੀਕੀ ਚੰਗੀ ਖੱਟੀ ਖੱਟਣੀ ਚਾਹੁੰਦਾ, ਕੋਈ ਲਾਹਾ ਲੈਣਾ ਚਾਹੁੰਦਾ, ਕੋਈ ਲਾਭ ਲੈਣਾ ਚਾਹੁੰਦਾ ਜੀਵਨ ਵਿੱਚ, ਤਾਂ ਭਾਈ ਮਹਾਰਾਜ ਕਹਿੰਦੇ ਇਹੀ ਇੱਕੋ ਇੱਕ ਵਿਧ ਜੁਗਤੀ ਢੰਗ ਤਰੀਕਾ ਕਿ ਆਪਣਾ ਤਨ ਮਨ ਧਨ ਗੁਰੂ ਨੂੰ ਅਰਪਿਤ ਕਰ ਦੇ, ਗੁਰੂ ਦੇ ਹੁਕਮ ਵਿੱਚ ਚੱਲਣਾ ਕਰ, ਕਦੇ ਗੁਰੂ ਤੋਂ ਮਨਮੁਖ ਨਾ ਹੋਣਾ ਕਰ, ਮੁਨਕਰ ਨਾ ਹੋਣਾ ਕਰ। ਜੀਅ ਕੀ ਏਕ ਹੀ ਪਹਿਮਾਨੀ, ਫੇਰ ਹੀ ਮਨੁੱਖਾ ਜਨਮ ਦੀ ਚੰਗੀ ਖੱਟੀ ਖੱਟ ਸਕੇਗਾ। ਜੇ ਗੁਰੂ ਨੂੰ ਸਭ ਕੁਝ ਸਮਰਪਿਤ ਕਰੇਗਾ, ਮਨੁੱਖਾ ਜੀਵਨ ਦੀ ਸਫਲਤਾ ਦੀ ਖੱਟੀ, ਸਤਸੰਗਤ ਦੀ ਖੱਟੀ, ਭਾਵ ਭਗਤੀ ਦੀ ਖੱਟੀ, ਵਾਹਿਗੁਰੂ ਦੇ ਦਰੋਂ ਪਰਮੇਸ਼ਰ ਦੀ ਪ੍ਰਾਪਤੀ ਦੀ ਚੰਗੀ ਖੱਟੀ, ਇਹ ਕਮਾਈ ਤਾਂ ਹੀ ਖੱਟ ਸਕੇਗਾ ਜੇ ਤਨ ਮਨ ਧਨ ਗੁਰੂ ਨੂੰ ਸਮਰਪਿਤ ਕਰੇਗਾ। ਇਸ ਢੰਗ ਨਾਲ ਤੇਰੀ ਕੀਤੀ ਹੋਈ ਅਰਦਾਸ ਵਾਹਿਗੁਰੂ ਦੇ ਦਰ ਤੇ ਮੰਨੀ ਜਾਂਦੀ, ਸੁਣੀ ਜਾਂਦੀ ਹੈ। ਅਵਰ ਜਤਨ ਕਰ ਰਹੇ ਬਹੁ ਤੇਰੇ, ਹੋਰ ਜਿੰਨੇ ਵੀ ਕੋਈ ਯਤਨ ਕਰਦਾ, ਕੋਈ ਸਾਧ ਸੰਗਤ ਜੀ ਆ ਜਲ ਧਾਰੇ ਕਰਦਾ, ਕੋਈ ਪੁੱਠੇ ਲਮਕਦਾ, ਪਤਾ ਨਹੀਂ ਕਿੰਨੇ ਕਿੰਨੇ ਲੋਕ ਸਾਧਨ ਕਰਦੇ ਆ। ਇਹ ਜਿੰਨੇ ਵੀ ਸਾਧਨ ਕਰਨੇ ਆ ਨਾ, ਹੋਂ ਦੇ ਸਹਿਤ ਹੋ ਕੇ ਜਿੰਨੇ ਵੀ ਸਾਧਨ ਕੀਤੇ, ਮੋਨ ਪਇਓ ਕਰਪਾਤੀ ਰਹਿਓ, ਨਗਨ ਫਿਰਿਓ ਬਨਮਾਹੀ, ਤਰ ਤੀਰਥ ਸਭ ਧਰਤੀ ਭ੍ਰਮਿਓ, ਦੁਬਦਾ ਛੁਟਕੈ ਨਾਹੀ। ਇਹ ਜਿੰਨੇ ਵੀ ਸਾਧਨ ਬਹੁਤੇ ਕੀਤੇ ਆ ਬੰਦੇ ਨੇ ਹਉਮੈ ਦੇ ਸਹਿਤ, ਤਿੰਨ ਤਿਲ ਨਹੀਂ ਕੀਮਤ ਜਾਨੀ, ਵਾਹਿਗੁਰੂ ਦੀ ਦਰਗਾਹ ਵਿੱਚ ਉਹਦੇ ਦਰ ਤੇ ਉਹਨਾਂ ਦੀ ਤਿਲ ਜਿੰਨੀ ਵੀ ਕੀਮਤ ਨਹੀਂ ਜਾਣੀ ਜਾਂਦੀ, ਤਿਲ ਜਿੰਨੀ ਕੀਮਤ ਵੀ ਨਹੀਂ ਪੈਂਦੀ। ਕੇਵਲ ਇੱਕ ਅਰਦਾਸ, ਤੇ ਅਰਦਾਸ ਦਾ ਢੰਗ ਹੈ ਤਨ ਮਨ ਧਨ ਅਰਪਣ ਕਰ ਦੇਣਾ ਸਭ ਕੁਝ, ਗੁਰੂ ਦੀ ਆਗਿਆ ਵਿੱਚ ਚੱਲਣਾ, ਉਹਦੇ ਭੈ ਵਿੱਚ ਚੱਲਣਾ, ਗੁਰੂ ਦੇ ਹੁਕਮਾਂ ਦੀ ਕਮਾਈ ਕਰਨੀ, ਗੁਰੂ ਦੀ ਗੁਰਸਿੱਖ ਮੀਤ ਚਲੋ ਗੁਰ ਚਾਲੀ, ਇਹ ਖੱਟੀ ਖੱਟਣੀ ਹੈ। ਜੇ ਖੱਟ ਲਈ ਤਾਂ ਫਿਰ ਅਰਦਾਸ ਵੀ ਸੁਣੀ ਜਾਏਗੀ। ਬਾਕੀ ਜਿੰਨੇ ਕੋਈ ਸਾਧਨ ਕਰ ਲਵੇ ਉਹਨਾਂ ਦੀ ਤਿਲ ਜਿੰਨੀ ਕੀਮਤ ਵੀ ਨਹੀਂ ਪੈਂਦੀ। ਰਹਾਓ ਵਿਸਰਾਮ ਦੇ ਕੇ ਹਜੂਰ ਫਰਮਾਉਂਦੇ ਆ, ਅੰਮ੍ਰਿਤ ਨਾਮ ਨਿਰਮੋਲਕ ਹੀਰਾ, ਵਾਹਿਗੁਰੂ ਦਾ ਜਿਹੜਾ ਨਾਮ ਹੈ ਮਿਰਤੂ ਦੇ ਭੈ ਤੋਂ ਰਹਿਤ ਕਰਨ ਵਾਲਾ। ਧੰਨ ਬਾਬਾ ਦੀਪ ਸਿੰਘ ਜੀ, ਭਾਈ ਮਨੀ ਸਿੰਘ ਜੀ ਦੇ ਨੇੜੇ, ਧੰਨ ਬਾਬਾ ਗੁਰਬਖਸ਼ ਸਿੰਘ ਜੀ, ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ, ਇਹਨਾਂ ਦੇ ਨੇੜੇ ਮੌਤ ਦਾ ਭੈ ਆਇਆ ਹੀ ਨਹੀਂ। ਇਸ ਕਰਕੇ ਮੌਤ ਦੇ ਭੈ ਤੋਂ ਰਹਿਤ ਕਰਨ ਵਾਲਾ ਵਾਹਿਗੁਰੂ ਦਾ ਨਾਮ ਹੈ। ਅੰਮ੍ਰਿਤ ਨਾਮ ਰਸ ਪੈਦਾ ਕਰਨ ਵਾਲਾ, ਅੰਮ੍ਰਿਤ ਆਨੰਦ ਬਖਸ਼ਣ ਵਾਲਾ ਵਾਹਿਗੁਰੂ ਦਾ ਨਾਮ ਹੈ। ਨਿਰਮੋਲਕ ਹੈ ਭਾਈ, ਹੀਰੇ ਦੇ ਤਾਂ ਕਿਤੇ ਨਾ ਕਿਤੇ ਮੁੱਲ ਪੈਂਦਾ ਦੇਖਿਆ, ਪਰ ਨਾਮ ਰੂਪ ਜਿਹੜਾ ਹੀਰਾ ਇਹ ਨਿਰਮੋਲਕ ਹੈ, ਇਹਦਾ ਕੋਈ ਮੁੱਲ ਨਹੀਂ ਕਥਨ ਕਰਕੇ ਦੱਸ ਸਕਦਾ। ਨਾਮਦੇਵ ਜੀ ਦੇ ਕੋਲੇ ਨਿਰਮੋਲਕ ਹੀਰਾ ਪਰਮੇਸ਼ਰ ਦਾ ਨਾਮ ਸੀ, ਤੇ ਜਦੋਂ ਨਾਮ ਦੀ ਕਮਾਈ ਕੀਤੀ ਭਗਤ ਨਾਮਦੇਵ ਜੀ ਨੇ, ਤਾਂ ਸਾਧ ਸੰਗਤ ਜੀ ਉਹ ਨਾਮਦੇਵ ਨਾਮ ਜਪ ਜਪ ਕੇ ਨਾ ਅਮੋਲਕ ਜੀਵਨ ਦਾ ਧਾਰਨੀ ਬਣ ਗਿਆ। ਇਸ ਕਰਕੇ ਵਾਹਿਗੁਰੂ ਦਾ ਨਾਮ ਅਮੋਲਕ ਹੈ। ਸਾਈਂ ਨਾਮ ਅਮੋਲ ਕੀਮ ਨਾ ਕੋਈ ਜਾਣਦਾ। ਇਸ ਕਰਕੇ ਵਾਹਿਗੁਰੂ ਦਾ ਜਿਹੜਾ ਨਾਮ ਰੂਪ ਹੀਰਾ ਪਾਈਏ ਨਿਰਮੋਲਕ ਹੈ, ਮੁੱਲ ਨਹੀਂ ਇਹਦਾ ਕਥਨ ਕਰਕੇ ਦੱਸਿਆ ਜਾ ਸਕਦਾ, ਅਮੋਲਕ ਹੈ। ਗੁਰ ਦੀਨੋ ਮੰਤਾਨੀ, ਸਤਿਗੁਰਾਂ ਨੇ ਗੁਰੂ ਸਰੂਪ ਹੋ ਕਰਕੇ ਦਸਾਂ ਪਾਤਸ਼ਾਹੀਆਂ ਨੇ ਉਹ ਨਾਮ ਸਾਨੂੰ ਮੂਲ ਮੰਤਰ ਵਾਹਿਗੁਰੂ ਮੰਤਰ ਦੇ ਰੂਪ ਦੇ ਵਿੱਚ ਅੰਮ੍ਰਿਤ ਛਕਾ ਕੇ ਪੰਜਾਂ ਪਿਆਰਿਆਂ ਦੁਆਰਾ ਸਾਨੂੰ ਦੇਣਾ ਕੀਤਾ ਹੈ। ਡਿੱਗੈ ਨਾ ਡੋਲਾ ਦ੍ਰਿੜ ਕਰ ਰਹੇ ਹੋ, ਜਿਨ੍ਹਾਂ ਨੂੰ ਗੁਰਮੰਤਰ ਮਿਲ ਗਿਆ, ਸਤਿਗੁਰੂ ਨੇ ਦੇ ਦਿੱਤਾ, ਉਹਨਾਂ ਦਾ ਜੀਵਨ ਨਿਰਮੋਲਕ ਹੀਰਿਆਂ ਵਰਗਾ ਬਣ ਗਿਆ। ਉਹਨਾਂ ਦੇ ਜੀਵਨ ਵਿੱਚ ਅੰਮ੍ਰਿਤ ਮਠਾਸ ਪੈਦਾ ਹੋ ਗਈ, ਔਗਣਾਂ ਦੀ ਜ਼ਹਿਰ ਮਿਟ ਗਈ ਉਹਨਾਂ ਦੇ ਅੰਦਰੋਂ। ਔਰ ਡਿੱਗਾ ਨਾ ਡੋਲਾ ਦ੍ਰਿੜ ਕਰ ਰਹੇ ਹੋ, ਉਹ ਡਿੱਗਦੇ ਨਹੀਂ ਵਿਕਾਰਾਂ ਦੇ ਵਿੱਚ, ਡੋਲਦੇ ਨਹੀਂ ਦੁੱਖਾਂ ਦੇ ਵਿੱਚ, ਤੇ ਦ੍ਰਿੜ ਕਰ ਰਹੇ ਹੋ। ਉਹਨਾਂ ਨੇ ਦ੍ਰਿੜ ਕਰਕੇ ਪ੍ਰਪੱਕ ਕਰਕੇ ਨਾਮ ਨੂੰ ਹਿਰਦੇ ਦੇ ਵਿੱਚ ਧਾਰਨ ਕੀਤਾ ਹੋਇਆ ਹੈ। ਗੁਰਸਿੱਖੀ ਨੂੰ ਦ੍ਰਿੜ ਕਰਕੇ ਉਹਨਾਂ ਨੇ ਧਾਰਨ ਕਰ ਲਿਆ।
ਇਸ ਕਰਕੇ ਡੋਲਦੇ ਨਹੀਂ ਦੁੱਖਾਂ ਦੇ ਵਿੱਚ। ਪੂਰਨ ਹੋਏ ਤ੍ਰਿਪਤਾਨੀ, ਪੂਰੀ ਤ੍ਰਿਪਤੀ ਪੂਰਾ ਰੱਜ ਉਹਨਾਂ ਨੂੰ ਪ੍ਰਾਪਤ ਹੋ ਗਿਆ। ਤ੍ਰਿਸ਼ਨਾ ਦੇ ਵਿੱਚ ਮਨ ਨਹੀਂ ਭਟਕਦਾ ਹੈ। ਓਏ ਜੋ ਬੀਚ ਹਮ ਤੁਮ ਕਛ ਹੋਤੇ, ਉਹ ਜਿਹੜੀ ਹਮ ਹੰਗਤਾ ਸੀ, ਤੁਮ ਜੋ ਤੇਰ ਪੁਣਾ, ਮੇਰਾ ਔਰ ਤੇਰਾ ਪੁਣਾ, ਇਹਨੂੰ ਦਵੈਸ਼ ਕਿਹਾ ਜਾਂਦਾ ਹੈ। ਦਵੈਤ ਦ੍ਰਿਸ਼ਟੀ ਜਿਹੜੀ ਸੀ ਨਾ, ਓਏ ਜੋ बीच हम तुम कुछ होते, आ मेरा आ तेरा, मेर तेर जब इन्ह चुकाई। ਇਹ ਜਿਹੜੀ ਮੇਰ ਤੇਰ ਸੀ ਸਾਧ ਸੰਗਤ ਜੀ, ਜੋ ਹਮ ਤੁਮ ਦੀਆਂ ਗੱਲਾਂ ਸਨ ਦਵੈਸ਼ ਕਰਕੇ ਪਈਆਂ ਹੋਈਆਂ, ਦਵੈਤ ਕਰਕੇ, ਉਹ ਜੋ ਕੁਛ ਹਿਰਦੇ ਦੇ ਵਿੱਚ ਦਵੈਤ ਦੇ ਖਿਆਲ ਜਾਂ ਦਵੈਤ ਦਾ ਪ੍ਰਵਾਹ, ਮੇਰ ਤੇਰ ਦਾ, ਹੰਗਤਾ ਮਮਤਾ ਦਾ ਚੱਲਦਾ ਸੀ। ਤਿਨ ਕੀ ਬਾਤ ਬਿਲਾਨੀ, ਜਦੋਂ ਗੁਰੂ ਦੇ ਦਿੱਤੇ ਗੁਰਮੰਤਰ ਨੇ ਹਿਰਦੇ ਵਿੱਚ ਥਾਂ ਬਣਾ ਲਿਆ ਨਾ, ਤਾਂ ਉੱਥੋਂ ਫਿਰ ਇਹਨਾਂ ਦੀ ਬਾਤ, ਇਹਨਾਂ ਦੀ ਗੱਲ ਬਲਾਨੀ ਚਲੀ ਗਈ, ਦੂਰ ਹੋ ਗਈ, ਨਿਵਰਤ ਹੋ ਗਈ, ਸਾਰੇ ਦੂਰ ਹੋ ਗਏ। ਹੰਗਤਾ ਮਮਤਾ ਦੇ ਝਗੜੇ ਝੇੜੇ ਜਿਹੜੇ ਸਨ, ਅਲੰਕਾਰ ਮਿਲ ਥੈਲੀ ਹੋਈ ਹੈ। ਜਿਵੇਂ ਗਹਿਣੇ, ਅਲੰਕਾਰ ਨਾਮ ਗਹਿਣਿਆਂ ਦਾ, ਗਹਿਣਿਆਂ ਦੇ ਵੱਖ-ਵੱਖ ਨਾਮ ਪੈ ਜਾਂਦੇ ਆ। ਸੁਨਿਆਰਾ ਘੜਦਾ, ਜਤ ਪਹਾਰਾ, ਧੀਰਜ ਸੁਨਿਆਰ, ਰਹਿਣ ਮਤ ਵੇਦ ਹਥਿਆਰ, ਭਉ ਖੱਲਾਗਨ ਤਪਤਾਓ, ਭਾਂਡਾ ਭਾਉ ਅੰਮ੍ਰਿਤ ਤਤ ਢਾਲ, ਘੜੀਆ ਸ਼ਬਦ ਸੱਚੀ ਟਕਸਾਲ, ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ। ਇਉਂ ਭਾਈ ਅਲੰਕਾਰ ਜਿਹੜੇ ਗਹਿਣੇ ਆ ਨਾ, ਉਹਨਾਂ ਦੇ ਵੱਖ-ਵੱਖ ਨਾਮ ਪਏ ਹੁੰਦੇ ਆ, ਇਹ ਪੈਰਾਂ ਦੇ, ਹੱਥਾਂ ਦੇ, ਸਿਰ ਦੇ। ਪਰ ਜਦੋਂ ਉਹਨਾਂ ਨੂੰ ਢਾਲ ਕੇ ਇੱਕ ਥਾਂ ਤੇ ਸੁਨਿਆਰਾ ਗਰਮ ਕਰਕੇ ਉਹਨਾਂ ਨੂੰ ਢਾਲ ਲੈਂਦਾ, ਤਾਂ ਉਹ ਇੱਕ ਸੋਨੇ ਦੀ ਥੈਲੀ ਡਲੀ ਬਣ ਜਾਂਦੀ ਹੈ। ਔਰ ਉਸ ਨੂੰ ਕੀ ਕਿਹਾ ਜਾਂਦਾ ਹੈ? ਤਾ ਤੇ ਕਨਕ ਬਖਾਨੀ, ਤਾ ਤੇ ਤਿਸ ਨੂੰ ਕਨਕ ਸੋਨਾ ਹੀ ਦੱਸਿਆ ਜਾਂਦਾ। ਫਿਰ ਅਗਲਾ ਕੀ ਕਹਿੰਦਾ ਵੀ ਇਹ ਸੋਨਾ ਹੈ। ਇਸੇ ਤਰ੍ਹਾਂ ਬਾਤ ਬਲਾਨੀ ਹਮ ਜੋ बीच हम तुम कश होते, ਜਿੰਨਾ ਚਿਰ ਦਵੈਤ ਦ੍ਰਿਸ਼ਟੀ ਹੈ ਨਾ, ਉਹਨਾਂ ਚਿਰ ਨਾਨਾ ਪੁਣਾ ਹੈ। ਇਹ ਮਿੱਤਰ ਹੈ, ਇਹ ਦੁਸ਼ਮਣ ਹੈ, ਇਹ ਭਰਾ, ਇਹ ਭੈਣ, ਇਹ ਮਾਤਾ, ਇਹ ਪਿਤਾ। ਅਲੰਕਾਰ ਗਹਿਣਿਆਂ ਦੀ ਤਰ੍ਹਾਂ ਦਵੈਤ ਦ੍ਰਿਸ਼ਟੀ ਕਰਕੇ ਸਾਰੇ ਇਸ ਤਰ੍ਹਾਂ ਪ੍ਰਤੀਤ ਹੁੰਦੇ ਆ। ਇਹ ਦੁਸ਼ਮਣ ਹੈ, ਇਹ ਮਿੱਤਰ ਹੈ, ਐਸੀ ਦ੍ਰਿਸ਼ਟੀ ਬਣੀ ਹੋਈ ਹੈ। ਪਰ ਕਹਿੰਦੇ ਜਦੋਂ ਗੁਰੂ ਸਾਹਿਬ ਨੇ ਉਹ ਅੰਦਰੋਂ ਦਵੈਤ ਦੂਰ ਕਰ ਦਿੱਤੀ, ਫਿਰ ਇਹ ਜੀਵ ਕੀ ਹੈ, ਸ਼ੁੱਧ ਸੋਨੇ ਦੀ ਤਰ੍ਹਾਂ ਇੱਕ ਚੇਤਨ ਸਰੂਪ ਵਾਹਿਗੁਰੂ ਦਾ ਰੂਪ ਬਣ ਜਾਂਦਾ। ਜਿਵੇਂ ਗਹਿਣਿਆਂ ਨੂੰ ਢਾਲ ਕੇ ਇੱਕ ਸੋਨੇ ਦੀ ਡਲੀ ਬਣ ਜਾਂਦੀ ਹੈ, ਉਹ ਸਾਰਾ ਦਵੈਤ ਪੁਣਾ ਮਿਟ ਜਾਂਦਾ। ਉਹ ਨਾਮ ਪੁਣੇ ਜਿਹੜੇ ਵੱਖ-ਵੱਖ ਸਨ ਪਏ ਹੋਏ, ਉਹ ਸਾਰਾ ਮਿਟ ਜਾਂਦਾ ਹੈ। ਇਸ ਤਰ੍ਹਾਂ ਦਵੈਤ ਮਿਟ ਕੇ ਇਹ ਜੀਵ ਜਿਹੜਾ ਈਸ਼ਰ ਦਾ, ਵਾਹਿਗੁਰੂ ਦਾ, ਬ੍ਰਹਮ ਦਾ ਰੂਪ ਬਣ ਜਾਂਦਾ ਹੈ। ਪ੍ਰਗਟਿਓ ਜੋਤ ਸਹਿਜ ਸੁਖ ਸੋਭਾ, ਇਸ ਕਰਕੇ ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਦੀ ਜੋਤ ਜਗ ਗਈ, ਨਾਮ ਪ੍ਰਗਟ ਪ੍ਰਤੱਖ ਹੋ ਗਿਆ, ਭਾਵ ਨਾਮ ਪ੍ਰਗਟ ਹੋ ਗਿਆ, ਨਾਮ ਦਾ ਪ੍ਰਵਾਹ ਚੱਲ ਗਿਆ। ਐਸੇ ਨਾਮ ਦੀ ਜੋਤ ਜਗ ਗਈ, ਭਾਵ ਨਾਮ ਦਾ ਪ੍ਰਵਾਹ ਜਿਨ੍ਹਾਂ ਦੇ ਹਿਰਦੇ ਵਿੱਚ ਚੱਲ ਪਿਆ, ਉਹਨਾਂ ਦੇ ਹਿਰਦੇ ਵਿੱਚ ਸਹਿਜ ਸ਼ਾਂਤੀ ਆ ਗਈ ਔਰ ਬ੍ਰਹਮਾਨੰਦ ਦਾ ਸੁਖ ਪ੍ਰਾਪਤ ਹੋ ਗਿਆ ਉਹਨਾਂ ਨੂੰ। ਔਰ ਸੋਭਾ ਵਾਹਿਗੁਰੂ ਦੇ ਦਰੋਂ ਅੱਠੇ ਪੈਰ ਇੱਕ ਤੈ ਲਿਵੈ, ਮੰਨੇ ਨੂੰ ਹੁਕਮ ਪਾਰ। ਨਾਮ ਜਪਣ ਦੀ ਇਹ ਸੋਭਾ, ਇਹ ਜਸ ਉਹਨਾਂ ਨੂੰ ਪ੍ਰਾਪਤ ਹੋ ਗਿਆ, ਲਿਵ ਜੁੜ ਗਈ ਹੈ। ਬਾਜੇ ਅਨਹਤ ਬਾਨੀ, ਹੱਦ ਤੋਂ ਰਹਿਤ ਨਾਮ ਦੇ ਰਸ ਦੇ, ਭਾਵ ਨਾਮ ਦੇ ਪ੍ਰਵਾਹ ਦੇ, ਬਾਣੀ ਦੇ ਬਾਜੇ, ਭਾਵ ਨਾਮ ਦਾ ਪ੍ਰਵਾਹ ਰੋਮ ਰੋਮ ਵਿੱਚ ਚੱਲਣਾ। ਐਸਾ ਉਹਨਾਂ ਦੇ ਅੰਦਰ ਲਗਾਤਾਰ ਦੀ ਸੰਗੀਤਕ ਨਾਮ ਦੀ ਧੁਨ ਉਹਨਾਂ ਦੇ ਅੰਦਰ ਜਾਰੀ ਹੋ ਜਾਂਦੀ ਹੈ। ਗੁਰਬਾਣੀ ਦੇ ਰੂਪ ਵਿੱਚ ਪਰਾਰੂਪ ਬਾਣੀ ਉਹਨਾਂ ਦੇ ਅੰਦਰ ਚੱਲ ਪੈਂਦੀ ਹੈ ਨਾਮ ਦੇ ਪ੍ਰਵਾਹ ਦੀ। ਕਹੋ ਨਾਨਕ ਨਿਹਚਲ ਘਰ ਬਾਧਿਓ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਨ ਕਰਦੇ, ਭਾਈ ਐਸਾ ਚੱਲ ਘਰ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਆਪਣੇ ਗੁਰਸਿੱਖਾਂ ਨੂੰ ਨਾਮ ਦਾ, ਗੁਰਬਾਣੀ ਦਾ, ਸਤ ਸੰਗਤ ਦਾ, ਗੁਰਸਿੱਖੀ ਦਾ, ਭਉ ਭਗਤੀ ਦਾ ਬੰਨ ਕੇ ਦੇ ਦਿੱਤਾ ਹੈ। ਗੁਰ ਕੀਓ ਬੰਧਾਨੀ, ਇਹ ਬੰਨ ਦਿੱਤਾ ਸਤਿਗੁਰੂ ਨੇ ਸ਼ੁਭ ਗੁਣਾਂ ਦਾ ਔਰ ਭਉ ਭਗਤੀ ਦਾ। ਸੋ ਘਰ ਗੁਰੂ ਨਾਨਕ ਕੋ ਦੀਆ, ਐਸਾ ਘਰ
ਸੱਚਖੰਡ ਰੂਪੀ ਘਰ ਐਸ ਮਾਤਲੋਕ ਸਤਸੰਗਤ ਰੂਪ ਘਰ। ਦਰਗਾਹ ਵਿੱਚ ਸੱਚਖੰਡ ਰੂਪ ਘਰ ਇਹ ਸਤਿਗੁਰਾਂ ਨੇ 10 ਰੂਪਾਂ ਦੇ ਵਿੱਚ ਬੰਨ੍ਹ ਕੇ ਸਾਨੂੰ ਦਿੱਤਾ। ਜਿਵੇਂ ਘਰ ਵਿੱਚ ਬੈਠ ਕੇ ਸੁੱਖ ਸ਼ਾਂਤੀ ਆ ਜਾਂਦਾ, ਇਸੇ ਗੁਰੂ ਘਰ ਦੇ ਵਿੱਚ ਆ ਕੇ ਗੁਰਸਿੱਖ ਨੂੰ ਭਾਈ ਸ਼ਾਂਤੀ ਪ੍ਰਾਪਤ ਹੋ ਜਾਂਦੀ ਹੈ। ਇਸ ਕਰਕੇ ਗੁਰੂ ਸਾਹਿਬ ਉਹਨਾਂ ਦੇ ਹਿਰਦੇ ਵਿੱਚ ਸ਼ੁਭ ਗੁਣਾਂ ਦਾ ਘਰ ਬੰਨ੍ਹ ਦਿੰਦੇ ਹੈ, ਭਗਤੀ ਦਾ ਘਰ ਬੰਨ੍ਹ ਦਿੰਦੇ ਹੈ, ਗਿਆਨ ਦਾ ਘਰ ਬੰਨ੍ਹ ਦਿੱਤਾ ਉਹਨਾਂ ਦੇ ਘਰ ਵਿੱਚ। ਉਹ ਫਿਰ ਚਲਾਏਮਾਨ ਨਹੀਂ ਹੁੰਦੇ, 84 ਲੱਖ ਜੂਨਾਂ ਵਿੱਚ ਨਹੀਂ ਜਾਂਦੇ, ਉਹਨਾਂ ਦੇ ਮਨ ਦੇ ਫੁਰਨੇ ਜਾਂ ਬਿਰਤੀ ਇੱਧਰ ਉੱਧਰ ਨਹੀਂ ਭਟਕਦੀ, ਉਹ ਚੱਲ ਟਿਕ ਜਾਂਦੀ ਆ। ਚੱਲ ਘਰ ਦੇ ਵਿੱਚ, ਸਤ ਸੰਗਤ ਦੇ ਵਿੱਚ, ਚੱਲ ਘਰ ਤੁਰਿਆ ਰੂਪ ਘਰ ਵਿੱਚ, ਚੱਲ ਘਰ ਸੱਚਖੰਡ ਦੇ ਵਿੱਚ ਉਹਨਾਂ ਨੂੰ ਥਾਂ ਦੇ ਦਿੱਤੀ। ਮਹਾਰਾਜ ਜੀ ਨੇ ਨਿਵਾਸ ਦੇ ਦਿੱਤਾ। ਐਸਾ ਘਰ ਬਣਾਉਣਾ ਕੀਤਾ, ਬੰਨਣਾ ਕੀਤਾ ਗੁਰਸਿੱਖਾਂ ਲਈ ਸੱਚੇ ਪਾਤਸ਼ਾਹ ਜੀ ਨੇ। ਗੁਰ ਕੀਓ ਬੰਧਾਨੀ, ਜੋ ਸਤਿਗੁਰਾਂ ਨੇ ਬੰਨ੍ਹ ਕੇ ਗੁਰਸਿੱਖਾਂ ਨੂੰ ਭਉ ਭਗਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਰੂਪ ਗੁਰਬਾਣੀ ਦਾ ਘਰ ਬੰਨ੍ਹ ਕੇ ਦੇ ਦਿੱਤਾ, ਬਣਾ ਕੇ ਦੇ ਦਿੱਤਾ, ਤਿਆਰ ਕਰਕੇ ਦੇ ਦਿੱਤਾ। 10 ਜਾਮੇ ਇਸ ਘਰ ਨੂੰ ਬਣਾਉਣ ਵਿੱਚ ਲਾਏ। 10 ਜਾਮਿਆਂ ਨੇ, 10 ਸਰੂਪਾਂ ਨੇ। ਇਹ ਸਿੱਖੀ ਦਾ ਮਹਿਲ, ਸਿੱਖੀ ਦਾ ਘਰ ਇੱਕ ਦਿਨ ਵਿੱਚ ਨਹੀਂ ਤਿਆਰ ਹੋਇਆ। ਇਹ ਪ੍ਰਤੱਖ ਵੀ ਭਾਈ ਸਾਹਿਬਜ਼ਾਦਿਆਂ ਦੀ ਕੁਰਬਾਨੀ, ਸ਼ਹੀਦਾਂ ਦੀਆਂ ਕੁਰਬਾਨੀਆਂ ਨਾਲ, 10 ਗੁਰੂ ਸਾਹਿਬਾਨਾਂ ਦੀਆਂ ਬਖਸ਼ਿਸ਼ਾਂ ਦੇ ਨਾਲ। ਔਰ ਇਸੇ ਤਰ੍ਹਾਂ ਅਚਲ ਕਰ ਭਉ ਭਗਤੀ ਦਾ ਬੰਨ੍ਹ ਦਿੱਤਾ ਸਤਿਗੁਰੂ ਮਹਾਰਾਜ ਜੀ ਨੇ। ਇਹ ਬਣਾ ਕੇ ਦੇ ਦਿੱਤਾ। ਗੁਰਸਿੱਖਾਂ ਦਾ ਮਨ ਫਿਰ ਭਟਕਦਾ ਨਹੀਂ ਹੈ। ਐਨ ਗੁਰੂ ਕੀ ਬਾਣੀ ਵਿੱਚ, ਨਾਮ ਵਿੱਚ ਇੱਕ ਰਸ ਜੁੜ ਜਾਂਦਾ ਹੈ, ਫਿਰ ਉਸ ਆਨੰਦ ਨੂੰ ਮਾਣਦਾ ਹੈ। ਸੋ ਸਾਧ ਸੰਗਤ ਜੀ, ਇਹ ਸਤਿਗੁਰੂ ਜੀ ਨੇ ਸ਼੍ਰੀ ਮੁਖਵਾਕ ਬਖਸ਼ਿਸ਼ ਕੀਤੇ ਸਨ, ਜਿਨ੍ਹਾਂ ਦੀ ਕਥਾ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਚੁੱਕਾਂ ਗਲਤੀਆਂ ਹੋਈਆਂ ਹਨ। ਗੁਰੂ ਮਹਾਰਾਜ ਗੁਰੂ ਕੀ ਸੰਗਤ ਨੇ ਖਿਮਾ ਕਰਨੀਆਂ। ਸਾਧ ਸੰਗਤ ਜੀ, ਬੜੀ ਦੂਰੋਂ ਦੂਰੋਂ ਸੰਗਤ, ਲਾਕਡਾਊਨ ਦੇ ਦਿਨ ਚੱਲ ਰਹੇ ਹੈ। ਕੋਵਿਡ-19 ਜੋ ਮਹਾਮਾਰੀ ਸਾਰੇ ਸੰਸਾਰ ਵਿੱਚ ਫੈਲੀ ਹੋਈ ਹੈ, ਸਾਧ ਸੰਗਤ ਜੀ, ਇਸ ਵਾਇਰਸ ਨੇ ਬੜੀ ਦੁਨੀਆ ਭੈਭੀਤ ਕਰਕੇ ਰੱਖ ਦਿੱਤੀ। ਵਾਹਿਗੁਰੂ ਪਰਮੇਸ਼ਰ ਦਾ ਕੋਈ ਵੀ ਦੁਨੀਆ ਵਿੱਚ ਸਾਧ ਸੰਗਤ ਜੀ ਮੁਕਾਬਲਾ ਨਹੀਂ ਕਰ ਸਕਦਾ। ਉਹਦੇ ਭੈ ਵਿੱਚ ਹੀ ਰਹਿਣਾ ਚਾਹੀਦਾ ਹੈ। ਜਦੋਂ ਦਾ ਇਹ ਕੋਵਿਡ-19 ਫੈਲਿਆ ਸਾਰੇ ਸੰਸਾਰ ਵਿੱਚ, ਦੁਨੀਆ ਥਰ ਥਰ ਕੰਬਦੀ ਹੈ। ਜਿਹੜੇ ਆਪਣੇ ਆਪ ਨੂੰ ਵੱਡੇ ਵੱਡੇ ਸ਼ਕਤੀਸ਼ਾਲੀ ਸਮਝਦੇ ਸਨ, ਜਿਹੜੇ ਰੱਬ ਦੀ ਹੋਂਦ ਨੂੰ ਵੀ ਇੱਕ ਦਿਨ ਸਾਧ ਸੰਗਤ ਜੀ ਵੰਗਾਰਨ ਲੱਗ ਪਏ ਸਨ, ਰੱਬ ਦਾ ਵੀ ਖੌਫ ਮੰਨਣ ਤੋਂ ਆਕੀ ਹੋ ਗਏ ਸਨ, ਪਰਮਾਤਮਾ ਨੇ ਇੱਕ ਖਿਣ ਵਿੱਚ ਹੀ ਸਾਰੀ ਦੁਨੀਆ ਹਿਲਾ ਕੇ ਰੱਖ ਦਿੱਤੀ। ਸੋ ਭਾਈ ਪਰਮੇਸ਼ਰ ਬੁਰਾ ਨਹੀਂ ਕਿਸੇ ਦਾ ਕਰਦਾ। ਇਹ ਤਾਂ ਸਾਨੂੰ ਸੁਧਾਰਨ ਵਾਸਤੇ ਕਈ ਵਾਰੀ ਉਹ ਕੌਤਕ ਰਚਦਾ ਕਿ ਵਾਹਿਗੁਰੂ ਦੇ ਭੈ ਵਿੱਚ ਰਹੋ, ਨਾਮ ਜਪੋ, ਸਤ ਸੰਗਤ ਕਰੋ, ਸ਼ੁਭ ਗੁਣ ਕਮਾਓ, ਗੁਰਸਿੱਖੀ ਧਾਰਨ ਕਰੋ। ਪਰ ਐਸੇ ਭਿਆਨਕ ਮਹਾਮਾਰੀ ਦੇ ਦੌਰ ਵਿੱਚ ਤੁਸੀਂ ਬਹੁਤ ਦੂਰੋਂ ਦੂਰੋਂ, ਮੈਂ ਦੇਖ ਰਿਹਾ ਰੋਡਿਆਂ ਤੋਂ ਭਾਈ ਸਾਹਿਬ ਭਾਈ ਜਗਤਾਰ ਸਿੰਘ ਜੀ, ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹਨਾਂ ਦੇ ਨਾਲ ਬਹੁਤ ਹੀ ਸਤਿਕਾਰਯੋਗ ਗਿਆਨੀ ਬਲਵਿੰਦਰ ਸਿੰਘ ਜੀ, ਜੋ ਮਹਾਨ ਦਮਦਮੀ ਟਕਸਾਲ ਦੇ ਵਿਦਵਾਨ ਹਨ, ਜੋ ਮਹਾਂਪੁਰਖਾਂ ਦੇ ਜਨਮ ਸਥਾਨ ਗੁਰਦੁਆਰਾ ਸੰਤ ਖਾਲਸਾ ਪਿੰਡ ਰੋਡੇ ਵਿਖੇ ਸਾਰੀਆਂ ਸੇਵਾਵਾਂ, ਕਥਾ ਦੀ, ਸਿੰਘਾਂ ਨੂੰ ਵਿੱਦਿਆ ਪੜ੍ਹਾਉਣ ਦੀ ਬਹੁਤ ਵੱਡੀ ਸੇਵਾ ਕਰ ਰਹੇ ਆ। ਉਹਨਾਂ ਦੇ ਨਾਲ ਬੇਅੰਤ ਸਿੰਘ ਆਏ ਆ। ਇਸੇ ਹੀ ਤਰ੍ਹਾਂ ਭਾਈ ਰਛਪਾਲ ਸਿੰਘ ਜੀ ਝੋਕ ਮੋਢਿਆਂ ਤੋਂ, ਉਹ ਵੀ ਨਾਲ ਸੰਗਤ ਨੂੰ ਲੈ ਕੇ ਆਏ ਆ। ਇਸੇ ਤਰ੍ਹਾਂ ਬੁੱਢੀ ਮਾਲ ਤੋਂ ਬਹੁਤ ਸੰਗਤਾਂ ਚੇਤੇ ਤੌਰ ਤੇ ਪਹੁੰਚੀਆਂ। ਸੰਤ ਬਾਬਾ ਦਰਸ਼ਨ ਸਿੰਘ ਜੀ ਮਾਲੋ ਕੇ ਫੱਤੇ ਤੋਂ, ਗਿਆਨੀ ਕੌਰ ਸਿੰਘ ਜੀ ਮਾਲੋ ਕੇ ਫੱਤੇ ਤੋਂ ਇਲਾਕੇ ਦੇ ਮਹਾਂਪੁਰਖ ਵੀ ਪਹੁੰਚੇ ਆ। ਹੋਰ ਵੀ ਹਸਤੀਆਂ ਪਹੁੰਚੀਆਂ। ਸਨਮਾਨਯੋਗ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਜੀ ਖਾਲਸਾ ਸਾਬਕਾ ਜਥੇਦਾਰ, ਸ਼੍ਰੀ ਅਕਾਲ ਤਖਤ ਸਾਹਿਬ, ਉਹਨਾਂ ਨੇ ਵੀ ਸੰਗਤ ਵਿੱਚ ਹਾਜ਼ਰੀ ਭਰਨ ਵਾਸਤੇ ਬੇਨਤੀ ਕੀਤੀ ਆ। ਉਹਨਾਂ ਦੀ ਵੀ ਹਾਜ਼ਰੀ ਲਵਾਉਣ ਲਈ ਉਹਨਾਂ ਨੇ ਬਚਨ ਕੀਤਾ ਸੀ, ਮੇਰੀ ਹਾਜ਼ਰੀ ਵੀ ਲਵਾਇਓ। ਉਹਨਾਂ ਨੇ ਵੀ ਆਉਣਾ ਸੀ। ਸੋ ਹੋਰ ਵੀ ਜਿੰਨੇ ਸਾਰੇ ਵੱਖ-ਵੱਖ ਇਲਾਕਿਆਂ 'ਚੋਂ ਸੰਗਤਾਂ ਆਈਆਂ, ਸਾਰਿਆਂ ਦਾ ਭਾਈ ਰੋਮ ਰੋਮ ਕਰਕੇ ਬਹੁਤ ਬਹੁਤ ਧੰਨਵਾਦ ਹੈ। ਭਾਈ ਗੁਰਦੇਵ ਸਿੰਘ ਜੀ ਵਡਿਆਣਾ, ਭਾਈ ਕਰਮਜੀਤ ਸਿੰਘ ਜੀ ਡਿਪਟੀ ਦੁਆਬੇ ਦੇ ਇਲਾਕੇ ਦੇ ਵਿੱਚੋਂ, ਭਾਈ ਦੀਪਾ ਸਿੰਘ ਜੀ, ਬਹੁਤ ਦੂਰੋਂ ਦੂਰੋਂ ਸਿੰਘ ਜਲੰਧਰ ਦੇ ਇਲਾਕੇ ਵਿੱਚੋਂ ਵੀ ਆਏ ਹੈ। ਸੋ ਮਾਲਵੇ ਵਿੱਚੋਂ ਵੀ, ਮਾਝੇ ਦੇ ਵਿੱਚੋਂ ਵੀ, ਫਿਰ ਵੀ ਸੰਗਤਾਂ ਨੇ ਬਹੁਤ ਪਿਆਰ ਦਾ ਸਬੂਤ ਦਿੰਦੇ ਆ ਇਹਨਾਂ ਸਮਾਗਮਾਂ ਵਿੱਚ ਆ ਕੇ ਹਾਜ਼ਰੀ ਭਰੀ ਹੈ।
मैं ਸਥਾਨਕ ਸੰਗਤ ਦਾ ਵੀ, ਦੂਰੋਂ ਦੂਰੋਂ ਆਈ ਸੰਗਤ ਦਾ ਵੀ ਰੋਮ ਰੋਮ ਕਰਕੇ ਬਹੁਤ ਬਹੁਤ ਧੰਨਵਾਦ ਕਰਦਾ। ਹੈੱਡ ਗ੍ਰੰਥੀ ਗਿਆਨੀ ਗੁਰਜੰਟ ਸਿੰਘ ਜੀ ਦਾ, ਤਖਤ ਸਾਹਿਬ ਜੀ ਦੇ ਮੈਨੇਜਰ ਸਾਹਿਬ ਜੀ ਦਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰੇ ਅਦਾਰੇ ਦਾ, ਔਰ ਫਿਰ ਸਨਮਾਨਯੋਗ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ, ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ, ਜਥੇਦਾਰ ਤਖਤ ਸ਼੍ਰੀ ਦਮਦਮਾ ਸਾਹਿਬ, ਇਹਨਾਂ ਦਾ ਵੀ ਮੈਂ ਫਿਰ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਦੇ ਸਹਿਯੋਗ ਨਾਲ ਇਹ ਸਾਰੇ ਸਮਾਗਮ ਸੰਪੰਨ ਹੋ ਰਹੇ ਆ। ਜਥੇਦਾਰ ਭਾਈ ਸੁਖਦੇਵ ਸਿੰਘ ਜੀ, ਗਿਆਨੀ ਜੀਵਾ ਸਿੰਘ ਜੀ, ਗਿਆਨੀ ਜੁਗਰਾਜ ਸਿੰਘ ਜੀ, ਭਾਈ ਮਨਿੰਦਰ ਸਿੰਘ ਜੀ ਮਾਹਲ, ਇਸੇ ਤਰ੍ਹਾਂ ਜੋ ਦਮਦਮੀ ਟਕਸਾਲ ਦਾ ਚੈਨਲ ਅਦਾਰਾ ਚੱਲ ਰਿਹਾ, ਉਹ ਵੀਰ ਵੀ ਪਰਸੋਂ ਰੋਡ ਤੋਂ ਲੈ ਕੇ ਸਾਰਾ ਇਹ ਪ੍ਰੋਗਰਾਮ ਦੁਨੀਆ ਭਰ ਵਿੱਚ ਚੈਨਲ 'ਤੇ ਲਾਈਵ ਕਰ ਰਹੇ ਹੈ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਭੁੱਲਾਂ ਚੁੱਕਾਂ ਖਿਮਾ ਕਰਨੀਆਂ, ਗੁਰੂ ਮਹਾਰਾਜ ਗੁਰੂ ਕੀ ਸੰਗਤ ਨੇ ਭੁੱਲਾਂ ਚੁੱਕਾਂ ਖਿਮਾ ਕਰਨੀਆਂ। ਅਰਦਾਸ ਕਰਨੀ ਕਿ ਕਲਗੀਧਰ ਪਾਤਸ਼ਾਹ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਬਾਬਾ ਦੀਪ ਸਿੰਘ ਸਾਹਿਬ ਜੀ ਆਪਣੀ ਬਖਸ਼ਿਸ਼ ਭਰਿਆ ਹੱਥ ਇਸ ਜਥੇਬੰਦੀ ਦਮਦਮੀ ਟਕਸਾਲ 'ਤੇ ਰੱਖਣ, ਤਾਂ ਕਿ ਜਥੇਬੰਦੀ ਪੰਥ ਦੀ, ਕੌਮ ਦੀ ਹਮੇਸ਼ਾ ਚੜ੍ਹਦੀ ਕਲਾ ਨਾਲ ਹਰ ਖੇਤਰ ਵਿੱਚ ਸੇਵਾ ਨਿਭਾ ਸਕੇ। ਸੋ ਸਾਧ ਸੰਗਤ ਜੀ, ਇਹ ਤੁਸੀਂ ਸਾਰਿਆਂ ਨੇ ਹਮੇਸ਼ਾ ਅਰਦਾਸ ਕਰਨੀ ਹੈ। ਮੈਂ ਫਿਰ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੋਇਆ ਦਮਦਮੀ ਟਕਸਾਲ ਦੇ ਸਥਾਪਨਾ ਦਿਹਾੜੇ ਦੀ ਆਪ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ। ਭੁੱਲਾਂ ਚੁੱਕਾਂ ਖਿਮਾ ਕਰਨੀਆਂ। ਸਮਾਪਤੀ ਤੋਂ ਉਪਰੰਤ ਸਾਰਿਆਂ ਨੇ ਲੰਗਰ ਛਕ ਕੇ ਫਿਰ ਘਰਾਂ ਨੂੰ ਜਾਣਾ। ਸਿੰਘ ਸਾਹਿਬ ਜੀ ਨੇ ਵੀ ਤੁਹਾਡੇ ਨਾਲ ਵਿਚਾਰ ਸਾਂਝੇ ਕਰਨੇ ਆ, ਕਾਹਲੀ ਨਹੀਂ ਕਰਨੀ ਜਾਣ ਦੀ। ਜਦੋਂ ਸਮਾਗਮ ਸਮਾਪਤ ਹੋਇਆ ਫਿਰ ਉੱਠਣਾ ਭਾਈ। ਸਿੰਘ ਸਾਹਿਬ ਜੀ ਦੇ ਵਿਚਾਰ ਅਤੇ ਹੋਰ ਵਿਦਵਾਨਾਂ ਦੇ ਵਿਚਾਰ, ਜੋ ਸਿੰਘ ਸਾਹਿਬ ਜੀ ਜਿਹਨੂੰ ਕਹਿਣਗੇ ਉਹਨਾਂ ਨੂੰ 2-2 ਮਿੰਟ ਹਾਜ਼ਰੀ ਲਵਾਈ ਜਾਵੇਗੀ। ਸੋ ਸਿੰਘ ਸਾਹਿਬ ਜੀ ਦੇ ਵਿਚਾਰ ਸੁਣਨੇ ਆਪਾਂ ਬੜੇ ਪ੍ਰੇਮ ਨਾਲ। ਇਹ ਬੇਨਤੀ ਪ੍ਰਵਾਨ ਕਰਨੀ, ਭੁੱਲਾਂ ਚੁੱਕਾਂ ਖਿਮਾ ਕਰਨੀਆਂ। ਭਾਈ ਬੂਟਾ ਸਿੰਘ ਜੀ ਜੋ ਫੱਤੋ ਕੇ ਮਾਲੇ ਤੋਂ ਬੜੀ ਭਾਰੀ ਸੇਵਾ ਇਹਨਾਂ ਦਿਨਾਂ ਵਿੱਚ ਕਰ ਰਹੇ ਆ, ਮੈਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ। ਸਾਰੀ ਸੰਗਤ ਦਾ ਧੰਨਵਾਦ। ਭੁੱਲਾਂ ਚੁੱਕਾਂ ਖਿਮਾ ਕਰਨੀਆਂ। ਪ੍ਰਗਟਿਓ ਜੋਤ ਸਹਿਜ ਸੁਖ ਸੋਭਾ, ਬਾਜੇ ਅਨਹਤ ਬਾਨੀ। ਕਹੋ ਨਾਨਕ ਨਿਹਚਲ ਘਰ ਬਾਧਿਓ, ਗੁਰ ਕੀਓ ਬੰਧਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਆਪ ਸਰਬੱਤ ਸੰਗਤਾਂ ਨੂੰ ਗੁਰਬਾਣੀ ਕਥਾ ਵਿਚਾਰਨ ਲਈ ਨਿਹਾਲ ਕਰ ਰਹੇ ਸੀ ਸਤਿਕਾਰਯੋਗ ਸੰਤ ਗਿਆਨੀ ਹਰਨਾਮ ਸਿੰਘ ਜੀ ਪਿੰਡਰਾਂ ਵਾਲੇ, ਮੁਖੀ ਦਮਦਮੀ ਟਕਸਾਲ, ਮਹਾਂਪੁਰਖਾਂ ਦਾ ਬਹੁਤ ਬਹੁਤ ਧੰਨਵਾਦ। ਮੈਂ ਅਦਬ ਸਹਿਤ ਬੇਨਤੀ ਕਰਾਂਗਾ, ਮਾਨਯੋਗ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ, ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ, ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਆਪ ਸਰਬੱਤ ਸੰਗਤਾਂ ਦੇ ਨਾਲ ਕੁਝ ਕੁ ਮਿੰਟਾਂ ਦੇ ਲਈ ਵਿਚਾਰਾਂ ਦੀ ਸਾਂਝ ਪਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। जुग जुग अटल लोक परलोक दे राखे, दो जहान दे वाले, धन धन साहिब श्री गुरु ग्रंथ साहिब सच्चे पातशाह जी की पावन पवित्र हजूरी च सिख पंथ के महान पावन पवित्र अस्थान तख्त श्री दमदमा साहिब जी विखे जुड़ बैठी समूह साध संगत जी, सब तो पहला फतेह प्रवान करो। वाहिगुरू जी का खालसा, वाहिगुरू जी की फतेह।